ਪਰਮਿੰਦਰ ਜੀ, did you got more traction flying balls ਤੇ? ਹਾਂਜੀ ਭਾਜੀ, ਹੋ ਗਈ 3 ਹੋਰ ਸੇਲ ਹੋ ਗਈਆਂ। Getting better. That's good. ਹਾਂਜੀ I think 1 ਤੋਂ 2 ਵੀਕ ਦੇ ਵਿੱਚ ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਜੇ 4 ਲਿਸਟਿੰਗਸ ਹੁੰਦੀਆਂ ਫਿਰ ਤਾਂ 10 to 15 ਯੂਨਿਟਸ ਹੋਲਡ ਕਰਨਾ ਬਹੁਤ ਈਜ਼ੀ ਹੈ। ਅੱਛਾ ਜੀ। ਹਾਂਜੀ, ਬਟ ਲਾਈਕ ਸਟਾਰਟਿੰਗ ਫਰੋਮ 1 ਨਵੰਬਰ ਤਾਂ ਬਹੁਤ ਈਜ਼ੀ ਹੈ। ਮਤਲਬ 15 ਤੋਂ 20 ਯੂਨਿਟ ਸੈਲ ਕਰਨਾ ਹੈ ਨਾ ਲਿਸਟਿੰਗਸ ਤੇ ਇਟਸ ਵੈਰੀ ਈਜ਼ੀ। ਠੀਕ ਹੈ, ਤੇ ਇਹ ਕਿੰਨਾ ਟਾਈਮ ਲੱਗੂਗਾ ਜਿਹੜੀ ਆਪਾਂ ਇਨਵੈਂਟਰੀ ਉਹ ਕਰਾਈ ਆ, ਮੰਗਵਾਈ ਆ? ਇਹਨੂੰ 2 ਹਫ਼ਤੇ ਲੱਗੂ ਹਾਂਜੀ ਵਿਦਿਨ 1 to 2 ਵੀਕਸ। 1 to 2 ਵੀਕਸ ਲੱਗਣਗੇ ਤੁਹਾਨੂੰ ਰਿਸੀਵ ਹੋਣ ਦੇ ਵਿੱਚ। ਜਦ ਤੱਕ ਤੁਹਾਡੇ ਕੋਲ ਇਨਫ ਸਟਾਕ ਆਈ ਥਿੰਕ ਇਹਨਾਂ 2 ਲਿਸਟਿੰਗਸ ਤੇ ਹਾਂਜੀ ਹਾਂਜੀ ਤੇ ਤੁਹਾਡੇ ਕੋਲ ਡੇਟਾ ਵੀ ਆ ਜਾਊਗਾ ਤਾਂ ਆਈ ਥਿੰਕ ਇਟਸ ਬੈਟਰ। ਹਾਂਜੀ, ਕਿਉਂਕਿ ਇੱਕ ਤੇ ਤਾਂ ਇੱਕ 240 ਹੈ, ਇੱਕ 120 ਆ। ਉਹ 120 ਵਾਲੀ ਸੇਲ ਹੋ ਰਹੀ ਹੈ, ਇੱਕ 240 ਵਾਲੀ ਨਹੀਂ ਹੋ ਰਹੀ ਫॉर ਸਮ ਰੀਜ਼ਨਸ। ਕੀ ਪ੍ਰਾਈਸ ਹੈ ਦੂਜੀ ਦਾ? ਦੋਨਾਂ ਦਾ ਸੇਮ ਪ੍ਰਾਈਸ ਹੈ, ਪਰ ਜਿਹੜੀ ਦੂਸਰੀ ਐਕਚੁਅਲੀ ਹੈਗੀ ਆ ਉਹ ਨਾ ਐਡਵਰਟਾਈਜ਼ਮੈਂਟ ਵਿੱਚ ਐਡ ਨਹੀਂ ਹੋ ਰਹੀ ਹੈਗੀ। ਉਹ ਕਹਿ ਰਿਹਾ ਇਨਐਲੀਜੀਬਲ। ਓਕੇ, ਤੁਸੀਂ ਇੱਕ ਕੰਮ ਕਰੋ, ਉਹਦਾ ਪ੍ਰਾਈਸ $20 ਕਰ ਦਿਓ, 19.99, ਕਿਉਂਕਿ ਇਹਦੇ ਵਿੱਚ ਕਾਫੀ ਹੈਗਾ ਹੀ ਆਪਣੇ ਕੋਲ। ਠੀਕ ਹੈ, ਚਲੋ ਠੀਕ ਹਾਂਜੀ, ਕਰ ਉਹਨੂੰ ਦਿੰਦਾ। ਹੁਣੀ ਕਰ ਦਿਓ ਚੇਂਜ ਤੇ ਲੈਟਸ ਸੀ ਹਾਊ। ਹਾਂਜੀ ਠੀਕ ਹੈ। ਅੱਜ ਕੋਈ ਆ ਨਹੀਂ ਰਿਹਾ ਜਾਂ ਮੈਨੂੰ ਐਕਚੁਅਲੀ ਮੈਂ ਨਾ ਨਵਾਂ ਮੈਕ ਲਿਆ ਸੋ ਮੇਬੀ ਆਈ ਕਾਂਟ ਸੀ ਪੀਪਲ। ਇਟਸ ਆਲਰੇਡੀ 6 o'clock ਹੈ ਨਾ, ਰਾਈਟ? ਹਾਂ ਹਾਂਜੀ 7 o'clock। 7 o'clock ਤੁਹਾਡੇ ਹਿਸਾਬ ਨਾਲ, ਰਾਈਟ? ਹਾਂਜੀ ਵੇਟਿੰਗ ਰੂਮ ਦੇ ਵਿੱਚ ਤਾਂ ਨਹੀਂ ਕੋਈ ਵੇਟ ਕਰ ਰਿਹਾ? ਦੇਖਿਓ ਪਰਮਿੰਦਰ ਜੀ, ਇਫ ਸਮ ਮੈਂ ਕੋਈ I think only you can see it because you are the host. ਓਕੇ ਓਕੇ ਦੈਟਸ ਗੁੱਡ। ਨਹੀਂ ਆਈ ਥਿੰਕ ਕੋਈ ਨਹੀਂ ਹੈ, ਆਪਾਂ 4 ਜਣੇ ਹੀ ਹਾਂ। Okay. ਸਾਗਰ ਜੀ ਯੂ ਆਰ देयर, ਆਈ ਥਿੰਕ ਤੁਸੀਂ ਮੈਨੂੰ ਮੈਸੇਜ ਕੀਤਾ ਸੀ, ਤੁਸੀਂ ਕੁਐਸਚਨ ਪੁੱਛ ਸਕਦੇ ਹੋ ਤਦ ਤੱਕ ਅਗਰ ਤੁਹਾਡਾ ਕੋਈ ਹੈ। ਹਾਂਜੀ ਭਾਜੀ, ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਹਾਂਜੀ ਆ ਰਹੀ ਹੈ। ਹਾਂਜੀ ਭਾਜੀ, ਕੀ ਹਾਲ ਹੈ ਜੀ? ਬਸ ਠੀਕ ਹੈ ਜੀ, ਵਧੀਆ, ਤੁਸੀਂ ਸੁਣਾਓ। ਬਸ ਠੀਕ ਹੈ ਭਾਜੀ। ਭਾਜੀ ਮੇਰਾ ਇੱਕ ਕੁਐਸਚਨ ਸੀਗਾ। ਪਹਿਲਾ ਕੁਐਸਚਨ ਤਾਂ ਸੀਗਾ ਉਹ ਹੀਲੀਅਮ 10 ਦੇ ਰਿਗਾਰਡਿੰਗ। ਹਾਂਜੀ ਲਾਈਕ ਜਿਹੜੀ ਆਪਾਂ ਉਹਦੇ ਚ ਰਜਿਸਟਰ ਕਰਦੇ ਆ ਤੇ ਹਾਂਜੀ ਅਸੀਂ ਆਪਣੀ ਆਈਡੀ ਕਿਸੇ ਦੇ ਨਾਲ ਸ਼ੇਅਰ ਕਰ ਸਕਦੇ ਹਾਂ? ਜਿੱਦਾਂ ਅਗਰ ਹੁਣ ਜੋ ਉਹਦੀ ਸਬਸਕ੍ਰਿਪਸ਼ਨ ਹੁੰਦੀ ਹੈ ਆਈ ਥਿੰਕ ਸੋ ਹਾਂਜੀ ਤੁਸੀਂ $100 ਜਾਂ ਕਰ ਫਿਰ ਸਕਦੇ ਹੋ, $80 ਹੈ। ਤੁਸੀਂ ਹਾਂਜੀ ਆਈਡੀ ਪਾਸਵਰਡ ਸ਼ੇਅਰ ਕਰ ਸਕਦੇ ਹੋ। ਠੀਕ ਹੈ, ਤਾਂ ਲਾਈਕ ਅਗਰ ਮੈਂ ਵੀ ਕਿਸੇ ਦੇ ਨਾਲ ਸ਼ੇਅਰ ਕਰ ਲਵਾਂ ਤੇ ਆਪਾਂ ਹਾਫ ਹਾਫ ਪੇ ਕਰ ਦਈਏ ਤੇ ਦੋਨੋਂ ਜਣੇ ਯੂਜ਼ ਕਰ ਲਈਏ। ਹਾਂਜੀ ਤੁਸੀਂ ਕਰ ਸਕਦੇ ਹੋ, ਤੇ ਤੁਸੀਂ 20% ਵਾਲਾ ਡਿਸਕਾਊਂਟ ਕੋਡ ਹੈਗਾ ਤੁਹਾਡੇ ਕੋਲ? ਹਾਂਜੀ ਹਾਂਜੀ ਹੈਗਾ, ਮੈਨੂੰ ਉਹਨਾਂ ਨੇ ਗਰੁੱਪ ਦੇ ਵਿੱਚ ਭੇਜਿਆ ਸੀਗਾ, ਹਾਂਜੀ ਲਿੰਕ ਉਹਨੂੰ ਵੀ ਪਹਿਲਾਂ ਭੇਜਿਆ ਸੀਗਾ ਤੇ ਹਾਂਜੀ ਤੁਸੀਂ ਉਹਨੂੰ ਉਹਦੇ ਥਰੂ ਕਰ ਲਓ ਤੇ 20% 6 ਮੰਥ ਲਈ ਤੁਹਾਨੂੰ ਡਿਸਕਾਊਂਟ ਮਿਲ ਜਾਏਗਾ ਉਹ। ਆਪਾਂ ਪਲੈਟੀਨਮ ਹੀ ਕਰਨਾ ਹੁੰਦਾ ਹੈ ਕਿ ਉਹਦੇ ਚ ਇੱਕ ਡਾਇਮੰਡ ਵੀ ਸੀਗਾ ਭਾਜੀ? ਨਹੀਂ ਨਹੀਂ ਪਲੈਟੀਨਮ ਹੀ ਕਰਨਾ ਆਪਾਂ। ਓਕੇ ਜੀ। ਅੱਛਾ, ਹਾਂਜੀ ਸੈਕਿੰਡ ਥਿੰਗ ਮੈਂ ਪੁੱਛਣੀ ਸੀਗੀ, ਮੈਂ ਨਾ ਅਕਾਊਂਟ Amazon ਸੈਲਰ ਦਾ ਮੇਰਾ ਬਣਿਆ ਹੋਇਆ ਹੈ, ਹਾਂਜੀ ਪਰ ਉਹਦੇ ਵਿੱਚ ਜਦੋਂ ਅਸੀਂ ਅਕਾਊਂਟ ਇਨਫੋ ਦੇ ਵਿੱਚ ਜਾ ਕੇ ਮੈਨੇਜ ਕਰਦੇ ਹਾਂ ਨਾ ਕਿ ਜੇ ਪ੍ਰੋਫੈਸ਼ਨਲ ਦੇ ਵਿੱਚ ਚੇਂਜ ਕਰਨਾ ਆ ਹਾਂਜੀ ਤੇ ਉਹ ਆਈ ਥਿੰਕ ਮੈਨੂੰ ਆਪਸ਼ਨਸ ਹੀ ਨਹੀਂ ਆ ਰਹੀਆਂ। ਮੈਂ ਤੁਹਾਨੂੰ ਉਹਦਾ ਆ ਦੇਖੋ ਮੈਂ ਤੁਹਾਨੂੰ ਸਕਰੀਨ ਤੇ ਦਿਖਾਉਣਾ। ਤੁਸੀਂ ਦੇਖ ਰਹੇ ਮੇਰੀ ਸਕਰੀਨ? ਹਾਂਜੀ ਹਾਂਜੀ ਅਕਾਊਂਟ ਇਨਫੋ ਚ ਗਏ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਲੈਫਟ ਸਾਈਡ ਤੇ ਹੁੰਦਾ ਨਾਰਮਲੀ, ਮੈਂ ਦਿਖਾ ਦਿੰਦਾ ਤੁਹਾਨੂੰ ਇੱਕ ਵਾਰੀ। ਅੱਛਾ ਇਹਨਾਂ ਨੇ ਰੀਸੈਂਟਲੀ ਚੇਂਜ ਕਰ ਦਿੱਤਾ, ਹਾਂਜੀ ਇਸ ਤਰੀਕੇ ਨਾਲ ਕੁਝ। ਚੇਂਜ ਹੋ ਗਿਆ ਹੋਇਆ। ਓਕੇ ਲੈਟ ਮੀ ਹੈਵ ਅ ਲੁੱਕ, ਜਸਟ 1 ਸੈਕਿੰਡ। ਸਟੋਰ ਇਨਫੋ। ਮੈਂ ਤੁਹਾਨੂੰ ਨਾ WhatsApp ਤੇ ਇੱਕ ਫੋਟੋ ਭੇਜੀ ਸੀ, ਮੇਰੇ ਕੁਝ ਯੂਰੋਪੀਅਨ ਕਰਕੇ ਆ ਰਿਹਾ ਹੈ ਨਾ ਕਿ ਯੂਰੋਪੀਅਨ ਲਾਅ ਸਮਥਿੰਗ ਲਾਈਕ। ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੁਬਾਰਾ ਤੁਸੀਂ ਰੀਸੈਂਡ ਕਰ ਮੈਨੂੰ ਦਿੰਦਾ ਤੁਹਾਡੇ WhatsApp ਸਕਰੀਨਸ਼ਾਟ ਤੇ। ਭੇਜ ਦਿਓ, ਕਿਉਂਕਿ ਮੇਰੇ ਕੋਲ 3 Amazon ਦੇ ਅਕਾਊਂਟ ਹੈ ਤਾਂ ਮੈਂ ਮਾਸਟਰ ਅਕਾਊਂਟ ਨਹੀਂ ਯੂਜ਼ ਕਰਦਾ ਕਦੇ ਵੀ। ਸੋ ਮੇਰੇ ਕੋਲ ਅੱਛਾ ਜੀ। ਮਾਸਟਰ ਨਹੀਂ ਹੈ, ਮੇਰੇ ਕੋਲ ਪਰਮਿਸ਼ਨ ਅਕਾਊਂਟ ਹੈ। ਸੋ ਤੁਸੀਂ ਮੈਨੂੰ ਭੇਜ ਦਿਓ, ਮੈਂ ਤੁਹਾਨੂੰ ਦੱਸ ਦਿੰਦਾ ਵੀ ਕੀ ਕਰਨਾ ਉਹਦੇ ਵਿੱਚ। ਮੈਂ ਹੁਣ ਤੁਹਾਨੂੰ ਦੁਬਾਰਾ ਇੱਕ ਫੋਟੋ ਭੇਜੀ ਹੈ ਤੁਹਾਡੇ ਨੰਬਰ ਦੇ ਉੱਪਰ ਹੀ, ਅਗਰ ਪਲੀਜ਼ ਤੁਸੀਂ ਚੈੱਕ ਕਰ ਸਕੋ ਤਾਂ। ਹਾਂਜੀ ਉਹਦੇ ਜਦੋਂ ਮੈਂ ਆਪਣੀ ਅਕਾਊਂਟ ਇਨਫੋ ਇਹਦਾ ਖੋਲਦਾ ਹੈ ਤੇ ਮੇਰੇ ਉੱਪਰ ਇਹ ਆਉਂਦਾ ਹੈ ਕਿ ਲਾਈਕ ਯੂਰੋਪੀਅਨ ਲਾਅ ਰਿਕੁਆਇਰ ਅਸ ਐਜ਼ ਅ ਪੇਮੈਂਟ ਪ੍ਰੋਵਾਈਡਰਸ ਐਂਡ ਆਲ। ਨਹੀਂ ਨਹੀਂ ਆਪਾਂ ਤਾਂ ਯੂਰਪ ਦੇ ਵਿੱਚ ਆਪਾਂ ਸੈਲ ਹੀ ਨਹੀਂ ਕਰਨਾ। ਸੋ ਤੁਸੀਂ ਹਾਂਜੀ ਤੁਸੀਂ ਸਟੋਰ ਇਨਫੋ ਜਾਂ ਬਿਜ਼ਨਸ ਇਨਫੋਰਮੇਸ਼ਨ ਦੇ ਜਾਂ ਅਕਾਊਂਟ ਮੈਨੇਜਮੈਂਟ ਦੇ ਆਪਸ਼ਨ ਹੋਏਗਾ ਕਿ ਤੁਸੀਂ ਇੰਡੀਵਿਜੂਅਲ ਦੇ ਵਿੱਚ ਉਹਨੂੰ ਚੇਂਜ ਕਰ ਸਕਦੇ ਹੋ।
ਜਾਂ ਬਟ ਤੁਸੀਂ ਮੈਂ ਜਾਂ ਤੁਸੀਂ ਕੀ ਕਰਿਓ ਸਾਗਰ ਜੀ, ਤੁਸੀਂ ਕੀ ਕਰਨਾ ਹੈ, ਸਰਚ ਤੇ ਜਾਣਾ ਆ, ਜਿਹੜਾ ਸਰਚ ਦਾ ਆਪਸ਼ਨ ਹੈ ਹਾਂਜੀ ਤੁਸੀਂ ਇੱਥੇ ਟਾਈਪ ਕਰਨਾ ਹੈ ਚੇਂਜ ਮਾਈ seller account to individual। ਇੰਡੀਵਿਜੂਅਲ ਤਾਂ ਹੈਗਾ ਆ, ਥਿੰਕ ਸੋ ਪ੍ਰੋਫੈਸ਼ਨਲ ਕਰਨਾ ਮੈਂ, ਓਕੇ, ਮਤਲਬ ਚੈੱਕ ਕਰ ਰਿਹਾ ਸੀ ਕਿ ਮੈਂ ਕਿੱਦਾਂ ਕਰੂੰਗਾ, ਸੌਰੀ। ਪ੍ਰੋਫੈਸ਼ਨਲ ਕਰਨਾ ਤਾਂ ਪ੍ਰੋਫੈਸ਼ਨਲ, ਜਦੋਂ ਤੁਸੀਂ ਟਾਈਪ ਕਰੋਗੇ ਤਾਂ ਨਾਰਮਲੀ ਇੱਥੇ ਹਾਈਪਰਲਿੰਕ ਆ ਜਾਂਦਾ ਹੁੰਦਾ, ਬਸ ਉਹ ਕਲਿੱਕ ਕਰਕੇ ਚੇਂਜ ਹੋ ਜਾਂਦਾ ਹੈ। ਆ ਰਿਹਾ ਸਵਿਚ ਟੂ ਪ੍ਰੋਫੈਸ਼ਨਲ ਸੈਲਿੰਗ ਪਲਾਨ, ਆ ਲਿਖਿਆ ਆ ਰਿਹਾ ਇੱਥੇ। ਜੀ ਜੀ ਜੀ, ਇਹਦੇ ਤੇ ਓਕੇ। ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਹਦੇ ਇੱਥੇ ਆ ਦੇਖੋ ਐਰੋ ਬਣਿਆ ਹੋਇਆ, ਤੁਹਾਨੂੰ ਇਹ ਉੱਥੇ ਲੈ ਜਾਏਗਾ ਉਸ ਸਕਰੀਨ ਦੇ ਉੱਤੇ, ਤੇ ਮੈਂ ਉਹਦੇ ਤੇ ਕਲਿੱਕ ਕੀਤਾ ਤਾਂ ਆ ਨਵੀਂ ਵਿੰਡੋ ਖੋਲ ਲਈ, ਤੇ देयर यू गो ਪ੍ਰੋਫੈਸ਼ਨਲ ਐਂਡ ਇੰਡੀਵਿਜੂਅਲਸ। ਹੁਣ ਮੇਰਾ ਕਿਉਂਕਿ ਰਾਈਟ ਨਾਓ ਮੇਰਾ ਪ੍ਰੋਫੈਸ਼ਨਲ ਪਲਾਨ ਆ, ਤਾਂ ਮੈਨੂੰ ਇੱਥੇ ਆ ਰਿਹਾ ਦੇਖੋ ਸਵਿਚ ਟੂ ਇੰਡੀਵਿਜੂਅਲ ਸੈਲਿੰਗ ਪਲਾਨ, ਜੀ ਜੀ ਤਾਂ ਜੀ ਜੀ, ਤੁਹਾਡੇ ਓਕੇ ਆਏਗਾ ਸਵਿਚ ਟੂ ਪ੍ਰੋਫੈਸ਼ਨਲ ਪਲਾਨ, ਦੈਟਸ ਇਟ। ਓਕੇ, ਠੀਕ ਹੈ। ਹਾਂਜੀ, ਇੰਨਾ ਹੀ ਕੰਮ ਹੈ। ਆਲਰਾਈਟ, ਹਾਂਜੀ, ਠੀਕ ਹੈ ਭਾਜੀ, ਥੈਂਕ ਯੂ ਸੋ ਮਚ। no worries। ਮੈਂ ਇਹ ਚੀਜ਼ ਟਰਾਈ ਕਰਦਾ ਹਾਂ। ਠੀਕ ਹੈ ਜੀ। ਫॉर ਸਮ ਰੀਜ਼ਨ ਅੱਜ ਬਹੁਤ ਘੱਟ ਸਟੂਡੈਂਟ ਨੇ, ਨਾਰਮਲੀ ਆਈ ਥਿੰਕ ਆਪਣੇ 25 to 30 ਹੋ ਜਾਂਦੇ ਆ। ਓਕੇ, ਭਾਈ ਮੈਨੂੰ ਲੱਗਦਾ ਕਈ ਪੁੱਛ ਵੀ ਰਹੇ ਆ ਲਿੰਕ ਦਾ ਜੁਆਇਨ ਕਰਨ ਦਾ ਵੀ, ਤੁਸੀਂ ਪਲੀਜ਼ ਮੇਰੇ ਕੋਲ ਲੇਟ ਹੈ। ਉਹ ਭੇਜਤਾ ਮੈਂ ਲਿੰਕ। ਥੈਂਕ ਯੂ ਭਾਜੀ। ਜਸਕਰਨ ਜੀ, ਹਾਊ ਯੂ ਗੋਇੰਗ? ਹਾਂਜੀ, ਜਸਪਾਲ ਬੋਲ ਰਿਹਾ, ਠੀਕ ਸੌਰੀ ਠਾਕ ਸੌਰੀ ਵਧੀਆ। ਸੌਰੀ ਜਸਪਾਲ ਜੀ, ਮੇਰੇ ਕੋਲ ਸਟਿਲ ਤੁਹਾਡਾ ਨੰਬਰ ਜਸਕਰਨ ਤੇ ਸੇਵ ਹੈ। ਅੱਛਾ ਅੱਛਾ, ਉਹ ਕਿੰਨੀ ਜਸਪਾਲ। ਹਾਂਜੀ, ਆਪਣਾ ਠੀਕ ਹੈ। ਲਿਸਟਿੰਗਾਂ ਸਟਾਰਟ ਕਰਤੀਆਂ ਮੈਂ, ਤੇ ਬਾਕੀ ਪ੍ਰੋਡਕਟਸ ਜਿਹੜੇ ਹੈਗੇ ਆ ਉਹ ਮੇਰੇ ਖਿਆਲ ਵੀਰਵਾਰ ਤੱਕ ਰੈਡੀ ਹੋ ਜਾਣਗੇ, ਕਹਿੰਦੀ ਸੀ ਕੈਥਰੀਨ। ਅੱਛਾ ਜੀ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਮੈਂ ਪੁੱਛਣਾ ਸੀਗਾ ਆਪਣਾ ਕਿਸ ਤਰ੍ਹਾਂ ਆਪਣਾ, ਅਗਰ ਮੈਂ, ਕਿਉਂਕਿ ਮੈਂ ਤਾਂ ਪਰਥ ਰਹਿਣਾ, ਲੇਕਿਨ ਇੱਥੇ ਉਹ ਮੇਰੇ ਖਿਆਲ ਕਾਫੀ ਐਕਸਪੈਂਸਿਵ ਹੈ। ਅਗਰ ਮੈਂ ਮੈਲਬਨ ਜਾਂ ਸਿਡਨੀ ਅਗਰ FBA ਕਰਨਾ ਹੋਏ ਤੇ ਉਹ ਚੇਂਜ ਕਰ ਸਕਦਾ ਨਾ ਮੈਂ ਆਪਣਾ ਸਟੋਰ? ਰਾਈਟ ਨਾਓ ਜਸਪਾਲ ਜੀ ਪ੍ਰੋਬਲਮ ਇਹ ਹੈ ਕਿ ਜਦੋਂ Q4 ਆਉਂਦਾ ਉਦੋਂ Amazon ਉਹਨੂੰ ਚੇਂਜ ਕਰਨਾ ਬੰਦ ਕਰ ਦਿੰਦਾ। ਓਕੇ, ਤੁਸੀਂ ਇੱਕ ਵਾਰੀ ਰਿਕੁਐਸਟ ਜ਼ਰੂਰ ਪਾਇਓ ਹੈਲਪ ਦੇ ਵਿੱਚ ਜਾ ਕੇ, ਅੱਛਾ ਕ੍ਰੀਏਟ ਕਰਿਓ ਕਿ ਆਈ ਵਾਂਟ ਟੂ ਚੇਂਜ ਮਾਈ ਫੁਲਫਿਲਮੈਂਟ ਸੈਂਟਰ ਟੂ ਮੈਲਬਨ, ਅੱਛਾ ਤੇ ਤੁਸੀਂ ਇੱਕ ਵਾਰੀ ਕਰਕੇ ਦੇਖਿਓ, ਇੱਕ ਵਾਰੀ ਸਿਡਨੀ ਦੀ ਰਿਕੁਐਸਟ ਪਾਇਓ, ਇੱਕ ਵਾਰੀ ਮੈਲਬਨ ਦੀ ਪਾਇਓ, ਤਾਂ ਦੇਖਿਓ ਕੀ ਕਹਿੰਦੇ ਆ। ਕਈ ਵਾਰ ਕਰ ਦਿੰਦੇ ਆ, ਕਈ ਵਾਰ ਨਹੀਂ ਕਰਦੇ, ਡਿਪੈਂਡਸ ਔਨ ਕਿ ਉਹਨਾਂ ਕੋਲ ਕਿੰਨੀ ਸਪੇਸ ਹੈ। ਰਾਈਟ ਰਾਈਟ, ਠੀਕ ਹਾਂਜੀ ਠੀਕ ਠੀਕ। ਅੱਛਾ, ਇੱਕ ਮੈਂ ਪੁੱਛਣਾ ਸੀ, ਆ ਜਿਹੜੇ ਅਸੀਂ GS1 ਬਾਰਕੋਡ ਲਿੱਤੇ ਹੋਏ ਆ ਤੇ ਅਸੀਂ ਐਲੋਕੇਟ ਕੀਤੇ ਹੋਏ ਆ ਆਪਣੇ ਹਰੇਕ ਪ੍ਰੋਡਕਟ ਨੂੰ, ਹਾਂਜੀ ਤੇ ਆਪਾਂ ਜੇ ਅਗਰ ਇਨ ਫਿਊਚਰ ਜਿਹੜਾ ਉਹ ਪ੍ਰੋਡਕਟ ਅਸੀਂ ਡਿਸਕੰਟੀਨਿਊ ਕਰਨਾ ਹੈ ਤੇ ਉਹ ਹਾਂਜੀ। ਫਿਰ ਉਹ ਵੀ ਨਾਲ ਹੀ ਉਹਦਾ ਖਤਮ ਹੋ ਜਾਏਗਾ, ਜਾਂ ਅਸੀਂ ਉਹਨੂੰ ਰੀਯੂਜ਼ ਕਰ ਸਕਦੇ ਹਾਂ ਉਸ ਨਹੀਂ, ਬਾਰਕੋਡ ਨੂੰ? ਉਹਨੂੰ ਆਈ ਥਿੰਕ ਤੁਸੀਂ ਰੀਯੂਜ਼ ਨਹੀਂ ਕਰ ਸਕਦੇ, ਕਿਉਂਕਿ ਉਹ ਇੱਕ ਪਾਰਟਿਕੂਲਰ ਨੋਡ ਦੇ ਉੱਤੇ ਅਸਾਈਨ ਹੋ ਜਾਂਦਾ। ਅੱਛਾ, ਹਾਂਜੀ ਹਾਂਜੀ, ਉਹ ਉਸੇ ਪ੍ਰੋਡਕਟ ਨੂੰ ਅਸਾਈਨ ਰਹਿੰਦਾ। ਉਹ ਮੈਂ ਰეკਮੈਂਡ ਵੀ ਨਹੀਂ ਕਰਦਾ, ਕਿਉਂਕਿ ਕੀ ਹੁੰਦਾ ਵੀ ਜੇ ਤੁਸੀਂ ਉਹ ਕਦੇ ਯੂਜ਼ ਕਰਕੇ ਕ੍ਰੀਏਟ ਕਰ ਵੀ ਲਿਆ ਤਾਂ Amazon ਕੀ ਕਰਦਾ, ਉਹਨੂੰ ਲਿੰਕ ਕਰ ਦਿੰਦਾ। ਉਹ ਤੁਹਾਨੂੰ ਕਈ ਵਾਰ ਐਰਰ ਨਹੀਂ ਆ ਜਾਂਦਾ ਕਿ ਹਾਂਜੀ 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 ਪ੍ਰੋਡਕਟ ਆਲਰੇਡੀ ਐਗਜ਼ਿਸਟ ਕਰਦਾ ਇਸ ਨੰਬਰ ਦੇ ਨਾਲ, ਵੀ ਤੁਸੀਂ ਇਹ ਲਿਸਟ ਕਰੋ, ਤਾਂ ਫਿਰ ਉਹ ਪ੍ਰੋਬਲਮ ਆ ਜਾਂਦੀ ਹੈ। ਠੀਕ ਹੈ, ਠੀਕ ਠੀਕ। ਹਾਂਜੀ, ਸੋ ਇੱਕ ਚੀਜ਼ ਮੈਂ ਸ਼ੇਅਰ ਕਰਨੀ ਸੀ ਕਿ ਪਰਮਿੰਦਰ ਜੀ ਹੈਜ਼ launched some products on wholesale। I think ਪਰਮਿੰਦਰ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਐਂਡ ਸਮ ਇਨਸਾਈਟਸ ਕਿ ਜੋ ਤੁਸੀਂ ਫੀਲ ਕਰ ਰਹੇ ਹੋ। ਆਈ ਥਿੰਕ ਯੂ ਆਰ ਵਨ ਆਫ ਆਰ ਫਿਊ ਮੈਂਬਰਸ ਇਨ ਦ ਕਮਿਊਨਿਟੀ ਜਿਨ੍ਹਾਂ ਨੂੰ ਇਨੀਸ਼ੀਅਲ ਟਰੈਕਸ਼ਨਸ ਮਿਲ ਰਹੀਆਂ ਨੇ, even in terms of private label and even in terms of wholesale। I think you're on a really good track। I think Parminder, Akshay, Jasmine, they will be some of our students ਜਿਹਨਾਂ ਦੀ ਇਸ Christmas ਦੇ ਉੱਤੇ I'm pretty sure that they're gonna hit $10,000 to $20,000 in sales per month। So please share your experience ਤਾਂ ਕਿ ਤੁਸੀਂ ਬਹੁਤ ਪ੍ਰਿਸਾਈਜ਼ ਰੱਖਿਓ ਸਾਰੇ ਸਟੂਡੈਂਟਸ ਵਾਸਤੇ ਕਿ what is the exact thing which makes you move, ਕਿ ਜਿਹੜਾ ਪ੍ਰੋਸੈਸ ਤੁਸੀਂ ਫੋਲੋ ਕਰ ਰਹੇ ਹੋ ਕਿ ਤੁਸੀਂ you are able to launch 3 to 4 products a month। ਸੋ ਮੈਂ ਸਾਰੇ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਇਹ ਪਾਉਣਾ ਚਾਹੁੰਦਾ ਵੀ rather than focusing on the smaller problems like registering a business name, registering a logo, registering your trademark, ਜਾਂ ਫਿਰ ਆਪਣੀ ਸਪੈਸ਼ਲਾਈਜ਼ਡ ਪੈਕੇਜਿੰਗ ਬਣਾਉਣਾ, ਜਾਂ ਉਹਨਾਂ ਚੀਜ਼ਾਂ ਤੇ ਫੋਕਸ ਕਰਨ ਨਾਲੋਂ ਸਾਡਾ ਏਮ ਹੈ 100 products in the next 2 years। So can you please put some insight ਕਿ ਸਾਨੂੰ ਸਟ੍ਰੇਟ ਫਾਰਵਰਡ ਜਿਹੜਾ ਹੈ ਮੋਰ ਐਂਡ ਮੋਰ ਪ੍ਰੋਡਕਟ ਲਾਂਚ ਕਰਨੇ ਆ ਅਗਰ ਆਪਾਂ ਇਸ ਮਾਡਲ ਦੇ ਵਿੱਚ ਸਕਸੈਸਫੁਲ ਹੋਣਾ ਹੈ। ਹਾਂਜੀ ਭਾਈ, ਮੈਨੂੰ ਬਾਹਲਾ ਤਾਂ ਨਹੀਂ ਪਤਾ, ਐਵੇਂ ਕਹਾਂ ਕਹਿ ਸਕਦਾ। ਬਸ ਤੁਸੀਂ ਜਿਹੜਾ ਮੈਂ ਵੀਡੀਓਜ਼ ਤੋਂ ਹੀ ਦੇਖਿਆ ਮੋਸਟਲੀ ਤਾਂ
ਤੇ ਫਿਰ ਉਹਦੇ ਵਿੱਚ ਮੇਨ ਇੰਪੋਰਟੈਂਟ ਪਾਰਟ ਤਾਂ ਮੈਨੂੰ ਇਹੀ ਲੱਗਾ ਸੀਗਾ ਵੀ ਨੋਟਸ ਬਣਾਉਣੇ ਹਾਂਜੀ ਤੇ ਬਾਰ-ਬਾਰ ਵੀਡੀਓਜ਼ ਦੇਖਣੀਆਂ ਤੇ ਕਿਉਂਕਿ ਇੱਕ ਜੱਜ ਕਰਨਾ ਹੁੰਦਾ ਵੀ ਤੁਹਾਡੇ ਲਈ ਇੰਪੋਰਟੈਂਟ ਕੀ ਇਹਦੇ ਵਿੱਚ, ਹਾਂਜੀ ਕਿਉਂਕਿ ਕਈ ਜਿੱਦਾਂ ਹੁਣ ਲਿਸਟਿੰਗ ਆਪ ਬਣਾਉਣੀਆਂ ਚਾਹੁੰਦੇ ਨੇ, ਸੌਰੀ ਕਿਸੇ ਤੋਂ ਬਣਵਾਉਣਾ ਚਾਹੁੰਦੇ ਨੇ, ਮੈਂ ਸਾਰੀਆਂ ਆਪ ਬਣਵਾਈਆਂ ਨੇ, ਮਤਲਬ ਹਾਂਜੀ ਆਪ ਖੁਦ ਕੀਤੀਆਂ। ਤੇ ਮੈਂ ਇੱਕ ਦੋ ਇਮੇजेस ਲਈਆਂ ਬਾਹਰੋਂ ਤੇ ਮੈਨੂੰ ਕੁਆਲਿਟੀ ਵੀ ਉਹਨਾਂ ਦੀ ਸਬਸਟੈਂਡਰਡ ਲੱਗੀ ਤੇ ਮੈਂ ਆਪ ਖੁਦ ਆਈਟੀ ਜਦੋਂ ਮੈਂ ਥੋੜੀ ਜਿਹੀ ਡਿਜ਼ਾਈਨਿੰਗ ਕਰ ਲੈਣਾ ਤੇ ਮੈਂ ਇਮੇजेस ਵੀ 90% ਆਪ ਹੀ ਬਣਾਈਆਂ ਨੇ। ਹਾਂਜੀ ਠੀਕ ਹੈ, ਤੇ ਫੋਕਸ ਮੇਨ ਕਰਨਾ ਹੈ ਕਿ ਤੁਸੀਂ ਪ੍ਰੋਡਕਟ ਕਿਹੜਾ ਸੈੱਲ ਕਰਨਾ, ਕਿਉਂਕਿ ਜੇ ਤੁਹਾਡਾ ਪ੍ਰੋਡਕਟ ਵਧੀਆ ਹੈ ਤੇ ਮਾਰਕੀਟ ਉਹ ਨੀਸ਼ ਵਿੱਚ ਹੈਗਾ ਆ ਵੀ ਸੈੱਲ ਹੋ ਰਿਹਾ ਆ, ਦੈਟਸ ਦਾ ਇੰਪੋਰਟੈਂਟ ਪਾਰਟ। ਕਿ ਨੇਮ ਕੀ ਆ ਜਾਂ ਲੋਗੋ ਕਿਵੇਂ ਆ ਤੇ ਜਾਂ ਭਈ ਤੁਸੀਂ ਮਤਲਬ ਕੀ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ। ਇਹ ਲੌਂਗਰ ਟਰਮ ਗੱਲਾਂ ਨੇ, ਮਤਲਬ ਜਦੋਂ ਤੁਸੀਂ ਇੱਕ ਵਾਰ ਤੁਸੀਂ ਇਸਟੈਬਲਿਸ਼ ਕਰ ਲਿਆ ਬ੍ਰਾਂਡ ਹਾਂਜੀ ਤੇ ਤੁਸੀਂ ਉਸ ਤੋਂ ਬਾਅਦ ਆਈ ਥਿੰਕ ਕਰ ਸਕਦੇ। ਦੈਟਸ ਮਾਈ ਪਰਸਨਲ ਓਪੀਨੀਅਨ, ਅਗੇਨ ਸਾਰਿਆਂ ਦਾ ਡਿਫਰੈਂਟ ਹੋ ਸਕਦਾ ਆ। ਹਾਂਜੀ ਹੋਲਸੇਲ ਦਾ ਵੀ ਇਵੇਂ ਹੀ ਆ ਵੀ ਫੋਕਸ ਕਰਨਾ ਵੀ ਤੁਸੀਂ ਕਿਹੜਾ ਰਿਸਰਚ ਮੇਨ ਸਭ ਤੋਂ ਇੰਪੋਰਟੈਂਟ ਪਾਰਟ ਹੈ ਮੈਨੂੰ ਲੱਗਦਾ ਰਿਸਰਚ। ਹੂੰ ਤੇ ਰਿਸਰਚ ਕਰੋ ਤੁਸੀਂ, ਮੇਨ ਉਹ ਤੇ ਟਾਈਮ ਜ਼ਿਆਦਾ ਸਪੈਂਡ ਕਰੋ, ਨਾ ਕਿ ਬਿਜ਼ਨਸ ਨੇਮ ਤੇ ਜਾਂ ਬਿਜ਼ਨਸ ਸਟ੍ਰੇਟਵੇ ਰਜਿਸਟਰ ਕਰਾਉਣ ਦੀ ਲੋੜ ਨਹੀਂ। ਮੈਂ ਆਪਣਾ ਈ ਡਰਾਈਵ ਐਸੈਂਸ਼ੀਅਲ ਹਜੇ ਤੱਕ ਨਹੀਂ ਕਰਵਾਇਆ ਬਾਏ ਦਾ ਵੇ, ਹਾਂਜੀ ਤੇ ਮੈਂ ਦੂਸਰਾ ਵੀ ਲਾਂਚ ਕਰ ਦਿੱਤਾ ਵੈਲਨੈਸ ਵਿਸਪਰ, ਪਰ ਹੂੰ ਉਹੀ ਮੇਨ ਚੀਜ਼ ਆ ਪ੍ਰੋਡਕਟ ਤੁਹਾਡਾ। ਬਿਲਕੁਲ। ਔਰ ਮੈਂ ਦੂਜੀ ਪ੍ਰੋਡਕਟ ਚੀਜ਼ ਇੱਥੇ ਇੱਕ ਮੈਟਰ। ਮੈਂ ਅੱਜ ਬ੍ਰੇਨਸਟਾਰਮਿੰਗ ਸੈਸ਼ਨ ਰੱਖਿਆ ਕਿਉਂਕਿ ਆਪਾਂ ਇਨਸਾਈਟਸ ਦਾ ਹਰ ਕਲਾਸ ਦੇ ਵਿੱਚ ਕਰਦੇ ਹਾਂ, ਪਰ ਸੌਰੀ ਮੈਂ ਰਿਕਾਰਡਿੰਗ ਨਹੀਂ ਸਟਾਰਟ ਕੀਤੀ ਆਈ ਥਿੰਕ। ਜਸਟ 1 ਸੈਕਿੰਡ। ਨਾ ਭਾਜੀ ਸਟਾਰਟ ਹੈਗੀ ਹੈ ਰਿਕਾਰਡਿੰਗ। ਹਾਂਜੀ ਹੋ ਰਹੀ ਭਾਜੀ ਹੈ? ਆਲਰੇਡੀ ਰਿਕਾਰਡ ਹੋ ਓਕੇ ਗਈ। ਓਕੇ ਦੈਟਸ ਗੁੱਡ। ਸੋ ਮੈਂ ਇਸੇ ਕਰਕੇ ਇੱਥੇ ਫੋਕਸ ਕੀਤਾ ਸੀਗਾ ਇਸ ਸੈਸ਼ਨ ਤੇ। ਮੈਂ ਕਰਨਾ ਸੀ ਕਿ ਇੱਕ ਚੀਜ਼ ਹੁਣ ਤੁਸੀਂ ਮੈਂਸ਼ਨ ਕੀਤੀ ਵੀ ਤੁਸੀਂ ਸੈਕਿੰਡ ਬ੍ਰਾਂਡ ਵੀ ਲਾਂਚ ਕਰ ਦਿੱਤਾ ਹੋਇਆ ਆਲਰੇਡੀ, ਰਾਈਟ? ਸੋ ਹਾਂਜੀ ਮੈਂ ਇਹੀ ਅੱਜ ਦੀ ਕਲਾਸ 'ਚ ਇੱਕ ਹੋਰ ਫੋਕਸ ਜੋ ਮੈਂ ਦੇਖ ਰਿਹਾ ਆਪਣੇ ਸਟੂਡੈਂਟਸ ਜਿੰਨੇ ਵੀ ਐਵਰੀਵਨ ਇਜ਼ ਪਲੇਸਿੰਗ ਦੀ ਆਰਡਰਸ, ਦੈਟਸ ਰੀਅਲੀ ਗੁੱਡ, ਐਵਰੀਵਨ ਇਜ਼ ਔਨ ਅ ਰਾਈਟ ਟਰੈਕ। ਐਂਡ ਕਾਫੀ ਸਟੂਡੈਂਟਸ ਨੇ ਜਿਹੜਾ ਆ ਉਹ ਕ੍ਰਿਸਮਸ ਦੇ ਨੇੜੇ ਲਾਂਚ ਵੀ ਕਰ ਲੈਣਾ, ਸੋ ਵਿਚ ਇਜ਼ ਦਾ ਪਰਫੈਕਟ ਟਾਈਮਿੰਗ ਟੂ ਐਂਟਰ ਇਨਟੂ ਦ ਮਾਰਕੀਟ। ਸੋ ਇਟਸ ਅ ਮੈਸੇਜ ਫॉर ਆਲ ਆਫ ਅਸ ਜਿਨ੍ਹਾਂ ਨੇ ਹਲੇ ਸਟਿਲ ਲਾਂਚ ਨਹੀਂ ਕੀਤਾ ਕਿ ਯੋਰ ਐਕਸ਼ਨਸ ਵਿਲ ਸਪੀਕ ਅਬਾਊਟ ਦ ਰਿਜ਼ਲਟਸ। ਕਿਉਂਕਿ ਜਦੋਂ ਆਪਾਂ ਕੋਈ ਨਵੀਂ ਫੀਲਡ ਨੂੰ ਚੂਜ਼ ਕਰਦੇ ਹਾਂ, ਵੈਨ ਵੀ ਐਂਟਰ ਇਨਟੂ ਅ ਨਿਊ ਫੀਲਡ, ਜਦੋਂ ਆਪਾਂ ਨਵੇਂ ਡਿਸੀਜਨਸ ਲੈਂਦੇ ਹਾਂ, ਦੇਰ ਇਜ਼ ਆਲਵੇਜ਼ ਅ ਰੈਜ਼ਿਸਟੈਂਸ। ਆਪਣੇ ਮਾਈਂਡ ਦੇ ਵਿੱਚ ਵੀ ਰੈਜ਼ਿਸਟੈਂਸ ਹੁੰਦੀ ਹੈ, ਆਪਣੇ ਐਜ਼ ਅ ਹਿਊਮਨ ਬੀਇੰਗ ਜਿਹੜਾ ਅੰਦਰ ਹਿਊਮਨ ਬੀਇੰਗ ਆ ਉਹ ਵੀ ਰੈਜ਼ਿਸਟ ਕਰਦਾ ਚੇਂਜ ਨੂੰ। ਸੋ ਜਿੱਦਾਂ ਪਰਮਿੰਦਰ ਜੀ ਜਾਂ even Jasmine is not here, she's she has already ordered 15 more products I think, and then ਉਸ ਤੋਂ ਬਾਅਦ I think Akshay has already launched. So ਜਿੰਨੀ ਛੇਤੀ ਤੁਸੀਂ ਡਿਸੀਜਨਸ ਲਓਗੇ ਇਸ ਬਿਜ਼ਨਸ ਦੇ ਵਿੱਚ, ਲਾਈਕ 50 ਯੂਨਿਟਸ, ਕੋਈ ਛੋਟੇ ਪ੍ਰੋਡਕਟਸ ਆ ਤਾਂ ਉਹਨੂੰ ਏਅਰ ਫ੍ਰੇਟ ਕਰਾ ਲਓਗੇ ਤੁਸੀਂ। ਆਈ ਥਿੰਕ ਪਰਮਿੰਦਰ ਜੀ ਲਾਸਟ ਵੀਕ ਯੂ ਰੀਚਡ ਆਊਟ ਟੂ ਮੀ, ਤੁਸੀਂ ਮੈਨੂੰ ਦੱਸਿਆ ਕਿ ਯੂ ਆਰਡਰਡ ਆਈ ਥਿੰਕ ਕਾਸਟਰ ਆਇਲ ਬੋਟਲਸ, ਰਾਈਟ? ਸੋ ਉਹ ਤੁਸੀਂ ਹਾਂਜੀ ਚਾਈਨਾ ਤੋਂ ਆਰਡਰ ਕਰ ਲਿਆ, ਸਟਾਕ ਤੁਸੀਂ ਇੱਥੋਂ ਬਾਏ ਕਰ ਲਿਆ, ਐਂਡ ਵਿਦਿਨ ਅ ਵੀਕ ਯੂ ਵਿਲ ਰਿਸੀਵ ਦ ਬੋਟਲਸ ਐਂਡ ਯੂ ਵਿਲ ਸਟਾਰਟ ਸੈਲਿੰਗ। ਸੋ ਇੱਦਾਂ ਦੇ ਹਾਂਜੀ ਡਿਸੀਜਨ ਜਿਹੜੇ ਨੇ ਉਹ ਤੁਹਾਨੂੰ ਅੱਗੇ ਲੈ ਕੇ ਜਾਣਗੇ। ਜਿੰਨੀ ਛੇਤੀ ਤੁਸੀਂ ਸੈਲਿੰਗ ਦਾ ਐਕਸਪੀਰੀਅੰਸ ਕਰੋਗੇ, ਆਈ ਥਿੰਕ ਉਨੀ ਛੇਤੀ ਜਿਹੜਾ ਆ ਇਹਦੇ ਵਿੱਚ ਤੁਹਾਡਾ ਜਿਹੜਾ ਮੋਰਾਲ ਹੈ ਉਹ ਵਧੇਗਾ। ਉਹੀ ਮੋਰਾਲ ਤੁਹਾਨੂੰ ਅੱਗੇ ਐਕਸ਼ਨਸ ਜਿਹੜੇ ਲੈਣ ਲਈ ਪੁਸ਼ ਕਰੇਗਾ। ਸੋ ਇੱਕ ਵਾਰੀ ਮੈਂ ਹੋਰ ਇਹਦੇ ਵਿੱਚ ਐਡ ਕਰ ਦਵਾਂ, ਹਾਂਜੀ ਜਿਹੜੀ ਤੁਸੀਂ ਮੈਨੂੰ ਹਜੇ ਤੱਕ ਗੱਲ ਹੈ ਯਾਦ ਸ਼ੁਰੂ 'ਚ ਤੁਸੀਂ ਕਹੀ ਸੀ ਕਿ ਯੂ ਹਾਂਜੀ ਮੇਕ ਮਨੀ ਵਾਈਲ ਯੂ ਸਲੀਪ, ਹਨਾ? ਹਾਂਜੀ ਤੇ ਹੁਣ ਕਈ ਵਾਰ ਇਦਾਂ ਹੁੰਦਾ ਹੈ ਮੈਂ ਸਵੇਰੇ ਉੱਠ ਕੇ ਦੇਖਦਾ ਹਾਂ ਤੇ 0 ਆਰਡਰਸ ਹੁੰਦੇ ਆ। ਹਾਂਜੀ ਮੈਂ ਸੋਚਦਾ ਚੱਲ ਕੋਈ ਗੱਲ ਨਹੀਂ, ਵੀ ਨਹੀਂ ਆਰਡਰ ਆਇਆ ਤਾਂ ਕੋਈ ਗੱਲ ਨਹੀਂ, ਪਰ ਕਿਉਂਕਿ ਸਵੇਰੇ ਸਵੇਰੇ ਟਾਈਮ ਨਹੀਂ ਹੁੰਦਾ ਨਾ ਤਿਆਰ ਹੋਣਾ ਹੁੰਦਾ ਜੌਬ ਲਈ, ਤੇ ਫਿਰ ਜਦ ਮੈਂ ਹਾਂਜੀ ਜੌਬ ਤੇ ਜਾ ਕੇ ਦੇਖਦਾ ਤੇ ਓਵਰਨਾਈਟ ਮੇਰੇ ਕਈ ਵਾਰ 11 ਵਜੇ, ਕਈ ਵਾਰ 11:30 ਵਜੇ, ਕਈ ਵਾਰ ਜੀ 10:15 ਅਰਾਊਂਡ 10 to 12 ਮੇਰੇ ਮੋਸਟ ਆਫ ਦੇ ਜਿਹੜੇ ਆਰਡਰਸ ਆਉਂਦੇ ਨੇ। ਬਿਲਕੁਲ ਤੇ ਦੈਟਸ ਲਾਸਟ ਨਾਈਟ ਮੇਰੇ 2 ਆਰਡਰ 10 ਤੋਂ 12 ਦੇ ਵਿੱਚ ਆਏ ਨੇ, ਜਿਹੜੇ ਕਿ $220। ਇਹਨੇ ਬ੍ਰੌਡਰ ਸਿਨੈਰੀਓ ਜੇ ਦੇਖਿਆ ਜਾਵੇ ਤਾਂ $220 ਇਜ਼ ਨਥਿੰਗ, ਹਨਾ? ਪਰ ਇਫ ਯੂ ਲੁੱਕ ਐਟ ਦ ਬਿਗਰ ਪਿਕਚਰ, ਅੱਜ $220 ਦੇ ਓਵਰਨਾਈਟ ਆਰਡਰ ਆਏ ਨੇ, ਕੱਲ ਨੂੰ ਮਤਲਬ ਓਬਵੀਅਸਲੀ ਐਡ ਆਨ ਹੋਣਗੇ, ਡਾਟਾ ਬਣੂਗਾ, ਤੇ ਪਰ ਮੈਂ ਉਹਦੇ ਲਈ ਕੁਝ ਨਹੀਂ ਕੀਤਾ। ਮੈਂ ਇੱਕ ਵਾਰ ਆਪਣਾ ਜਿਹੜਾ ਸੀਗਾ ਰਿਸਰਚ ਕਰ ਦਿੱਤੀ, ਆਪਣੇ ਪ੍ਰੋਡਕਟ ਆਰਡਰ ਕਰ ਦਿੱਤੇ ਤੇ ਪਏ ਆ ਉੱਥੇ। ਸੋ ਦੈਟਸ ਰਾਈਟ। ਟੈਕਨੀਕਲੀ $10 a night ਉਹ ਐਕਸਟਰਾ ਮਨੀ ਆ, ਮੈਨੂੰ ਉਹਦੇ ਲਈ ਹਾਰਡ ਵਰਕ ਨਹੀਂ ਇੰਨਾ ਕੁਝ ਕਰਨਾ ਪੈ ਰਿਹਾ। ਤੇ ਓਬਵੀਅਸਲੀ ਜਿੰਨੇ ਆਪਾਂ ਪ੍ਰੋਡਕਟ ਐਡ ਕਰਾਂਗੇ ਲੇਟਰ ਔਨ ਤੇ ਉਨਾ ਹੀ ਫਿਰ ਉਹ ਵਧੀਆ ਹੋਊਗਾ। ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੁੰਦਾ ਇੱਥੇ ਕਿ ਮੋਸਟ ਆਫ ਅਸ ਕਮਸ ਵੈਨ ਵੀ ਸਟਾਰਟ ਆਫ, ਜਦੋਂ ਆਪਾਂ ਸਟਾਰਟ ਆਫ ਕਰਦੇ ਹਾਂ, ਹੋਰ ਵੀ ਜਿੰਨੇ ਆਪਣੇ ਨਿਊ ਸਟੂਡੈਂਟਸ ਨੇ, ਇਹ ਉਹਨਾਂ ਵਾਸਤੇ ਵੀ ਇੱਕ ਬਹੁਤ ਇੰਸਪੀਰੇਸ਼ਨਲ ਸਟੋਰੀਜ਼ ਕਹਿ ਸਕਦੇ ਹਾਂ ਆਪਾਂ। ਇੱਕ ਐਜ਼ ਅ ਕਮਿਊਨਿਟੀ ਵਰਕ ਕਰ ਰਹੇ ਹਾਂ, ਸੋ ਵੀ ਨੀਡ ਟੂ ਲਰਨ ਫਰੋਮ ਈਚ ਅਦਰ।
ਕਿ all of us know ਕਿ ਇਸ ਆਸਟ੍ਰੇਲੀਆ ਦੇ ਵਿੱਚ $300 to $400 a day ਬਣਾਉਣਾ is like a full time job. So ਅਗਰ ਤੁਸੀਂ ਪੈਸਿਵ ਇਨਕਮ ਦੇ ਵਿੱਚ ਓਵਰਨਾਈਟ ਜਾਂ ਤੁਸੀਂ ਕੋਈ ਪ੍ਰੋਡਕਟ ਲਾਂਚ ਕੀਤਾ, ਤੁਸੀਂ $300 ਦੀ ਇੱਕ ਦਿਨ ਦੇ ਵਿੱਚ ਸੇਲ ਕਰ ਰਹੇ ਹੋ, I think that's the biggest achievement you are doing, because this is the beginning of something ਜਿਹੜੀ ਤੁਹਾਨੂੰ ਅੱਗੇ, ਕਿਉਂਕਿ ਅੱਗਾ ਕਿਸੇ ਨੇ ਨਹੀਂ ਦੇਖਿਆ ਹੁੰਦਾ, but you never know ਕਿ how big you gonna go. ਜਦੋਂ ਤੁਸੀਂ ਇੱਕ ਵਾਰੀ ਇੱਕ ਪ੍ਰੋਸੈਸ ਨੂੰ ਅੰਡਰਸਟੈਂਡ ਕਰ ਲਿਆ ਕਿ $300 ਦੀ ਸੇਲ ਕਿੱਦਾਂ ਕਰਨੀ ਹੈ, you will figure out $1,000 a day as well. So that's very important ਕਿ ਤੁਹਾਨੂੰ ਉਹ ਪਤਾ ਲੱਗ ਗਿਆ ਕਿ ਹੁਣ $300 a day ਕਿੱਦਾਂ ਕਰਨਾ ਹੈ. Now you will figure out $600, $700, $1,000 a day ਕਿੱਦਾਂ achieve ਕਰਨਾ, you will easily figure it out. So that's a message for ਆਪਣੇ ਜਿੰਨੇ ਵੀ students ਨੇ ਉਹਨਾਂ ਵਾਸਤੇ ਕਿ we need to take actions only will take out the results. So ਮੈਂ ਆਪਣੇ business 'ਚ ਵੀ ਕੁਝ ਚੀਜ਼ਾਂ share ਕਰਨੀਆਂ ਕਿ ਕ੍ਰਿਸਮਸ ਦਾ ਜਿਹੜਾ ਜਿਹੜਾ ਟ੍ਰੈਂਡ ਹੈ ਉਹ ਆਲਰੇਡੀ ਸਟਾਰਟ ਹੋ ਗਿਆ ਹੋਇਆ ਹੈ. ਜਿੱਦਾਂ ਫੋਰ ਐਗਜ਼ਾਮਪਲ ਕੁਝ ਕੈਟੇਗਰੀਜ਼ ਲਾਈਕ ਕਾਸਟਰ ਆਇਲਸ ਐਂਡ ਡਿਨਰ ਸੈਟ, ਕਟਲਰੀ ਸੈਟਸ, ਉਹਨਾਂ ਦੇ ਜਿਹੜੇ ਨੰਬਰਸ ਨੇ they are started to get more traction. So ਉਹਦੀ ਇੱਕ ਐਗਜ਼ਾਮਪਲ ਇਹ ਹੈ, ਮੈਂ ਤੁਹਾਨੂੰ ਆਪਣਾ ਕੈਂਪੇਨ ਮੈਨੇਜਰ ਦਿਖਾਉਣਾ. ਇਹ ਚੀਜ਼ਾਂ ਨੇ ਜਦੋਂ ਤੁਸੀਂ ਅੱਗੇ when you launch products, you start your PPC, you will feel as well ਕਿ how you see the results going up. ਸੋ ਤੁਸੀਂ ਦੇਖੋ ਅਕਤੂਬਰ 7th ਤੋਂ ਬਾਅਦ ਜਿਹੜੇ ਇੰਪ੍ਰੈਸ਼ਨਸ ਨੇ ਉਹ ਜਿਹੜੇ ਆ ਉਹ ਹੁਣ ਵੱਧ ਰਹੇ ਨੇ. ਸੋ that means ਕਿ same amount ਜਿਹੜੀ spend ਹੋ ਰਹੀ ਸੀ ads ਦੇ ਉੱਤੇ, ਉਹਦੇ ਨਾਲ more people are watching, more people are having a look on our products. So for example ਹੁਣ ਮੈਂ ਇਹਦੇ 'ਚ $5,000 ਲਾਸਟ 30 days 'ਚ ਸਪੈਂਡ ਕੀਤਾ, $50,000 ਦੀਆਂ ਸੇਲ ਆਈਆਂ ਨੇ. ਇੰਪ੍ਰੈਸ਼ਨਸ ਜਿਹੜੇ ਸੀਗੇ ਉਹ ਹੁਣ ਅਗਰ ਮੈਂ ਇੱਥੇ ਲਾਸਟ ਵੀਕ ਦੀ ਗੱਲ ਕਰਾਂ, ਸੋ ਜਿੱਦਣ ਪ੍ਰਾਈਮ ਡੇ ਸੀਗਾ ਉਦਣ ਐਗਜ਼ੈਕਟਲੀ ਡਬਲ ਇੰਪ੍ਰੈਸ਼ਨਸ ਆਏ. ਸੋ ਤੁਸੀਂ ਆਹ ਵਾਲਾ ਗ੍ਰਾਫ ਦੇਖ ਸਕਦੇ ਹੋ. ਉਸ ਤੋਂ ਬਾਅਦ ਜਿਹੜੇ ਇੰਪ੍ਰੈਸ਼ਨਸ ਆ ਉਹ ਅਪ ਹੀ ਹੋ ਰਹੇ ਨੇ. ਨਾਰਮਲੀ ਜਿਹੜੇ ਮੇਰੇ ਹੁੰਦੇ ਸੀ ਇੰਪ੍ਰੈਸ਼ਨਸ ਉਹ 87,000 to 90,000 ਹੁੰਦੇ ਸੀ, ਕਿ ਜਿੰਨੇ ਵੀ ਟੋਟਲ ਪ੍ਰੋਡਕਟ ਨੇ ਉਹਨਾਂ ਦੇ ਇੰਪ੍ਰੈਸ਼ਨ ਐਮਾਜ਼ਨ ਦੇ ਪਲੇਟਫਾਰਮ ਤੇ 90,000 ਹੈ. ਬਟ ਆਫਟਰ October 9 ਜਦੋਂ ਦਾ ਪ੍ਰਾਈਮ ਡੇ ਨਿਕਲਿਆ, ਤੁਸੀਂ ਦੇਖੋ ਇਹ ਵਾਲਾ ਸੀਗਾ 197,000, ਐਗਜ਼ੈਕਟਲੀ ਡਬਲ, 2 ਲੱਖ ਦੇ ਨੇੜੇ. ਉਸ ਤੋਂ ਬਾਅਦ ਜਿਹੜੇ ਇੰਪ੍ਰੈਸ਼ਨਸ ਹੈ ਹੁਣ 1,12,000 ਜਾਂ ਫਿਰ 96 ਅਗੇਨ 1,25,000. ਅੱਜ ਦੇ ਵੀ ਜਿਹੜੇ ਇੰਪ੍ਰੈਸ਼ਨਸ ਆ ਕਾਫੀ ਅਪ ਨੇ. ਸੋ ਇਹ ਅੱਗੇ ਬਹੁਤ ਵਧਣਗੇ. ਇਹਦਾ ਮੀਨਸ ਹੈ ਕਿ ਟ੍ਰੈਫਿਕ ਜਿਹੜਾ ਆ ਡਬਲ ਹੋ ਰਿਹਾ. So that's why I keep on saying ਕਿ ਇਹ ਜਿਹੜਾ 3rd quarter 4th quarter ਹੁੰਦਾ, it's a very right time. Still ਜਿਹੜੇ ਨਵੇਂ ਸਟੂਡੈਂਟਸ ਨੇ, still they can launch 3 4 5 6 products ਜਿਹੜੇ air freight ਕਰੇ ਜਾ ਸਕਦੇ ਨੇ and see what is exactly the procedure. ਕਿਉਂਕਿ procedure ਜਿਹੜਾ ਆ ਪੂਰਾ ਤੁਸੀਂ starting from scratch product source ਕਰਕੇ ਉਹਨੂੰ ship ਕਰਨਾ, ਉਹ ਇੱਕ ਵਾਰੀ ਤੁਸੀਂ ਸਮਝ ਲੈਂਦੇ ਹੋ. and ਜਿੱਦਾਂ ਪਰਮਿੰਦਰ ਜੀ ਨੇ ਦੱਸਿਆ ਕਿ now he's doing close to $300 a day. So ਉਹ ਜਦੋਂ ਤੁਸੀਂ ਇੱਕ ਵਾਰੀ ਫੀਲ ਕਰ ਲੈਂਦੇ ਹੋ, then you start to experience the business side of things. So let's jump into Q&A, questions and answers ਲੈਣੇ ਆ. ਉਸ ਤੋਂ ਬਾਅਦ ਮੇਰੇ ਕੋਲ 2 ਤੋਂ 3 ਟੌਪਿਕ ਨੇ ਜਿਹੜੇ ਅੱਜ ਮੈਂ ਡਿਸਕਸ ਕਰਨੇ ਆ, ਫਿਰ ਆਪਾਂ ਟੌਪਿਕਸ ਤੇ ਆਉਂਦੇ ਹਾਂ. ਭਾਜੀ ਇੱਕ ਬਿਫੋਰ ਵੀ ਸਟਾਰਟ ਮੈਂ ਇੱਕ ਮਤਲਬ ਕੁਇਕ ਕੁਐਸਚਨ ਹੈ. ਸ਼ਿਪਿੰਗ ਜਿਹੜੀ ਸੀ ਸ਼ਿਪਿੰਗ ਹੈ ਉਹਦਾ ਕੀ ਸਿਨੈਰੀਓ ਚੱਲ ਰਿਹਾ ਅੱਜ ਕੱਲ? ਐਨੀ ਇਨਫੋਰਮੇਸ਼ਨ? ਸੀ ਸ਼ਿਪਿੰਗ ਇਜ਼ ਲਿਟਲ ਬਿਟ ਲੇਟ. ਸਾਡੇ ਲਾਸਟ 2 ਕੰਟੇਨਰ ਜਿਹੜੇ ਸ਼ਿਪ ਹੋਏ ਨੇ ਉਹਨਾਂ ਨੂੰ ਲੱਗੇ ਨੇ ਕਿੰਨੇ 28 days. ਨਾਰਮਲੀ ਸਾਡਾ ਜਦੋਂ ਕੰਟੇਨਰ ਲੀਵ ਕਰਦਾ ਪੋਰਟ ਤੋਂ, ਚਾਈਨਾ ਤੋਂ, then it reaches in 21 days. ਤੁਸੀਂ ਇੱਕ ਨਿਊਜ਼ ਆਈ ਹੈ ਲਾਸਟ ਵੀਕ, ਅਗਰ ਕਿਸੇ ਨੇ ਦੇਖਿਆ ਹੋਵੇ, ਚਾਈਨਾ ਨੇ ਇੱਕ ਨਵਾਂ ਰੂਟ ਲੱਭਿਆ. ਅਗਰ ਤੁਹਾਡੇ 'ਚ ਕੋਈ ਇੰਟਰਨੈਸ਼ਨਲ ਨਿਊਜ਼ ਫੋਲੋ ਕਰਦਾ ਤਾਂ ਚਾਈਨਾ ਨੇ ਇੱਕ ਨਿਊ ਰੂਟ ਲੱਭਿਆ ਸਿੰਗਾਪੁਰ ਨੂੰ ਬਾਈਪਾਸ ਕਰਕੇ, ਜਿਹਦੇ ਨਾਲ ਆਸਟ੍ਰੇਲੀਆ 'ਚ ਜਿਹੜਾ ਸਟਾਕ ਹੈ ਹੁਣ 15 ਤੋਂ 16 ਦਿਨ 'ਚ ਪਹੁੰਚ ਜਾ ਕਰੇਗਾ. So search on Google that China found a new route to ship products across the world. ਪਹਿਲਾਂ ਕੀ ਹੁੰਦਾ ਸੀ, ਸਾਰੇ ਜਿਹੜੇ ਪ੍ਰੋਡਕਟ ਸੀਗੇ ਉਹ ਸਿੰਗਾਪੁਰ ਦੇ ਪੋਰਟ ਦੇ ਥਰੂ ਹੋ ਕੇ ਆਉਂਦੇ ਸੀ, ਕਿਉਂਕਿ ਹੋਰ ਕੋਈ ਵੇ ਨਹੀਂ ਸੀ. I don't know which way it is, ਮੈਂ ਪੂਰਾ ਆਰਟੀਕਲ ਨਹੀਂ ਪੜ੍ਹਿਆ, but they have found a quicker way to ship the products. ਤੇ ਉਹ ਕਿੰਨੀ ਜਲਦੀ ਇੰਪਲੀਮੈਂਟ ਹੁੰਦਾ ਇਹ ਵੀ ਮੈਨੂੰ ਨਹੀਂ ਪਤਾ, ਮੇਬੀ ਨੈਕਸਟ ਈਅਰ ਤੋਂ ਸ਼ੁਰੂ ਹੋ ਜਾਏ, but you will start to receive your products faster, I think, from next year. ਭਾਜੀ ਉਹਦੇ ਪੈਸੇ ਵੀ ਫਿਰ ਉਹਦੇ ਉਹਨੇ ਲੈਣਗੇ ਅਗਲੇ ਜ਼ਿਆਦਾ? You never know ਜੀ, ਕਿਉਂਕਿ ਸ਼ਿਪ ਨੇ ਜੇ ਘੱਟ ਡਿਸਟੈਂਸ, I think it will be cheaper.
ਕਿਉਂਕਿ ਜੇ ਉਹਨਾਂ ਨੂੰ ਆਈ ਥਿੰਕ ਉਹਨਾਂ ਨੇ ਦੱਸਿਆ ਸੀ 1200 ਕਿਲੋਮੀਟਰਸ ਉਹਨਾਂ ਨੂੰ ਘੱਟ ਪਏਗਾ ਰਸਤਾ ਜਿਹੜਾ ਲੈਟ ਮੀ ਫਾਈਂਡ ਆਊਟ ਚਾਈਨਾ test way to shipping ਹਾਂਜੀ ਸੀ ਨਹੀਂ not this one I think ਸਾਊਥ ਚਾਈਨਾ ਸੀ ਦੇ ਕੋਲ ਉਹਨਾਂ ਨੂੰ ਕੁਝ ਮਿਲਿਆ ਮੈਂ ਕਿਤੇ ਇੱਕ ਆਰਟੀਕਲ ਪੜ੍ਹਿਆ ਸੀ ਸੋ ਤੁਸੀਂ ਲੱਭਿਓ ਜੇ ਤੁਹਾਨੂੰ ਕਿਤੇ ਮਿਲਿਆ ਬਟ ਆਮ pretty sure it's there ਸੋ ਨੈਕਸਟ ਈਅਰ ਤੋਂ ਮੇਬੀ ਇੰਪਲੀਮੈਂਟ ਹੋ ਜਾਏਗਾ ਕਿ ਤੁਸੀਂ 21 ਡੇਜ਼ ਦੇ ਵਿੱਚ I think stock you will be easily able to receive the stock in Amazon fulfillment center but right now it's 1 month ਠੀਕ ਹੈ ਪਰਮਿੰਦਰ ਜੀ ਹਾਂਜੀ ਥੈਂਕ ਯੂ ਭਾਜੀ let's jump to questions ਭਾਜੀ ਮੇਰਾ ਕੁਐਸਚਨ ਸੀਗਾ ਕਿ Amazon ਦੀ ਜਿਹੜੀ ਫੀਸ ਕੱਟ ਹੁੰਦੀ ਹੈ ਉਹ ਕੱਟ ਨਹੀਂ ਹੋ ਰਹੀ ਜਿੱਦਾਂ ਆਪਾਂ 3-4 ਮਹੀਨੇ ਹੋ ਅਕਾਊਂਟ ਖੋਲ੍ਹੇ ਨੂੰ ਉਹ ਕਿੱਦਾਂ ਹੁੰਦਾ ਦੇਖਣਾ ਕਿਵੇਂ ਤੁਸੀਂ ਪਲੀਜ਼ ਰਿਪੀਟ ਕਰ ਦਿਓ ਤੁਹਾਡੀ ਆਵਾਜ਼ ਪਿੱਛੋਂ ਆ ਰਹੀ ਕਾਫੀ Amazon ਦੀ ਜਿਹੜੀ ਫੀਸ ਕੱਟ ਹੁੰਦੀ ਨਾ ਇਹਦਾ ਹਾਂਜੀ ਉਹ ਕੱਟ ਨਹੀਂ ਹੋ ਰਹੀ ਅਕਾਊਂਟ ਚੋਂ ਤੁਸੀਂ ਆਪਣਾ ਪਲਾਨ ਇੰਡੀਵਿਜੂਅਲ ਤਾਂ ਨਹੀਂ ਕਰ ਲਿਆ ਤੁਸੀਂ ਇਹ ਚੈੱਕ ਕਰ ਲਿਓ ਪ੍ਰੋਫੈਸ਼ਨਲ ਪਲਾਨ ਤੇ ਹੋ ਜਾਂ ਇੰਡੀਵਿਜੂਅਲ ਤੇ ਹੋ ਪਹਿਲਾਂ ਮੈਂ ਇੰਡੀਵਿਜੂਅਲ ਤੇ ਸੀਗਾ ਬਾਅਦ 'ਚ ਮੈਂ ਉਹਨੂੰ ਚੇਂਜ ਕਰ ਲਿਆ ਸੀ ਪ੍ਰੋਫੈਸ਼ਨਲ 'ਚ ਓਕੇ ਤੁਸੀਂ ਇੱਕ ਵਾਰੀ ਕ੍ਰਾਸ ਚੈੱਕ ਕਰ ਲਿਓ ਕਿਉਂਕਿ ਜੇ ਤੁਸੀਂ ਇੱਥੇ ਸਰਚ ਤੇ ਮੈਂ ਇੱਕ ਸਾਗਰ ਨੇ ਕੁਐਸਚਨ ਪੁੱਛਿਆ ਸੀ ਵੈਨ ਵੀ ਸਟਾਰਟਡ ਤੁਸੀਂ ਇੱਥੇ ਟਾਈਪ ਕਰਨਾ ਸਰਚ ਦੇ ਵਿੱਚ ਚੇਂਜ ਮਾਈ ਸੈਲਰ ਅਕਾਊਂਟ ਟੂ ਪ੍ਰੋਫੈਸ਼ਨਲ ਰਾਈਟ ਜੇ ਤੁਸੀਂ ਇਹ ਇੱਥੇ ਪੁੱਟ ਕਰੋਗੇ ਤਾਂ ਤੁਹਾਨੂੰ ਇੱਥੇ ਇੱਕ ਲਿੰਕ ਆਏਗਾ ਸਵਿਚ ਟੂ ਪ੍ਰੋਫੈਸ਼ਨਲ ਸੈਲਿੰਗ ਪਲਾਨ ਅਗਰ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਥੇ ਇਹ ਵਿੰਡੋ ਤੇ ਲੈ ਜਾਏਗਾ ਇੱਥੇ ਇਹਦਾ ਲਿੰਕ ਹੈਗਾ ਸੋ ਇੱਥੇ ਤੁਹਾਨੂੰ ਲਿੰਕ ਤੋਂ ਪਤਾ ਲੱਗ ਜਾਏਗਾ ਕਿ ਤੁਹਾਡਾ ਪਲਾਨ ਪ੍ਰੋਫੈਸ਼ਨਲ ਹੈ ਜਾਂ ਇੰਡੀਵਿਜੂਅਲ ਹੈ ਅਗਰ ਤਾਂ ਇੱਥੇ ਲਿਖਿਆ ਸਵਿਚ ਟੂ ਇੰਡੀਵਿਜੂਅਲ ਸੈਲਿੰਗ ਪਲਾਨ ਦੈਟ ਮੀਨਸ ਯੂ ਆਰ ਔਨ ਅ ਪ੍ਰੋਫੈਸ਼ਨਲ ਪਲਾਨ ਅਗਰ ਇੱਥੇ ਲਿਖਿਆ ਸਵਿਚ ਟੂ ਐਨ ਪ੍ਰੋਫੈਸ਼ਨਲ ਪਲਾਨ ਦੈਟ ਮੀਨਸ ਤੁਸੀਂ ਇੰਡੀਵਿਜੂਅਲ ਪਲਾਨ ਤੇ ਹੋ ਭਾਈ ਇੰਡੀਵਿਜੂਅਲ ਦੀ ਕੋਈ ਫੀਸ ਨਹੀਂ ਹੁੰਦੀ ਨਹੀਂ ਜੀ ਉਹਦੀ ਕੋਈ ਫੀਸ ਨਹੀਂ ਹੁੰਦੀ ਪਰ ਉਹਦੇ 'ਚ ਤੁਸੀਂ FBA ਯੂਜ਼ ਨਹੀਂ ਕਰ ਸਕਦੇ FBA ਦਾ ਪ੍ਰੋਗਰਾਮ ਭਾਜੀ ਮੈਂ ਸੈਕੰਡ ਕੁਐਸਚਨ ਸੀਗਾ FBM ਨੂੰ ਲੈ ਕੇ ਕਿ ਜਿੱਦਾਂ ਮੇਰੇ ਕੋਈ ਯੂਨਿਟਾਂ ਥੋੜੀ ਜ਼ਿਆਦਾ ਹੋ ਗਈਆਂ 500 ਅਲਾਉ ਕਰ ਰਿਹਾ Amazon ਉਹਨਾਂ ਨੇ ਮਨਾ ਕਰਤਾ ਤੇ ਜੇ ਮੈਂ ਬਾਕੀ ਯੂਨਿਟਾਂ ਘਰੇ ਮੰਗਾ ਕੇ ਉਹ ਫਿਰ ਕਿਸ ਤਰ੍ਹਾਂ ਲਾਈਕ ਪੈਕੇਜਿੰਗ ਬਾਕਸ ਮੰਗਾਣੇ ਪੈਂਦੇ ਆ ਜਿੱਦਾਂ ਨਹੀਂ ਤੁਸੀਂ ਕੁਝ ਨਹੀਂ ਕਰਨਾ ਜੀ ਜੇ ਤੁਸੀਂ FBM ਕਰਨਾ ਤਾਂ ਤੁਸੀਂ ਇੱਕ ਨਵੀਂ ਲਿਸਟਿੰਗ ਬਣਾਉਣੀ ਹੈ ਕੋਰਸ 'ਚ ਵੀ ਆਈ ਥਿੰਕ ਮੈਂ ਦੱਸਿਆ ਹੋਇਆ ਤੁਹਾਨੂੰ ਤੁਸੀਂ ਦੇਖੀਏ ਕੋਰਸ ਦੇ ਵਿੱਚ ਕਿ FBM ਦੀ ਲਿਸਟਿੰਗ ਕਿੱਦਾਂ ਬਣਾਉਣੀ ਹੈ ਨਹੀਂ ਮੈਂ ਨਹੀਂ ਦੇਖੀ FBM ਬੜੀ ਮੈਂ ਤੇ ਕਰਨਾ ਨਹੀਂ ਸੀ ਮੈਂ ਧਿਆਨ ਨਹੀਂ ਦਿੱਤਾ ਉਸ ਬਾਰੇ ਜ਼ਿਆਦਾ ਪਹਿਲਾਂ ਓਕੇ ਫੋਰ ਐਗਜ਼ਾਮਪਲ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕਿ Amazon ਜੇ ਤੁਸੀਂ FBA ਦੀ ਲਿਸਟਿੰਗ ਇੱਕ ਨਾਲ FBM ਵੀ ਬਣਾਉਣੀ ਹੈ ਤਾਂ ਉਹ ਕਿੱਦਾਂ ਬਣਾਉਣੀ ਹੈ ਸੋ what you need to do for example ਮੈਂ ਇੱਥੇ ਇੱਕ ਕਾਸਟਰ ਆਇਲ ਦੀ ਲੈ ਲੈਣਾ ਵਾਲੀ ਐਗਜ਼ਾਮਪਲ ਲੈ ਲੈਣਾ ਫੋਰ ਐਗਜ਼ਾਮਪਲ ਇਹ ਮੇਰੀ FBA ਦੀ ਲਿਸਟਿੰਗ ਹੈ ਰਾਈਟ ਸੋ ਮੈਂ ਅਗਰ ਹੁਣ ਇਹਦਾ FBM ਦਾ ਬਣਾਉਣਾ ਹੈ ਤਾਂ ਮੈਨੂੰ ਕੀ ਕਰਨਾ ਹੈ ਅਗੇਨ ਮੈਂ ਜਾਣਾ ਐਡ ਅ ਪ੍ਰੋਡਕਟ ਇਨਵੈਂਟਰੀ ਦੇ ਵਿੱਚ ਜਾਣਾ ਇਸੇ ਨੰਬਰ ਤੁਸੀਂ ਪਹਿਲਾਂ ਕਾਪੀ ਕਰ ਲਿਆ ਫਿਰ ਤੁਸੀਂ ਪ੍ਰੋਡਕਟ ਨੂੰ ਐਡ ਕਰਨਾ ਸੋ ਐਡ ਅ ਪ੍ਰੋਡਕਟ ਤੇ ਕਲਿੱਕ ਕਰਨਾ ਉਸ ਇਸੇ ਨੰਬਰ ਨੂੰ ਤੁਸੀਂ ਫਿਰ ਕੈਟਾਲੌਗ ਦੇ ਵਿੱਚ ਸਰਚ ਕਰਨਾ ਸੋ ਇੱਥੇ ਤੁਸੀਂ ਸਰਚ ਕਰਨਾ ਸਰਚ ਤਾਂ ਇੱਥੇ ਸਰਚ ਹੋ ਗਿਆ ਸਿਲੈਕਟ ਅ ਕੰਡੀਸ਼ਨ ਨਿਊ ਸੈਲ ਦਿਸ ਪ੍ਰੋਡਕਟ ਜਿੱਦਾਂ ਆਪਾਂ ਹੋਲਸੇਲ 'ਚ ਕਰੀਦਾ ਜਦੋਂ ਤੁਸੀਂ ਇਹ ਕਰ ਲਿਆ ਹੁਣ ਤੁਸੀਂ ਇੱਥੇ ਆਪਣਾ SKU ਪਾ ਦੇਣਾ ਇੱਥੇ ਫੋਰ ਐਗਜ਼ਾਮਪਲ ਇਹ ਕਾਸਟਰ ਆਇਲ ਹੈ ਤਾਂ ਮੈਂ ਇੱਥੇ ਪਾਉਂਗਾ ਕਾਸਟਰ ਆਇਲ -FBM ਐਂਡ ਤੇ ਨੋਟੇਸ਼ਨ ਤੁਸੀਂ ਪਾ ਸਕਦੇ ਹੋ FBM ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਇਹ FBM ਦੀ ਲਿਸਟਿੰਗ ਹੈ ਉਸ ਤੋਂ ਬਾਅਦ ਇੱਥੇ ਦੇਖੋ ਹੁਣ ਇੱਥੇ ਦੋ ਚੈਨਲ ਨੇ ਤੁਸੀਂ ਦੋ ਤਰੀਕੇ ਨਾਲ ਲਿਸਟਿੰਗ ਕ੍ਰੀਏਟ ਕਰ ਸਕਦੇ ਹੋ ਇੱਕ ਤਾਂ ਹੋ ਗਿਆ ਮਰਚੈਂਟ ਫੁਲਫਿਲਡ ਜਿਹਦਾ ਮਤਲਬ FBM ਇੱਕ ਹੋ ਗਿਆ Amazon will ship and provide customer service which is FBA ਸੋ ਇੱਥੇ ਤੁਸੀਂ ਕਰਨਾ ਹੈ ਮਰਚੈਂਟ ਫੁਲਫਿਲਡ ਐਂਡ ਪ੍ਰਾਈਸ ਪਾ ਦੇਣਾ ਜਿੰਨਾ ਵੀ ਪ੍ਰਾਈਸ ਪਾਣਾ ਤੁਸੀਂ ਤੇ ਕੁਆਂਟੀਟੀ ਪਾ ਦੇਣੀ ਜਿੰਨੀ ਤੁਹਾਡੇ ਕੋਲ ਕੁਆਂਟੀਟੀ ਫੋਰ ਐਗਜ਼ਾਮਪਲ 20 ਯੂਨਿਟਸ ਐਂਡ ਦੈਟਸ ਇਟ ਸੇਵ ਐਂਡ ਫਿਨਿਸ਼ ਇਹਦੇ ਨਾਲ ਤੁਹਾਡੀ ਜਿਹੜੀ ਆ FBM ਦੀ ਲਿਸਟਿੰਗ ਕ੍ਰੀਏਟ ਹੋ ਜਾਏਗੀ ਠੀਕ ਹੈ ਗੈਰੀ ਸਮਝ ਗਏ ਤੁਸੀਂ ਹਾਂਜੀ ਭਾਈ ਮੈਂ ਥੋੜਾ ਦੂਜਾ ਇੱਕ ਉਹ ਪੁੱਛ ਰਿਹਾ ਸੀ ਜਿੱਦਾਂ ਸਟਾਕ ਘਰ ਆਊਗਾ ਜਿਹੜਾ ਆਪਾਂ ਡਿਲੀਵਰ ਕਰਨਾ ਹੈ ਉਹ ਮਤਲਬ ਕਿ ਜਿਹੜਾ ਪੈਕੇਜਿੰਗ ਜਿਹੜਾ
ਉਹੀ ਦੱਸ ਰਿਹਾ, ਇਹ ਜਦੋਂ ਲਿਸਟਿੰਗ ਕ੍ਰੀਏਟ ਹੋਗੀ, ਜਦੋਂ ਤੁਹਾਨੂੰ ਹਾਂਜੀ ਆਰਡਰ ਆਏਗਾ ਫਿਰ ਤੁਸੀਂ ਉਹ ਆਰਡਰ ਤੁਹਾਨੂੰ ਇੱਥੇ ਸ਼ੋ ਹੁੰਦਾ ਹੈ, ਉਹ ਮੈਂ ਤੁਹਾਨੂੰ ਦਿਖਾ ਦਿੰਦਾ। ਇਹੀ ਪੁੱਛ ਰਹੇ ਹੋ ਤੁਸੀਂ ਸ਼ਿਪ ਕਿੱਦਾਂ ਕਰਨਾ? ਹਾਂਜੀ 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 ਸੋ ਲੈਟਸ ਸੇ ਤੁਸੀਂ FBM ਦੀ ਲਿਸਟਿੰਗ ਬਣਾ ਲਈ, ਰਾਈਟ? ਸੋ ਮੈਂ ਆਰਡਰਸ ਦੇ ਵਿੱਚ ਗਿਆ, ਮੈਨੇਜ ਆਰਡਰਸ। ਸੋ ਜਿਹੜੇ ਮੈਨੂੰ ਇੱਥੇ ਆਰਡਰ ਸ਼ੋ ਹੋ ਰਹੇ ਨੇ ਆ ਕਰੰਟਲੀ ਆਹ ਵਾਲੇ, ਇਹ ਹੈਗੇ 739 ਆਰਡਰ FBA ਦੇ। ਸੋ ਲੈਟਸ ਲੁੱਕ ਐਟ ਲਾਈਕ ਦਿਸ। ਸੋ ਇੱਥੇ ਰਾਈਟ ਸਾਈਡ ਤੇ ਹੈਗਾ ਵਿਊ MFN ਆਰਡਰ, ਵਿਚ ਮੀਨਸ ਮਰਚੈਂਟ ਫੁਲਫਿਲ ਨੈਟਵਰਕ। ਸੋ ਮੈਂ ਅਗਰ ਵਿਊ MFN ਆਰਡਰਸ ਤੇ ਕਲਿੱਕ ਕਰੂੰਗਾ ਤਾਂ ਮੈਨੂੰ MFN ਦੇ ਆਰਡਰ ਸ਼ੋ ਹੋਣਗੇ ਇੱਥੇ, ਜੋ ਕਿ ਇੱਥੇ ਕੋਈ ਵੀ ਸ਼ੋ ਨਹੀਂ ਹੋ ਰਿਹਾ, ਵਿਚ ਮੀਨਸ ਮੇਰੀ ਟੀਮ ਨੇ ਅੱਜ ਸਾਰੇ ਆਰਡਰ ਜਿਹੜੇ ਆ ਭੇਜਦੇ ਹੋਏ ਆ। ਬਟ ਇੱਥੇ ਦੇਖੋ ਅਨਸ਼ਿਪਡ ਦਾ ਆਪਸ਼ਨ ਹੈ, ਇੱਕ ਹੈਗਾ ਪੈਂਡਿੰਗ, ਇੱਕ ਕੈਂਸਲਡ, ਇੱਕ ਸੈਂਟ। ਤਾਂ ਮੈਂ ਸੈਂਟ ਦੇ ਵਿੱਚ ਅਗਰ ਜਾਵਾਂ ਤਾਂ ਇੱਥੇ ਮੈਨੂੰ ਲਿਸਟ ਸ਼ੋ ਹੋ ਜਾਏਗੀ ਜਿਹੜੇ ਆਰਡਰ ਮੈਂ ਮਰਚੈਂਟ ਫੁਲਫਿਲਮੈਂਟ ਦੇ ਥਰੂ ਸੈਂਡ ਕੀਤੇ ਹੋਏ ਨੇ। ਸੋ ਜਸਟ ਗਿਵ ਇਟ 1 ਸੈਕਿੰਡ। ਅੱਜ Amazon ਦੇ ਸਿਸਟਮ 'ਚ ਕੋਈ ਪ੍ਰੋਬਲਮ ਹੈ, ਇਹਨਾਂ ਦੇ ਆਰਡਰਸ ਦਾ ਪੇਜ ਨਹੀਂ ਖੁੱਲ ਰਿਹਾ ਫॉर ਸਮ ਰੀਜ਼ਨ। ਇੱਥੇ ਆ ਦੇਖੋ, ਇੱਥੇ ਬਫਰਿੰਗ ਹੋ ਰਹੀ ਹੈ। ਹਾਂਜੀ ਭਾਜੀ, ਮੇਰੇ ਵੀ ਹਾਂਜੀ ਪ੍ਰੋਬਲਮ ਸੇਮ ਹੀ ਆ ਰਹੀ ਸੀ। ਹਾਂਜੀ ਅੱਜ ਆ ਰਹੀ ਹਾਂਜੀ ਪ੍ਰੋਬਲਮ ਆ ਰਹੀ ਹੈ ਜੀ ਅੱਜ। ਹਾਂਜੀ ਹਾਂਜੀ, ਸਾਰਿਆਂ ਨੂੰ ਹੀ ਆ ਰਹੀ ਹੈ। ਸੋ ਗੈਰੀ, ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ, ਇੱਥੇ ਤੁਹਾਨੂੰ ਲਿਸਟ ਆਫ ਆਰਡਰਸ ਸ਼ੋ ਹੋਣਗੇ, ਤਾਂ ਉੱਤੇ ਕਲਿੱਕ ਕਰੋਗੇ, ਫਿਰ ਉੱਥੇ ਤੁਸੀਂ ਟਰੈਕਿੰਗ ID ਪਾਣੀ ਹੁੰਦੀ ਹੈ। ਉਹ ਮੈਂ ਹੁਣ ਕਿਸੇ ਹੋਰ ਦਿਨ ਦਿਖਾਊਂਗਾ ਕਿਉਂਕਿ ਇੱਥੇ ਸ਼ੋ ਨਹੀਂ ਹੋ ਰਿਹਾ ਹੁਣ ਰਾਈਟ ਨਾਓ। ਤਾਂ ਤੁਸੀਂ ਆਰਡਰ ਤੇ ਕਲਿੱਕ ਕਰਕੇ ਜਦੋਂ ਆਸਟ੍ਰੇਲੀਆ ਪੋਸਟ ਉਹਨੂੰ ਸ਼ਿਪ ਕਰਨ ਗਏ, ਉਹ ਇੱਥੇ ਆਰਡਰ ਦੇ ਉੱਤੇ ਐਡਰੈਸ ਵੀ ਹੁੰਦਾ ਹੈ ਕਸਟਮਰ ਦਾ, ਉਹ ਐਡਰੈਸ ਤੇ ਤੁਸੀਂ ਆਸਟ੍ਰੇਲੀਆ ਪੋਸਟ ਤੋਂ ਸ਼ਿਪ ਕਰਨਾ ਹੈ। ਆਸਟ੍ਰੇਲੀਆ ਪੋਸਟ ਤੁਹਾਨੂੰ ਟਰੈਕਿੰਗ ID ਦੇਗੀ, ਤਾਂ ਉਹ ਟਰੈਕਿੰਗ ID ਤੁਸੀਂ ਆਪਣੇ ਆਰਡਰ ਦੇ ਵਿੱਚ ਆ ਕੇ ਅਪਲੋਡ ਕਰਨੀ ਹੈ ਐਂਡ ਦੈਨ ਦੈਟਸ ਇਟ। ਤੇ ਓਕੇ ਭਾਈ, ਜਿੱਦਾਂ ਕਿ ਜਿਹੜੇ ਆਪਣਾ ਵਿਦਿਨ 2 ਡੇਜ਼ ਵਾਲੀ ਡਿਲੀਵਰੀ ਆ, ਸੇਮ ਡੇ ਡਿਲੀਵਰੀ ਹੁੰਦੀ ਹੈ, ਜਿੱਦਾਂ ਆਪਾਂ ਫਿਰ ਸਟੇਟ ਅਵੇ ਸਾਨੂੰ ਕਰਨਾ ਪੈਂਦਾ ਹੋਣਾ ਨਾ FBM ਚ ਡਿਲੀਵਰ, ਜੇ ਆਪਾਂ ਇੱਧਰ ਉੱਧਰ। ਨਾਰਮਲੀ Amazon ਦੀ ਜਿਹੜੀ ਡਿਲੀਵਰੀ ਹੈ, ਉਹ ਜੇ ਤੁਸੀਂ ਉਹਨੂੰ ਚੇਂਜ ਨਹੀਂ ਕੀਤਾ ਤਾਂ ਉਹ 2 ਡੇਜ਼ ਹੁੰਦੀ ਹੈ, 2 ਬਿਜ਼ਨਸ ਡੇਜ਼। ਫੋਰ ਐਗਜ਼ਾਮਪਲ, ਤੁਹਾਨੂੰ ਮੰਡੇ ਆਰਡਰ ਆਇਆ ਤਾਂ ਤੁਸੀਂ ਵੈਨਸਡੇ ਤੱਕ ਸ਼ਿਪ ਕਰਨਾ। ਜੇ ਤੁਹਾਨੂੰ ਫਰਾਈਡੇ ਆਰਡਰ ਆਇਆ ਤਾਂ ਫਿਰ ਤੁਸੀਂ ਤੁਹਾਡੇ ਕੋਲ ਫਰਾਈਡੇ ਦਾ ਦਿਨ ਹੁੰਦਾ, ਮੰਡੇ ਦਾ ਦਿਨ ਹੁੰਦਾ, ਤਾਂ ਟਿਊਜ਼ਡੇ ਮਾਰਨਿੰਗ ਤੱਕ ਕਰਨਾ ਹੁੰਦਾ, ਕਿਉਂਕਿ ਸੈਟਰਡੇ ਸੰਡੇ ਇਨਕਲੂਡ ਨਹੀਂ ਹੁੰਦਾ, ਬਿਜ਼ਨਸ ਡੇਜ਼ ਨਹੀਂ ਇਨਕਲੂਡ ਹੁੰਦੇ ਉਹਦੇ ਵਿੱਚ। ਠੀਕ ਹੈ ਭਾਈ। ਹਾਂਜੀ, ਪੈਕੇਜਿੰਗ ਦਾ ਆਪਾਂ ਸਾਡੀ ਜਿਹੜੀ ਮਰਜ਼ੀ ਪੈਕਿੰਗ ਜੀ ਉਹ ਜਿਹੜੀ ਚ ਕਰ ਮਰਜ਼ੀ ਸਕਦੇ ਪੈਕੇਜ, ਹਾਂ। ਹਾਂਜੀ, ਡਜ਼ਨਟ ਮੈਟਰ। ਐਜ਼ ਐਨ MFN ਯੂ ਡੋਂਟ ਨੀਡ ਟੂ ਵਰੀ ਅਬਾਊਟ ਐਨੀਥਿੰਗ। ਥੈਂਕ ਯੂ ਜੀ, ਬਸ। ਠੀਕ ਹੈ ਜੀ, ਨੋ ਵਰੀਜ਼। ਐਨੀ ਮੋਰ ਭਾਜੀ ਕੁਐਸਚਨਸ? ਇੱਕ ਕੁਐਸਚਨ ਹੈਗਾ ਸੀ ਆਪਾਂ ਨੂੰ, ਜਿੱਦਾਂ ਕਸਟਮ ਬਾਕਸਿਸ ਨਹੀਂ ਤਿਆਰ ਕਰਵਾਈ ਦੇ, ਹਾਂਜੀ ਜੇ ਆਪਣੇ ਕੋਲ ਕੋਈ ਉਹਦੇ ਵਾਸਤੇ ਸੋਰਸਿੰਗ ਏਜੰਟ ਹੋਵੇ, ਕਿਉਂਕਿ ਆਪਣੇ ਨਾ ਜਿੰਨੇ ਵੀ ਸੋਰਸਿੰਗ ਏਜੰਟ ਹੈਗੇ ਨਾ, ਹਾਂਜੀ ਸਾਰਿਆਂ 'ਚ ਮੈਂ ਇੱਕ ਚੀਜ਼ ਨੋਟਿਸ ਕੀਤੀ ਆ ਕਿ ਉਹ ਪ੍ਰੋਡਕਟ ਯਾਨੀ ਕਿ ਉਹਨਾਂ ਕੋਲ ਤੁਸੀਂ ਲੈ ਸਕਦੇ ਹੋ, ਜਾਂ ਫਿਰ ਥੋੜਾ ਬਹੁਤਾ ਲੋਗੋ ਆਪਣੇ ਬਾਕਸਾਂ ਤੇ ਕਰਵਾ ਸਕਦੇ ਜੇ, ਬਟ ਕੋਈ ਵੀ ਨਾ ਕਸਟਮ ਬਾਕਸ ਤਿਆਰ ਦੀ ਫੈਸਿਲਿਟੀ ਨਹੀਂ ਦਿੰਦਾ, ਕਿ ਜੇ ਭਾਵੇਂ ਤੁਸੀਂ ਉਹਨਾਂ ਨੂੰ 200 ਯੂਨਿਟ ਵੀ ਦੇ ਦਿਓ ਨਾ, ਜਾਂ 300 ਯੂਨਿਟ ਵੀ ਦੇ ਦਿਓ, ਉਹ ਨਹੀਂ ਦਿੰਦੇ, ਕਿਉਂਕਿ ਕਈ ਕੈਟਾਗਰੀਆਂ ਸਾਡੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਵੀਲੀ ਕੰਪਲਾਇੰਸ ਹੈਗੀਆਂ ਵਾ, ਤੇ ਉਹ ਕਸਟਮਾਈਜ਼ੇਸ਼ਨ ਮੰਗਦੀਆਂ ਵਾ ਆਪਣੇ, ਯਾਨੀ ਕਿ ਬਾਕਸਿਸ ਤੇ, ਜਿੱਦਾਂ ਐਡਰੈਸ ਚਾਹੀਦਾ ਮੈਨੂਫੈਕਚਰਿੰਗ ਦਾ, ਜਾਂ ਫਿਰ ਹਾਂਜੀ। ਇਹ ਚੀਜ਼ਾਂ। ਸੋ ਉਹਦਾ ਬੈਸਟ ਤਰੀਕਾ ਕਮਲ ਇਹ ਹੈ, ਤੁਸੀਂ ਕੀ ਕਰੋ, ਤੁਸੀਂ ਡਾਇਰੈਕਟਲੀ ਅਲੀਬਾਬਾ ਤੇ ਜਾਓ। ਮੈਂ ਅਲੀਬਾਬਾ ਓਪਨ ਕਰ ਰਿਹਾ, ਤੇ ਤੁਸੀਂ ਉੱਥੇ ਜਾ ਕੇ ਖੁਦ ਬਾਕਸ ਸਪਲਾਇਰਸ ਦੇ ਨਾਲ ਗੱਲ ਕਰੋ। ਸੋ ਕੀਤੀ ਭਾਜੀ ਗੱਲ, ਬਹੁਤ ਮਹਿੰਗੇ ਪੈ ਰਹੇ ਆ। ਮੈਨੂੰ ਇਹ ਲੱਗਦਾ ਕਿ ਤੁਹਾਨੂੰ ਕਹਿਣਗੇ ਏਦਾਂ, ਜਿੱਦਾਂ ਇਹ ਹੁਣ ਤੁਹਾਡੇ ਸਾਹਮਣੇ ਆ ਰਹੇ ਨਾ 0.5 ਸੈਂਟਸ ਜਾਂ ਏਦਾਂ ਕਹਿ ਰਿਹਾ ਤੁਹਾਨੂੰ, ਹਾਂਜੀ ਤੁਸੀਂ ਇਹਨਾਂ ਨਾਲ ਜਦੋਂ ਗੱਲ ਕਰੋਗੇ ਨਾ, ਤੇ ਤੁਸੀਂ ਆਪਣੇ ਪ੍ਰੋਡਕਟਸ ਉਹਨਾਂ ਨੂੰ ਦੱਸੋਗੇ ਆਹ ਪ੍ਰੋਡਕਟ ਹੈਗੇ ਆ, ਜਾਂ ਫਿਰ ਆਹ ਡਿਜ਼ਾਈਨਿੰਗ ਆ, ਉਹ ਭਾਜੀ ਉਹ ਤੇ ਪਰ ਬਾਕਸ ਦਾ $5 ਜਾਂ $6 ਆਖ ਰਹੇ ਆ। ਮੈਂ $5-6 ਦਾ ਤੇ ਸਾਡਾ ਪ੍ਰੋਡਕਟ ਨਹੀਂ ਹੋਣਾ। ਹਾਂਜੀ ਹਾਂਜੀ, ਨਹੀਂ ਆਈ ਥਿੰਕ ਤੁਸੀਂ ਕਿੰਨੇ ਸਪਲਾਇਰਸ ਨੂੰ ਮੈਸੇजेस ਕੀਤਾ ਇੱਥੇ ਅਲੀਬਾਬਾ ਤੇ? ਭਾਜੀ ਤਕਰੀਬਨ ਮੈਂ ਛੱਡਿਆ ਕੋਈ ਨਹੀਂ ਹੈ। ਅੱਛਾ ਜੀ, ਤੇ ਤੁਸੀਂ ਸੋਰਸਿੰਗ ਕੰਪਨੀ ਕਿਹੜੀ ਯੂਜ਼ ਕੀਤੀ ਹੈ? ਮੈਂ ਭਾਜੀ ਆਪਣੀਆਂ ਸੋਰਸਿੰਗ ਸਪਲਾਈਆਂ ਜਿੰਕ ਸੋਰਸ, ਕੈਥਰੀਨ, ਕੀ ਕਹਿੰਦੇ ਆ, ਇੱਕ ਦੋ ਬਟ ਹੋਰ ਹੈਗੀਆਂ, ਉਹ ਬਟ ਵੀ ਭਾਈ, ਮੈਂ ਸਪਲਾਈਆਂ। ਗੱਲ ਕੀਤੀ ਸੀ ਇੱਕ ਸਪਲਾਇਰ ਨੇ, ਉਹ 33 ਸੈਂਟ ਦਿੱਤਾ ਉਹਨੇ ਮੈਨੂੰ ਇੱਕ ਬਾਕਸ ਦਾ।
ਤੁਸੀਂ ਪਲੀਜ਼ ਬਸ ਸ਼ੇਅਰ ਕਰ ਦਿਓ ਗੈਰੀ ਕਮਲ ਦੇ ਨਾਲ। ਹਾਂਜੀ ਹਾਂਜੀ ਮੈਂ ਸ਼ੇਅਰ ਕਰ ਦੂੰਗਾ। ਹਾਂਜੀ ਭਾਜੀ, ਹਾਂਜੀ ਗਰੁੱਪ ਚ ਪਾ ਦਿਓ WhatsApp ਵਾਲੇ ਚ। ਯਾਨੀ ਕਿ ਉਹ ਜਿਹੜੇ ਕਸਟਮਾਈਜ਼ ਵੀ ਕਰ ਦਿੰਦੇ ਜਿੱਦਾਂ ਤੁਸੀਂ ਕੁਝ ਕਰਵਾਉਣਾ ਹੋਵੇ ਬਾਕਸ ਤੇ। ਹਾਂਜੀ ਪਹਿਲਾਂ ਫਾਈਬਰ ਤੋਂ ਮੈਂ ਡਿਜ਼ਾਈਨ ਬਣਵਾਇਆ ਸੀ, ਫਿਰ ਮੈਂ ਅੱਗੇ ਦਿੱਤਾ ਸੀਗਾ ਉਹਨੂੰ ਕਿ ਆਹ ਡਿਜ਼ਾਈਨ ਹਾਂਜੀ ਚਾਹੀਦਾ ਪੂਰਾ ਡਾਇਮੈਂਸ਼ਨ ਦੇ ਨਾਲ, ਤੇ ਉਹਨਾਂ ਨੇ ਮੈਨੂੰ 33 ਸੈਂਟ ਪਰ ਮਤਲਬ ਕੁੱਲ ਬਣਵਾਈਆਂ ਮੇਰੇ ਕੋਲ 100 ਯੂਨਿਟ ਜ਼ਿਆਦਾ ਨਹੀਂ। ਹਾਂ ਨਹੀਂ, ਮੇਰੇ ਕੋਲ ਤੇ ਮੈਂ ਚਲੋ ਐਟਲੀਸਟ 200 ਯੂਨਿਟ ਤੇ ਮੈਂ ਬਣਵਾਉਣੇ ਆ। ਬਟ ਗੱਲ ਇਹ ਹੈ ਕਿ ਮੇਰੇ ਕੋਲ ਡਾਇਮੈਂਸ਼ਨਸ ਨਹੀਂ ਹੈਗੀਆਂ, ਕਿਉਂਕਿ ਪ੍ਰੋਡਕਟ ਜਦੋਂ ਹੁਣ ਜਿੱਦਾਂ ਹੁਣ ਸਪੋਰਟ ਸੋਰਸਿੰਗ ਭਾਜੀ ਨੇ ਦੱਸਿਆ, ਡਾਇਮੈਂਸ਼ਨਸ ਉਹਨਾਂ ਕੋ ਹੋਣਗੇ, ਡਿਜ਼ਾਈਨ ਮੇਰੇ ਕੋਲ ਹੈਗਾ। ਓਕੇ ਤੁਸੀਂ ਉਹ ਪਲੀਜ਼ ਦੱਸ ਸ਼ੇਅਰ ਦੇਣਾ ਕਰ ਦਿਓ ਗੈਰੀ ਕਮਲ ਦੇ ਲਈ, ਐਂਡ ਆਈ ਥਿੰਕ ਕਮਲ ਤੁਸੀਂ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਓ ਐਂਡ ਦੈਨ ਸੀ ਹਾਊ ਯੂ ਗੋ। ਹਾਂਜੀ ਓਕੇ ਹਾਂਜੀ ਠੀਕ ਹੈ ਭਾਜੀ, ਮੈਂ ਡਰਾਈਵ ਕਰ ਰਿਹਾ, ਮੈਂ ਫੇਰ ਕਰਦਾ। ਠੀਕ ਹੈ ਭਾਜੀ। ਓਕੇ ਓਕੇ ਜੀ, ਓਕੇ ਜੀ, ਨੈਕਸਟ ਐਨੀ ਕੁਐਸਚਨ ਦੈਨ ਵਿਲ ਜੰਪ ਟੂ ਦ ਟੌਪਿਕ। ਹਾਂਜੀ ਭਾਜੀ, ਮੈਂ ਤਨਵੀ ਗੱਲ ਕਰ ਰਹੀ ਹਾਂ। ਹਾਂਜੀ ਤਨਵੀ। ਮੈਂ ਜਿਵੇਂ ਆਲਮੋਸਟ ਆਈ ਐਮ ਕਲੋਜ਼ ਟੂ ਫਿਨਿਸ਼ਿੰਗ ਆਫ ਦਾ ਕੋਰਸ, ਤੇ ਉਹਦੇ ਚ ਜਿਵੇਂ ਮੈਂ ਦੱਸਿਆ ਸੀ ਕਿ ਮੈਂ ਜੇ ਹੋਲਸੇਲ ਤੋਂ ਸਟਾਰਟ ਕਰਨਾ, ਤਾਂ ਹਾਂਜੀ ਯੂ ਹੈਵ ਦਿਸ ਐਡਵਾਈਸਡ ਕਿ ਜੇ ਮਿਨੀਮਮ ਅਸੀਂ ਪ੍ਰਾਈਵੇਟ ਲੇਬਲ ਕਰੀਏ ਤਾਂ ਸਾਨੂੰ 10 ਪ੍ਰੋਡਕਟਸ 50 ਯੂਨਿਟਸ ਈਚ ਨਾਲ ਸਟਾਰਟ ਕਰਨਾ ਚਾਹੀਦਾ। ਸੋ ਹਾਂਜੀ ਹੋਲਸੇਲ ਲਈ ਜਿਹੜੀ ਤੁਹਾਡੇ ਲਾਸਟ ਲਾਈਵ ਕਲਾਸਿਸ 'ਚ ਤੁਸੀਂ ਦੱਸਿਆ ਕਿ ਕਿਹੜੇ ਪ੍ਰੋਡਕਟਸ ਤੁਸੀਂ ਕ੍ਰਿਸਮਸ ਸੀਜ਼ਨ ਤੇ ਕਰ ਸਕਦੇ ਹੋ, ਉਹਦੇ ਵਾਸਤੇ ਤੁਹਾਡਾ ਕੀ ਸੁਜੈਸ਼ਨ ਹੈ ਕਿ ਮਿਨੀਮਮ ਕਿੰਨੇ ਪ੍ਰੋਡਕਟਸ ਤੇ ਕਿੰਨੇ ਯੂਨਿਟਸ ਨਾਲ ਇਫ ਆਈ ਨੀਡ ਟੂ ਸਟਾਰਟ ਐਜ਼ ਅ ਲੀਸਟ। ਤੁਸੀਂ ਜਿਹੜੇ ਪ੍ਰੋਡਕਟਸ ਸਰਚ ਕਰ ਰਹੇ ਹੋ ਉਹਨਾਂ ਦੀ ਹੀਲੀਅਮ 10 ਤੇ ਡਿਮਾਂਡ ਚੈੱਕ ਕਰ ਰਹੇ ਹੋ? ਹਾਂਜੀ ਹਾਂਜੀ। ਓਕੇ ਦੈਟਸ ਗੁੱਡ। ਅਗਰ ਤੁਸੀਂ ਉਹ ਕਰ ਰਹੇ ਹੋ ਤਾਂ ਆਈ ਥਿੰਕ ਤੁਹਾਡਾ ਬਜਟ ਕੀ ਹੈ ਰਾਈਟ ਨਾਓ? I want to start with anything close to $1,500. ਓਕੇ ਦੈਨ ਆਈ ਥਿੰਕ ਤੁਹਾਨੂੰ ਇੱਕ ਜਾਂ ਦੋ ਪ੍ਰੋਡਕਟ ਹੀ ਕਰਨੇ ਪੈਣਗੇ, ਕਿਉਂਕਿ ਤੁਹਾਨੂੰ ਸ਼ਿਪਿੰਗ ਵੀ ਪੇ ਕਰਨੀ ਹੈ। ਸੋ ਆਈ ਰეკਮੈਂਡ ਕਿ ਤੁਸੀਂ ਇਟਸ ਵੈਰੀ ਕਲੋਜ਼ ਬਟ ਐਟਲੀਸਟ ਤੁਸੀਂ ਦੋ ਪ੍ਰੋਡਕਟ ਚੂਜ਼ ਕਰੋ, ਉਹਨਾਂ ਦੇ 100 ਯੂਨਿਟਸ ਜਿਹੜੇ ਆ ਕ੍ਰਿਸਮਸ ਸੀਜ਼ਨ ਲਈ ਅਗਰ ਤੁਸੀਂ 에ਅਰ ਫreight ਕਰਨੇ ਆ। ਟਰਾਈ ਟੂ ਗੋ ਅਰਾਊਂਡ $2,000 to $2,500, ਤਾਂ ਤੁਸੀਂ ਦੋ ਪ੍ਰੋਡਕਟ ਜਿਹੜੇ ਆ ਲਾਂਚ ਹੋ ਜਾਣਗੇ ਅਗਰ 100 ਯੂਨਿਟਸ ਹੈ, ਕਿਉਂਕਿ ਸ਼ਿਪਿੰਗ ਥੋੜੀ ਜਿਹੀ ਐਕਸਪੈਂਸਿਵ ਹੋਏਗੀ। ਓਕੇ ਤੇ ਓਕੇ ਦੂਜਾ ਸੁਜੈਸ਼ਨ ਮੇਰਾ ਇਹ ਹੈ ਕਿ ਤੁਸੀਂ ਪ੍ਰੋਡਕਟ ਜਿਹੜੇ ਛੋਟੇ ਚੂਜ਼ ਕਰੋ, ਜਿਹੜੇ 에ਅਰ ਫreighਟੇਬਲ ਹੋਣ ਐਂਡ ਉਹਨੇ ਇੱਕ ਬਾਕਸ ਦੇ ਵਿੱਚ ਹੀ ਸ਼ਿਪ ਹੋ ਜਾਣ। ਫੋਰ ਐਗਜ਼ਾਮਪਲ ਜਿੱਦਾਂ ਕਿ ਫਲਾਈਂਗ ਬਾਲਸ ਹੋ ਗਈਆਂ, ਜਾਂ ਫਿਰ ਕੋਈ ਛੋਟਾ ਗਿਫਟ ਸੈੱਟ ਹੋ ਗਿਆ, ਜਾਂ ਫਿਰ ਕੁਝ ਇਦਾਂ ਦੀ ਚੀਜ਼ ਜਿਹੜੀ ਇੱਕ ਬਾਕਸ 'ਚ 100 ਯੂਨਿਟ ਸ਼ਿਪ ਹੋ ਜਾਣ। ਸੋ ਸਟਿਕ ਟੂ ਟੂ, if you can't do 100 then do 50 units each for two products, but ਇੱਕ ਨਾ ਕਰਿਓ, ਐਟਲੀਸਟ ਦੋ ਪ੍ਰੋਡਕਟ ਜ਼ਰੂਰ ਕਰਿਓ। Okay, Baji. So if I stick to 50 units each, can I increase the product? For example, as you said, two, should I hit for four for 50 units each? If you Does can, that? yes, Okay. if you can. I would say, देखो, I would say 10 product, पर ਤੁਸੀਂ ਕਿਹਾ ਕਿ ਤੁਹਾਡਾ ਬਜਟ ਨਹੀਂ ਹੈ, so ਜਿੰਨੇ ਜ਼ਿਆਦਾ ਤੁਸੀਂ ਕਰੋਗੇ products, I think that's better. Okay, okay. But rather than going for 100 units, is that okay if I go for 50 units? If I want to see this like coming quarter, Yeah, just I think should be to good. have a bit of cash inflow so that I can then plan a private label parallelly. ਹਾਂਜੀ, definitely, yeah. Okay, Baji. No Thank you. worries. ਆਪਣਾ ਜਤਿੰਦਰ ਜੀ ਇੱਕ ਕੁਐਸਚਨ ਸੀਗਾ ਮੇਰਾ। ਹਾਂਜੀ ਇਹ ਜਦੋਂ ਲਿਸਟਿੰਗ ਕਰ ਰਹੇ ਹੁੰਦੇ ਆ ਤੇ ਉਦੋਂ ਉਹ ਆਪਣਾ ਕਹਿੰਦੇ ਕਿ ਵੀ ਜਿਹੜੇ ਪੈਕੇਜ ਦੀ ਡਾਈਮੈਂਸ਼ਨਸ ਤੇ weight ਮੰਗਦੇ ਆ, ਹਾਂਜੀ, ਤੇ ਉਹ ਫਿਰ ਕਿੱਥੋਂ ਆਪਾਂ ਲੈਣੇ? ਕੋਈ ਪ੍ਰੋਡਕਟ ਤਾਂ ਸਾਡੇ ਕੋਲ ਹੁੰਦਾ ਨਹੀਂ, ਤੇ ਉਹ ਤਾਂ ਉਹ ਸਿੱਧਾ ਤੁਹਾਨੂੰ ਹੀ ਸੋਰਸਿੰਗ ਏਜੰਟ ਹੀ ਦਿੰਦਾ ਜੀ। ਅੱਛਾ, ਸੋਰਸਿੰਗ ਏਜੰਟ ਹੀ ਦਿੰਦਾ। ਹਾਂਜੀ ਹਾਂਜੀ, ਉਹ ਸੋਰਸਿੰਗ ਏਜੰਟ ਤੁਹਾਨੂੰ ਸਾਰੀਆਂ ਡਾਈਮੈਂਸ਼ਨ ਸ਼ੀਟ ਦੇ ਵਿੱਚ ਪਾ ਕੇ ਦਿੰਦਾ ਕਿ ਤੁਹਾਡੇ ਪ੍ਰੋਡਕਟਸ ਦੀਆਂ ਕੀ ਡਾਈਮੈਂਸ਼ਨ ਨੇ, ਫਿਰ ਉਹਦੇ ਥਰੂ ਤੁਸੀਂ ਸ਼ਿਪਿੰਗ ਪਲਾਨ ਕ੍ਰੀਏਟ ਕਰਦੇ ਹੋ। ਠੀਕ ਹੈ, ਠੀਕ। ਹਾਂਜੀ ਓਕੇ ਜੀ, ਆਲ ਸਟਾਰਟ ਕਪਲ ਆਫ ਥਿੰਗਸ। ਮੈਂ ਛੋਟੀਆਂ ਚੀਜ਼ਾਂ, ਕਈ ਜਿਹੜੇ ਮੈਸੇजेस ਆਉਂਦੇ ਨੇ ਉਹ ਸ਼ੇਅਰ ਕਰਨੀਆਂ ਨੇ ਅੱਜ। ਇੱਕ ਤਾਂ ਬਾਈ ਬਾਕਸ ਕੀ ਹੁੰਦਾ? ਆਈ ਥਿੰਕ ਸੋ ਮੈਨੀ ਆਫ ਆਰ ਸਟੂਡੈਂਟਸ ਆਰ ਕਨਫਿਊਜ਼ਡ ਵਾਟ ਇਜ਼ ਬਾਈ ਬਾਕਸ। ਸੋ ਬਾਈ ਬਾਕਸ ਜਿਹੜਾ ਆ ਤੁਹਾਡੀ ਲਿਸਟਿੰਗਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਤੁਸੀਂ ਲਾਈਵ ਹੋ ਜਾਂਦੇ ਹੋ। ਸੋ ਲੈਟਸ ਹੈਵ ਅ ਲੁੱਕ। ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ।
ਲੈਟਸ ਸੇ ਤੁਸੀਂ this is one of the product ਜਿਹਦੇ ਵਿੱਚ ਜਿਹੜਾ ਕਾਫੀ ਕੰਪੀਟੀਟਿਵ ਹੈ ਸੋ ਇੱਕ ਸੋਪ ਹੈ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਾਈ ਬਾਕਸ ਜਿਹੜਾ ਆ ਉਹ ਕਿਉਂ ਇੰਪੋਰਟੈਂਟ ਹੁੰਦਾ ਸਪੈਸ਼ਲੀ ਹੋਲਸੇਲ ਦੇ ਵਿੱਚ ਹੁਣ ਫੋਰ ਐਗਜ਼ਾਮਪਲ ਇਹ ਇੱਕ ਲਿਸਟਿੰਗ ਹੈ ਸੋਪ ਹੈ ਇਹਦਾ ਨਾਮ ਹੈ ਕੋਜੀ ਸੈਨ ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ ਇੱਥੇ ਲਿਖਿਆ ਆ ਰਿਹਾ ਸ਼ਿਪਸ ਫਰੋਮ ਐਮਾਜ਼ਨ ਔਨ ਦ ਰਾਈਟ ਸਾਈਡ ਐਕਚੁਅਲ ਦੇ ਵਿੱਚ ਬਾਈ ਬਾਕਸ ਕੀ ਹੁੰਦਾ ਇੱਕ ਬਾਕਸ ਬਣਿਆ ਹੋਇਆ ਜਿਹੜਾ ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈ ਰਾਈਟ ਸੋ ਜਿਹੜੇ ਸੈਲਰ ਦਾ ਨਾਮ ਇੱਥੇ ਹੋਏਗਾ ਸੋਲਡ ਬਾਏ ਉਸੇ ਸੈਲਰ ਨੂੰ ਇਸ ਲਿਸਟਿੰਗ ਦੀ ਜਿਹੜੀ ਆ ਸੇਲਸ ਪ੍ਰੋਸੀਡ ਜਿਹੜੀਆਂ ਨੇ ਜਾਣਗੀਆਂ ਫੋਰ ਐਗਜ਼ਾਮਪਲ ਅਗਰ ਮੈਂ ਹੁਣ ਇਸ ਲਿਸਟਿੰਗ ਨੂੰ ਬਾਏ ਕਰਾਂ ਤਾਂ ਓਲੇ ਆਰ ਕਰਕੇ ਜਿਹੜਾ ਸੈਲਰ ਹੈ ਇਹ ਸੇਲ ਜਿਹੜੀ ਆ ਉਸ ਸੈਲਰ ਨੂੰ ਜਾਏਗੀ ਬਟ ਅਗਰ ਤੁਸੀਂ ਦੇਖੋ ਇੱਥੇ ਥੱਲੇ ਲਿਖਿਆ ਆ ਰਿਹਾ ਅਦਰ ਸੈਲਰਸ ਔਨ ਐਮਾਜ਼ਨ who are selling the same listing. So the first one is sold by Ali's Superstore. ਹੁਣ ਉਹਦਾ ਜਿਹੜਾ ਪ੍ਰਾਈਸ ਹੈ ਉਹ ਹੈਗਾ 1990 which is $19.90 ਤੇ ਜਿਹੜਾ ਇਸ ਸੈਲਰ ਦਾ ਪ੍ਰਾਈਸ ਹੈ ਉਹ ਹੈਗਾ $19.70 ਸੋ which means ਕਿ ਪਹਿਲੀ ਕੰਡੀਸ਼ਨ ਤਾਂ ਬਾਈ ਬਾਕਸ ਦੀ ਇਹ ਹੁੰਦੀ ਹੈ ਕਿ ਜਿਹਦਾ ਚੀਪਰ ਪ੍ਰਾਈਸ ਹੈ ਉਹਨੂੰ ਬਾਈ ਬਾਕਸ ਮਿਲਦਾ ਉਸ ਸੈਲਰ ਨੂੰ ਬਾਈ ਬਾਕਸ ਮਿਲਦਾ ਕਿਉਂਕਿ 1990 ਦਾ ਸੀ ਇਸ ਕਰਕੇ ਇਹਨੂੰ ਬਾਈ ਬਾਕਸ ਨਹੀਂ ਮਿਲਿਆ ਅਗਰ ਇਹ ਪ੍ਰਾਈਸ ਆਪਣਾ ਰਿਡਿਊਸ ਕਰਕੇ 1950 ਕਰ ਦੇ ਤਾਂ ਇੱਥੇ ਸੋਲਡ ਬਾਏ ਥੱਲੇ ਲਿਖਿਆ ਆ ਜਾਏਗਾ ਐਲੀਜ਼ ਸੁਪਰ ਸਟੋਰ ਕਿਉਂਕਿ ਇਹ ਆਪਣਾ ਪ੍ਰਾਈਸ ਉਹ ਤੋਂ ਕੱਟ ਕਰ ਦੇਗਾ ਰਾਈਟ ਹੁਣ ਉਸ ਤੋਂ ਬਾਅਦ ਹੈ $13 ਦਾ ਸੋਲਡ ਬਾਏ ਓਲੇਆਰ ਹੁਣ ਤੁਸੀਂ ਕਹਿ ਸਕਦੇ ਹੋ ਕਿ ਇਹ ਕਿਉਂ ਨਹੀਂ ਇਸ ਸੈਲਰ ਨੂੰ ਕਿਉਂ ਨਹੀਂ ਮਿਲ ਰਿਹਾ ਸੋ ਸੈਕਿੰਡ ਇਹ ਹੁੰਦਾ ਹੈ ਕਿ ਤੁਹਾਡੀਆਂ ਜਿਹੜੀਆਂ ਰੇਟਿੰਗਸ ਨੇ ਐਮਾਜ਼ਨ ਦੇ ਉੱਤੇ ਉਹ ਵੀ ਮੈਟਰ ਕਰਦੀਆਂ ਨੇ ਅਗਰ ਤੁਹਾਨੂੰ ਬਾਈ ਬਾਕਸ ਮਿਲਣਾ ਹੈ ਜਾਂ ਨਹੀਂ ਮਿਲਣਾ ਹੁਣ ਫੋਰ ਐਗਜ਼ਾਮਪਲ ਜਿਹੜਾ ਇਹ ਵਾਲਾ ਓਲੇ ਆਰ ਹੈ ਤਾਂ ਇਹਦੀਆਂ ਜਿਹੜੀਆਂ ਰੇਟਿੰਗਸ ਨੇ ਉਹ ਹੈਗੀਆਂ ਨੇ 4.4 ਐਂਡ ਜਿਹੜਾ ਇਹ $13 ਦਾ ਸੈਲ ਕਰ ਰਿਹਾ ਇਹਦੀ ਸਮਵੇਅਰ ਅਰਾਊਂਡ 4.4 ਹੀ ਹੈ ਬਟ ਐਮਾਜ਼ਨ ਨੇ ਸਟਿਲ ਜਿਹੜਾ ਬਾਈ ਬਾਕਸ ਹੈ ਇਹਨੂੰ ਦਿੱਤਾ ਹੋਇਆ ਹੈ ਐਂਡ ਦੀ ਅਦਰ ਥਿੰਗ ਇਜ਼ ਕਿ ਉਹ $13 ਵਾਲੀ ਜਿਹੜੀ ਹੈ FBM ਲਿਸਟਿੰਗ ਹੈ ਸੋ ਇਹ ਤੀਜਾ ਕਨਸੈਪਟ ਹੁੰਦਾ ਕਿ ਜਿਹੜੇ ਪ੍ਰੋਡਕਟਸ FBA ਦੇ ਵਿੱਚ ਨੇ ਜਿਹੜੇ ਸੈਲਰ ਕੋਲ ਉਹਨੂੰ ਬਾਈ ਬਾਕਸ ਦੀ ਪ੍ਰਾਇੋਰਟੀ ਹੁੰਦੀ ਹੈ ਹੁਣ ਫੋਰ ਐਗਜ਼ਾਮਪਲ ਜੇ ਤੁਸੀਂ ਕੋਈ ਵੀ ਪ੍ਰੋਡਕਟ ਹੋਲਸੇਲ ਕਰ ਰਹੇ ਹੋ ਤਾਂ ਬਾਈ ਬਾਕਸ ਤੁਹਾਨੂੰ ਤਿੰਨ ਚੀਜ਼ਾਂ ਨਾਲ ਮਿਲੇਗਾ ਸੋ ਫਰਸਟ ਥਿੰਗ ਇਜ਼ ਤੁਹਾਡਾ ਪ੍ਰਾਈਸ ਚੀਪਰ ਹੋਣਾ ਚਾਹੀਦਾ ਦੂਜੇ ਸੈਲਰ ਤੋਂ ਸੈਕਿੰਡ ਥਿੰਗ ਇਜ਼ ਤੁਹਾਡੇ ਅਕਾਊਂਟ ਤੇ ਰੇਟਿੰਗਸ ਅੱਛੀਆਂ ਹੋਣੀਆਂ ਚਾਹੀਦੀਆਂ ਨੇ ਥਰਡ ਥਿੰਗ ਇਜ਼ ਕਿ ਤੁਸੀਂ ਉਸ ਪ੍ਰੋਡਕਟ ਨੂੰ FBA ਕਰ ਰਹੇ ਹੋ ਅਗਰ ਤੁਸੀਂ FBA ਨਹੀਂ ਕਰ ਰਹੇ ਤੁਹਾਡਾ ਪ੍ਰਾਈਸ ਘੱਟ ਹੈ ਹੋ ਸਕਦਾ ਤੁਹਾਨੂੰ ਬਾਈ ਬਾਕਸ ਮਿਲ ਜੇ ਬਟ ਇਟ ਡਿਪੈਂਡਸ ਕਿ ਹੋ ਸਕਦਾ ਐਮਾਜ਼ਨ ਤੁਹਾਨੂੰ ਬਾਈ ਬਾਕਸ ਨਾ ਵੀ ਦੇਵੇ ਕਿਉਂਕਿ ਐਮਾਜ਼ਨ ਪ੍ਰੈਫਰ ਕਰਦਾ ਕਿ FBA ਲਿਸਟਿੰਗਸ ਨੂੰ ਬਾਈ ਬਾਕਸ ਦਿੱਤਾ ਜਾਵੇ ਇਸੇ ਕਰਕੇ ਮੈਂ ਹੋਲਸੇਲ ਜਿਹੜੇ ਬਿਗ ਬ੍ਰਾਂਡ ਨੇ ਫੋਰ ਐਗਜ਼ਾਮਪਲ ਕੋਲਗੇਟ ਜਿਹੜੇ ਬਹੁਤ ਇਨਫਲੂਐਂਸਰਸ ਸਿਖਾਉਂਦੇ ਨੇ ਕਿ ਤੁਸੀਂ ਹੋਲਸੇਲ ਕਰੋ ਉਹਦੇ ਵਿੱਚ ਇਹੀ ਪ੍ਰੋਬਲਮ ਆਉਂਦੀ ਹੈ ਵੀ ਹੁਣ ਲੈਟਸ ਸੇ ਤੁਸੀਂ ਕੋਲਗੇਟ ਦੀ ਕੋਈ ਲਿਸਟਿੰਗ ਜਿਹੜੀ ਹੈ ਸੈਲ ਕਰਨੀ ਹੈ ਐਜ਼ ਅ ਹੋਲਸੇਲ ਸਭ ਤੋਂ ਪਹਿਲੀ ਚੀਜ਼ ਇੱਕ ਤਾਂ ਪ੍ਰਾਈਸ ਬਹੁਤ ਘੱਟ ਹੁੰਦਾ ਹੈ $5 ਦਾ ਅਗਰ ਤੁਸੀਂ ਕੁਝ ਸੈਲ ਕਰੋਗੇ ਅਗਰ ਤੁਸੀਂ 20 ਯੂਨਿਟ ਵੀ ਸੈਲ ਕਰਦੇ ਹੋ then only you make $80 ਸੋ ਹੁਣ ਤੁਸੀਂ ਦੇਖੋ ਇੱਥੇ new 10 from so which means ਕਿ 10 ਹੋਰ ਸੈਲਰ ਇਸ ਲਿਸਟਿੰਗ ਤੇ ਕੰਪੀਟ ਕਰ ਰਹੇ ਨੇ ਸੋ ਸਭ ਤੋਂ ਪਹਿਲੇ ਨੰਬਰ ਵਾਲਾ ਜਿਹੜਾ ਸੈਲਰ ਹੈ ਉਹ ਹੈ $5 ਜੋ ਕਿ ਆਈ ਥਿੰਕ ਐਮਾਜ਼ਨ ਹੀ ਹੋਏਗਾ ਯੈਸ ਦੈਟਸ ਰਾਈਟ ਐਮਾਜ਼ਨ ਹੀ ਹੈ ਸੈਕਿੰਡ ਨੰਬਰ ਤੇ ਜਿਹੜਾ ਸੈਲਰ ਹੈ ਉਹ ਹੈਗਾ ਸਟੋਰ ਫਯੂ ਉਹ 720 ਦਾ ਸੈਲ ਕਰ ਰਿਹਾ ਹੁਣ ਇੱਕ ਹੋਰ ਸੈਲਰ ਹੈ ਯੂ ਕਲਿੱਕ ਵੀ ਡਿਲੀਵਰ ਉਹ $10 ਦਾ ਸੈਲ ਕਰ ਰਿਹਾ ਹੁਣ ਤੁਸੀਂ ਦੇਖੋ ਇਹੀ ਚੀਜ਼ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਤੁਸੀਂ ਅਗਰ ਕੋਲਗੇਟ ਦੀ ਟੂਥਪੇਸਟ ਕਿਸੇ ਡਿਸਟ੍ਰੀਬਿਊਟਰ ਤੋਂ ਆਸਟ੍ਰੇਲੀਆ ਤੋਂ $5 ਦੀ ਬਾਈ ਕੀਤੀ ਤਾਂ ਤੁਸੀਂ ਐਮਾਜ਼ਨ ਨਾਲ ਕੰਪੀਟ ਕਰੋਗੇ which means ਕਿ ਤੁਸੀਂ ਉੱਥੇ ਬਾਈ ਬਾਕਸ ਲੈ ਹੀ ਨਹੀਂ ਪਾਓਗੇ ਕਿਉਂਕਿ ਐਮਾਜ਼ਨ ਖੁਦ ਤੁਹਾਡੇ ਨਾਲ ਕੰਪੀਟ ਕਰ ਰਿਹਾ ਹੁਣ ਤੁਸੀਂ ਇਸ ਸੈਲਰ ਦੀ ਲੈ ਲਓ ਇਹ $10 ਦਾ ਸੈਲ ਕਰ ਰਿਹਾ ਤਾਂ ਇਹ ਕਿੱਥੋਂ ਐਮਾਜ਼ਨ ਨਾਲ ਕੰਪੀਟ ਕਰ ਲੇਗਾ ਕਿਉਂਕਿ ਉਹ 450 ਦਾ ਸੈਲ ਕਰ ਰਹੇ ਨੇ ਸੋ ਬਾਈ ਬਾਕਸ ਟਾਈਮ ਮਿਲੇਗਾ if you have a cheaper price you have FBA and you own the listing and ਤੁਹਾਡੀ ਰੇਟਿੰਗਸ ਅੱਛੀਆਂ ਨੇ that's why private label is much better ਕਿਉਂਕਿ private label ਦੇ ਵਿੱਚ ਤੁਸੀਂ ਕਿਸੇ ਨਾਲ ਕੰਪੀਟ ਨਹੀਂ ਕਰਦੇ ਤੁਹਾਨੂੰ ਜਿਹੜਾ ਪ੍ਰਾਈਸ ਹੈ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੇਂਜ ਕਰ ਸਕਦੇ ਹੋ ਕਿਉਂਕਿ ਉਹ ਲਿਸਟਿੰਗ ਤੁਹਾਡੀ ਹੁੰਦੀ ਹੈ ਇਹ ਲਿਸਟਿੰਗ ਜਿਹੜੀ ਹੈ ਇਹ ਕੋਲਗੇਟ ਦੀ ਹੈ ਹਮੇਸ਼ਾ ਕੋਲਗੇਟ ਦੀ ਹੀ ਰਹੇਗੀ ਨੋ ਡਾਊਟ ਇੱਥੇ ਜਿਹੜੀਆਂ ਸੇਲਸ ਦਿਖਾ ਰਿਹਾ ਇਹ 200 ਯੂਨਿਟ ਸੋਲਡ ਹੋਏ ਨੇ ਬਟ देयर इज नो यूज ਕਿਉਂਕਿ ਅਗਰ ਤੁਸੀਂ ਸਟਾਕ ਬਾਈ ਕੀਤਾ ਐਂਡ ਐਮਾਜ਼ਨ ਤੁਹਾਡੇ ਕੰਪੀਟੀਸ਼ਨ ਚ ਆ ਗਿਆ then you won't be able to compete so any questions in buy box I want to make it really clear on buy box ताकि
ਇਨ ਫਿਊਚਰ ਕੋਈ ਪ੍ਰੋਬਲਮ ਨਾ ਆਵੇ। ਬਾਏ ਬਾਕਸ ਦੇ ਉੱਤੇ ਅਗਰ ਕਿਸੇ ਦਾ ਕੁਐਸਚਨ ਹੈ ਤਾਂ ਪਲੀਜ਼ ਆਸਕ ਨਾਓ। पाजी अगर 2 FBA लिस्टिंग का प्राइस सेम हो तब इक्वल ऑर्डर्स आते हैं या फिर कुछ और नहीं, होता है? स्टिल उसको फिर एक और फैक्टर आता है, जिस सेलर ने उस लिस्टिंग पे ज्यादा यूनिट बेचे हैं उसको मिलेगा। अगर इसने 200 पीस बेचा महीने का Amazon विच इज Amazon, तो इसको मिलेगा। अगर मैंने 210 बेचे हैं तो वो बाय बॉक्स मेरे को मिल जाएगा अगर प्राइस सेम है तो। ओके। All the new student, any questions on buy box? Buy box ਕੀ ਹੁੰਦਾ ਹੈ, buy box ਕਿਸ ਤਰੀਕੇ ਨਾਲ ਅਚੀਵ ਹੁੰਦਾ ਹੈ? जी ਜਤਿੰਦਰ ਭਾਜੀ, ਸਾਗਰ ਗੱਲ ਕਰ ਰਿਹਾ। ਹਾਂਜੀ ਭਾਜੀ ਆਹੀ ਬਸ ਸੇਮ ਕੁਐਸਚਨ ਹੀ ਆ। ਬਾਈ ਬਾਕਸ ਬਾਰੇ ਹੁਣ ਮੈਂ ਪਹਿਲੀ ਵਾਰੀ ਸੁਣ ਰਿਹਾ ਹਾਂਜੀ ਕਿਉਂਕਿ ਮੈਂ ਰੀਸੈਂਟਲੀ ਜੁਆਇਨ ਕੀਤਾ ਤੁਹਾਨੂੰ, ਤੇ ਹਾਂਜੀ ਮੈਨੂੰ ਪਹਿਲੀ ਗੱਲ ਤਾਂ ਇਹੀ ਨਹੀਂ ਪਤਾ ਬਾਈ ਬਾਕਸ ਹੁੰਦਾ ਕੀ ਹੈ, ਹਾਂਜੀ ਤੇ ਲਾਈਕ ਇਹਦਾ ਹੁਣ ਫਾਇਦਾ ਕੀ ਹੈ ਕਿ ਲਾਈਕ ਹਾਊ ਇਟ ਵਰਕਸ। ਸੋ ਸੋ ਇਫ ਯੂ ਡੋਨਟ ਮਾਈਂਡ ਜਸਟ ਬਹੁਤ ਟੂ। ਸਿੰਪਲ ਲੈਂਗੁਏਜ ਦੇ ਵਿੱਚ ਮੈਂ ਇੱਕ ਵਾਰੀ ਟਰਾਈ ਕਰਦਾ ਐਕਸਪਲੇਨ ਕਰਨ ਦੀ। ਜਦੋਂ ਹਾਂਜੀ ਤੁਸੀਂ ਲਿਸਟਿੰਗ, ਹੁਣ ਮੇਰਾ ਇਹ ਸੈਲਰ ਸੈਂਟਰਲ ਦਾ ਅਕਾਊਂਟ ਹੈ ਜਿਹੜਾ ਤੁਸੀਂ ਰਾਈਟ ਨਾਓ ਦੇਖ ਰਹੇ ਹੋ ਇੱਥੇ, ਜਿਹਦੀ ਹੋਮ ਸਕਰੀਨ। ਹਾਂਜੀ ਫੋਰ ਐਗਜ਼ਾਮਪਲ ਮੈਂ ਆਪਣੀ FBA ਇਨਵੈਂਟਰੀ ਦੇ ਵਿੱਚ ਜਾਣਾ, ਰਾਈਟ। ਸੋ ਲੈਟਸ ਸੇ ਮੈਂ ਇੱਕ ਇੱਥੇ ਪ੍ਰੋਡਕਟ ਕ੍ਰੀਏਟ ਕੀਤਾ ਹੋਇਆ। ਆਲ ਦ ਨਿਊ ਸਟੂਡੈਂਟ ਪਲੀਜ਼ ਬਹੁਤ ਧਿਆਨ ਨਾਲ ਸੁਣਿਓ, ਤੁਹਾਡੇ ਲਈ ਵੀ ਇਹ ਜ਼ਰੂਰੀ ਹੋ ਸਕਦਾ। ਹੁਣ ਇਹ ਫੋਰ ਐਗਜ਼ਾਮਪਲ ਇਹ ਨਿਊਟਰੀਬੁਲਟ ਦਾ ਜਿਹੜਾ ਕੱਪ ਹੈ, ਹੁਣ ਇਹ ਹਾਂਜੀ ਰਿਪਲੇਸਮੈਂਟ ਕੱਪ ਹੈ, ਰਾਈਟ। ਤੇ ਇਹ ਮੈਂ ਹਾਂਜੀ $15 ਦਾ ਸੈਲ ਕਰ ਰਿਹਾ। ਹੁਣ ਫੋਰ ਐਗਜ਼ਾਮਪਲ ਤੁਸੀਂ ਆਏ, ਤੁਸੀਂ ਇਹਨੂੰ ਐਜ਼ ਅ ਹੋਲਸੇਲ ਆਪਣੇ ਅਕਾਊਂਟ ਦੇ ਵਿੱਚ ਲਿਸਟ ਕਰ ਲਿਆ, ਰਾਈਟ। ਤੁਸੀਂ ਲਿਸਟ ਕਰ ਲਿਆ ਤੇ ਠੀਕ ਤੁਸੀਂ ਹੈ ਇਹਦਾ ਜੀ। ਪ੍ਰਾਈਸ ਪਾਤਾ 1399, ਮੈਂ ਪਾਇਆ ਸੀ 1499, ਤੁਸੀਂ ਪਾਤਾ 1399। ਤਾਂ ਇੱਥੇ ਹੁਣ ਜਿਹੜਾ ਕਿ ਇੱਥੇ ਲਿਖਿਆ ਆ ਓਕੇ ਰਿਹਾ ਸੋਲਡ ਬਾਏ ਔਜ਼ੀ ਹੋਲਸੇਲ ਸਟੋਰ, ਤਾਂ ਇੱਥੇ ਲਿਖਿਆ ਆ ਜਾਏਗਾ ਸੋਲਡ ਬਾਏ ਸਾਗਰ ਅਰੋੜਾ ਜਾਂ ਜੋ ਵੀ ਤੁਸੀਂ ਸਟੋਰ ਦਾ ਨਾਮ ਰੱਖਿਆ ਹੋਏਗਾ। ਹਾਂਜੀ ਹਾਂਜੀ ਮੇਰੀ ਜਿਹੜੀ ਲਿਸਟਿੰਗ ਆ ਉਹ ਥੱਲੇ ਚੱਲ ਜਾਏਗੀ ਕਿਉਂਕਿ ਮੇਰੀ ਲਿਸਟਿੰਗ ਐਕਸਪੈਂਸਿਵ ਹੈ। ਓਕੇ। ਸੋ ਜਿਹੜਾ ਆਰਡਰ ਪਲੇਸ ਹੋਏਗਾ ਤੇ ਉਹ ਆਰਡਰ ਮੈਨੂੰ ਆ ਜਾਏਗਾ ਲਾਈਕ ਰਦਰ ਉਹ ਦੈਨ ਤੁਹਾਨੂੰ ਤੁਹਾਨੂੰ ਆ ਜਾਣ। ਜਾਏਗਾ, ਤੁਹਾਡੇ ਅਕਾਊਂਟ 'ਚ ਸ਼ੋ ਹੋ ਜਾਏਗਾ ਵੀ ਤੁਹਾਡੀ ਇੱਕ ਸੇਲ ਹੋਗੀ। ਫਿਰ ਅਗਰ ਮੈਂ ਦੇਖ ਲਿਆ ਕਿ ਓਕੇ ਸਾਗਰ ਅਰੋੜਾ ਨੇ ਮੇਰੀ ਲਿਸਟਿੰਗ ਤੇ 1399 ਦਾ ਪ੍ਰਾਈਸ ਪਾਤਾ ਤੇ ਮੈਂ ਉਹਨੂੰ 1299 ਕਰਤਾ, ਤਾਂ ਉਹ ਫਿਰ ਅਗੇਨ ਇੱਥੇ ਲਿਖਿਆ ਆ ਜਾਏਗਾ ਸੋਲਡ ਬਾਏ ਔਜ਼ੀ ਹੋਲਸੇਲ ਸਟੋਰ। ਪਰ ਇਹ ਹੁੰਦਾ ਉਦੋਂ ਜਿਹੜੀਆਂ ਹੋਲਸੇਲਸ ਦੀਆਂ ਲਿਸਟਿੰਗ ਹੁੰਦੀਆਂ ਨੇ, ਜਿਹੜੀਆਂ ਤੁਸੀਂ ਕਿਸੇ ਹੋਰ ਦੇ ਬ੍ਰਾਂਡ ਤੇ ਸੈਲ ਕਰ ਦਿਓ। ਬਟ ਮਤਲਬ ਜਦੋਂ ਤੁਸੀਂ ਪ੍ਰਾਈਵੇਟ ਬ੍ਰਾਂਡ ਦੇ ਵਿੱਚ ਨਹੀਂ ਹੋਏਗਾ ਇਹ ਜੀ। ਨਹੀਂ ਹੋਏਗਾ। ਹੁਣ ਫੋਰ ਐਗਜ਼ਾਮਪਲ ਮੇਰਾ ਜਿਹੜਾ ਬ੍ਰਾਂਡ ਹੈ ਔਰਕੂ ਦਾ, ਅਗਰ ਮੇਰੀ ਲਿਸਟਿੰਗ ਤੇ ਕੋਈ ਸੈਲ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਮੇਰੇ ਕੋਲ ਉਹਦਾ ਟ੍ਰੇਡਮਾਰਕ ਹੈ, ਰਾਈਟ। ਫੋਰ ਐਗਜ਼ਾਮਪਲ ਹੁਣ ਆ ਮੇਰੀ ਲਿਸਟਿੰਗ ਹੈ, ਰਾਈਟ। ਓਕੇ ਇਹਦੇ ਤੇ ਹੁਣ ਕੋਈ ਨਹੀਂ ਸੈਲ ਕਰ ਸਕਦਾ ਮੇਰੇ ਤੋਂ ਇਲਾਵਾ। ਅਗਰ ਕੋਈ ਕਰੇਗਾ ਤਾਂ ਮੈਂ Amazon ਨੂੰ ਰਿਪੋਰਟ ਕਰੂੰਗਾ, Amazon ਉਹਨਾਂ ਦਾ ਜਿਹੜਾ ਪ੍ਰੋਡਕਟ ਪੇਜ ਆ ਉਹਨੂੰ ਸਸਪੈਂਡ ਕਰ ਦੇਗਾ ਕਿ ਤੁਸੀਂ ਕਿਸੇ ਦੇ ਸਟੋਰ ਤੇ ਲਿਸਟ ਨਹੀਂ ਕਰ ਸਕਦੇ ਪ੍ਰੋਡਕਟਸ। ਓਕੇ। ਦੈਟਸ ਦ ਤੇ ਡਿਫਰੈਂਸ। ਅਸੀਂ ਕਿਸੇ ਹੋਰ ਲਾਈਕ ਤੁਸੀਂ ਕਹਿ ਰਹੇ ਹੋ ਕਿ ਕਿਸੇ ਹੋਰ ਦੀ ਲਿਸਟਿੰਗ ਦੇ ਉੱਤੇ ਅਸੀਂ ਆਪਣੀ ਲਿਸਟ ਕਰ ਸਕਦੇ ਹਾਂ। ਹਾਂਜੀ, ਉਹ ਹਾਊ ਇਜ਼ ਦੈਟ ਪੋਸੀਬਲ? ਸੌਰੀ। ਉਹ ਤਾਂ ਪੋਸੀਬਲ ਹੈ ਕਿਉਂਕਿ ਆਪਾਂ US ਦੇ ਵਿੱਚੋਂ ਛੋਟੇ ਬ੍ਰਾਂਡ ਚੱਕਦੇ ਹਾਂ ਜਿਹੜੇ ਆਸਟ੍ਰੇਲੀਆ 'ਚ ਨਹੀਂ ਸੈਲ ਕਰਦੇ। ਓਕੇ ਜਿੱਦਾਂ ਪਰਮਿੰਦਰ ਨੇ ਹੁਣ ਰੀਸੈਂਟਲੀ ਟॉयਜ਼ ਦੇ ਵਿੱਚ 2-3 ਪ੍ਰੋਡਕਟ ਚੱਕੇ ਨੇ ਐਂਡ ਹੀ ਸਟਾਰਟਡ ਮੇਕਿੰਗ ਮਨੀ ਔਨ ਦੈਟ। ਦ ਰੀਜ਼ਨ ਬੀਇੰਗ ਕਿ ਉਹ ਛੋਟੇ ਬ੍ਰਾਂਡਸ ਨੇ, ਦੇ ਨੋ ਵਾਂਟ ਟੂ ਕਮ ਟੂ ਥੀਸ ਸਮਾਲ ਕੰਟਰੀਜ਼, ਬਟ ਸਾਡੀ ਕੰਟਰੀ ਦੇ ਵਿੱਚ ਉਹਨਾਂ ਦੀ ਬਹੁਤ, ਜੇ ਅਸੀਂ 10 ਯੂਨਿਟ ਵੀ ਵੇਚਦੇ ਡਿਮਾਂਡ ਹਾਂ, ਹੈ। ਲੈਟਸ ਸੇ ਉਹ $25 ਦੀ ਲਿਸਟਿੰਗ ਆ, ਵੀ ਡੂ $250 ਸੇਲਸ। ਸੋ ਅਮਰੀਕਨ ਪ੍ਰੋਡਕਟ ਜਿਹੜਾ ਆਪਣੇ ਆਸਟ੍ਰੇਲੀਆ ਦੇ ਵਿੱਚ ਕੋਈ ਹੋਰ ਨਹੀਂ ਸੈਲ ਕਰ ਰਿਹਾ, ਸੋ ਵੀ ਕੈਨ ਟੇਕ देयर ਬ੍ਰਾਂਡ ਐਂਡ ਲਿਸਟ ਇਟ ਇਨ ਆਸਟ੍ਰੇਲੀਆ ਮਾਰਕੀਟ, ਹਾਂਜੀ, ਰਾਈਟ? ਯਪ ਦੈਟਸ ਰਾਈਟ। ਓਕੇ ਤੇ ਭਾਜੀ ਜਿਹੜੇ ਠੀਕ ਹੈ। ਉੱਥੋਂ ਡਿਲੀਵਰ ਹੋ ਰਹੇ ਉਹ ਪ੍ਰੋਡਕਟ ਉਹ ਤਾਂ ਵੇਚ ਸਕਦੇ ਨੇ ਜਿਹੜੇ ਅਮਰੀਕਾ ਤੋਂ ਡਿਲੀਵਰ ਹੁੰਦੇ ਆ, ਕਿਹੜੇ ਜੀ, ਕਿੱਦਾਂ? ਮੈਂ ਸਮਝਿਆ ਨਹੀਂ। ਜਿਹੜੇ ਇੰਟਰਨੈਸ਼ਨਲ ਡਿਲੀਵਰ ਮਤਲਬ ਆਪਣੇ ਇੱਥੇ ਦੀ EU ਮਾਰਕੀਟ 'ਚ ਵੀ ਦਿਖਾਉਂਦਾ ਹੁੰਦਾ ਹਾਂਜੀ ਉੱਧਰ ਉਹ ਤੁਹਾਨੂੰ ਹੀ ਉਧਰਲੇ ਬਾਏ ਪ੍ਰੋਡਕਟ। ਬਾਕਸ ਮਿਲੇਗਾ। ਹਾਂਜੀ, ਉਹ ਤੁਹਾਨੂੰ ਹੀ ਬਾਏ ਬਾਕਸ ਮਿਲੇਗਾ ਅਗਰ ਤੁਸੀਂ ਉਹਨਾਂ ਨੂੰ ਕਰੋਗੇ ਤਾਂ। ਸੋ ਭਾਜੀ ਜਿਵੇਂ ਹੋਲਸੇਲ ਵਾਸਤੇ ਤੁਸੀਂ ਦੱਸਿਆ ਕਿ ਕੋਈ ਵੀ ਅਮਰੀਕਨ ਪ੍ਰੋਡਕਟ ਅਸੀਂ ਇੱਥੇ ਆਸਟ੍ਰੇਲੀਅਨ ਮਾਰਕੀਟ ਤੇ ਅਸੀਂ ਲਿਸਟ ਕਰਦੇ ਹਾਂ, ਅਗੇਨ ਬਾਏ ਬਾਕਸ ਰੂਲਸ ਅਪਲਾਈ ਐਸ ਦ ਸੇਮ ਕਿ ਜੇ ਸਾਡਾ ਉਹਦੇ ਨਾਲ ਰੇਟ ਘੱਟ ਹੋਏਗਾ ਤਾਂ ਹੀ ਸਾਨੂੰ ਬਾਏ ਬਾਕਸ ਮਿਲਣਾ, ਈਵਨ ਇਫ ਵੀ ਆਰ ਦ ਵੈਰੀ ਵਨ ਜਿਹੜੇ ਅਸੀਂ ਉਹ ਲਿਸਟ ਕਰ ਰਹੇ ਹਾਂ ਆਸਟ੍ਰੇਲੀਅਨ ਮਾਰਕੀਟ 'ਚ। ਹਾਂਜੀ, then also these rule be the same, or ਜੇ ਮੰਨ ਲਓ ਮੇਰੇ ਨਾਲ ਕੋਈ ਹੋਰ already ਉਸੀ product ਦੀ listing ਹੈਗੀ ਆ and then I am the second seller in Australian market, then that buy box rule applies. ਸੇਮ ਲਿਸਟਿੰਗ ਦੇ ਉੱਤੇ? ਹਾਂਜੀ same listing ਉੱਤੇ। ਫੋਰ ਐਗਜ਼ਾਮਪਲ ਅਗਰ ਕੋਈ ਆਲਰੇਡੀ ਸੈਲ ਕਰ ਰਿਹਾ ਉਸ ਲਿਸਟਿੰਗ ਤੇ? ਹਾਂਜੀ, ਦੋ ਕੇਸਿਸ ਆ। ਪਹਿਲਾ ਕਿ ਜਿਹੜਾ ਅਸੀਂ ਪ੍ਰੋਡਕਟ ਚੱਕੀਏ ਅਮਰੀਕਨ ਮਾਰਕੀਟ ਤੋਂ ਤੇ ਇੱਥੇ ਕੋਈ ਸੈਲ ਨਹੀਂ ਕਰ ਰਿਹਾ, ਪਰ ਅਸੀਂ ਉਸ ਲਿਸਟਿੰਗ ਤੇ ਆਸਟ੍ਰੇਲੀਅਨ ਮਾਰਕੀਟ ਤੇ ਲਿਸਟਿੰਗ ਤੇ ਪਾਇਆ। ਹਾਂਜੀ,
then how the buy box works, if that product is already in Australian listing with someone else, कोई और competitor है पर ਅਸੀਂ ਹੁਣ ਫੇਰ ਪਾਣਾ ਹੈ ਤਾਂ ਫਿਰ then how buy box works? Okay, let me explain. So the first case is ਤੁਸੀਂ US ਦੇ ਵਿੱਚੋਂ ਕੋਈ listing ਚੱਕੀ, ਮੈਂ ਇੱਕ example ਦਿੰਨਾ ਉਹਦੀ, for example it's a gun decanter. So ਗਨ ਡਿਕੈਂਟਰ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਹੁਣ ਰਾਈਟ ਨਾਓ ਜਿਹੜੀ ਇੱਥੇ ਲਿਸਟਿੰਗ ਸ਼ੋ ਹੋ ਰਹੀ ਹੈ, ਆਪਾਂ ਫੋਰ ਐਗਜ਼ਾਮਪਲ ਆਹ ਵਾਲੀ ਲਿਸਟਿੰਗ ਸ਼ੋ ਹੋ ਰਹੀ ਹੈ, ਕਹਿ ਰਹੀ ਹੈ ਫ੍ਰੀ ਇੰਟਰਨੈਸ਼ਨਲ ਡਿਲੀਵਰੀ, ਐਮਾਜ਼ਨ US ਤੋਂ ਹੈ, ਰਾਈਟ। ਸੋ ਇਹ ਲਿਸਟਿੰਗ ਜਿਹੜੀ ਹੈ ਇਹਦੇ ਉੱਤੇ ਹੁਣ ਇਸ ਟਾਈਮ ਕੋਈ ਵੀ ਸੈਲਰ ਨਹੀਂ ਹੈਗਾ। ਸੋ ਅਗਰ ਤੁਸੀਂ ਇਹ ਪ੍ਰੋਡਕਟ ਦਾ ਸਟਾਕ ਚਾਈਨਾ ਤੋਂ ਮੰਗਵਾ ਕੇ ਇਸ ਲਿਸਟਿੰਗ ਨੂੰ ਆਪਣੇ 'ਚ ਲਿਸਟ ਕਰ ਦਿਓ ਐਂਡ ਅਗਰ ਇਹ ਲਿਸਟ ਹੋਣ ਦੇ ਕਾਬਿਲ ਹੈ, ਵਿਚ ਮੀਨਸ ਕਿ ਇਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਤਾਂ ਬਾਈ ਬਾਕਸ ਸਟ੍ਰੇਟ ਅਵੇ ਤੁਹਾਨੂੰ ਮਿਲ ਜਾਏਗਾ। ਮੇਕ ਸੈਂਸ? ਕਿਉਂਕਿ ਇਹਦੇ ਤੇ ਕੋਈ ਹੋਰ ਸੈਲਰ ਨਹੀਂ ਹੈਗਾ, ਕਿਉਂਕਿ ਅਮਰੀਕਾ ਤੋਂ ਸ਼ਿਪ ਹੋ ਰਿਹਾ, ਜਿੱਥੇ ਇਹ ਫਰਾਈਡੇ 3rd of November ਨੂੰ ਡਿਲੀਵਰ ਹੋਣਾ ਸੀ। ਜੇ ਤੁਹਾਡਾ ਸਟਾਕ ਆ ਗਿਆ ਤਾਂ ਅੱਜ ਕੀ ਹੈ 16th of October, ਤਾਂ ਤੁਹਾਡਾ ਪ੍ਰੋਡਕਟ 18th of October ਨੂੰ ਕਸਟਮਰ ਦੇ ਘਰੇ ਜਿਹੜਾ ਆ ਡਿਲੀਵਰ ਹੋਣ ਦੇ ਲਈ ਐਲੀਜੀਬਲ ਹੋ ਜਾਏਗਾ। ਸੋ ਐਮਾਜ਼ਨ ਤੁਹਾਨੂੰ ਬਾਈ ਬਾਕਸ ਦੇ ਦੇਗਾ। ਸੈਕਿੰਡ ਕੇਸ ਉਹੀ ਹੈ ਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ, ਫੋਰ ਐਗਜ਼ਾਮਪਲ ਆ ਜਿਹੜਾ ਕੋਜੀ ਸੈਨ ਦਾ ਜਿਹੜਾ ਸੋਪ ਸੀਗਾ, ਉਹ ਵੀ ਅਮਰੀਕਾ ਤੋਂ ਹੀ ਇਹਨਾਂ ਸੈਲਰਸ ਨੇ ਲਿਸਟਿੰਗਸ ਚੱਕੀਆਂ ਹੋਈਆਂ ਨੇ। ਫੋਰ ਐਗਜ਼ਾਮਪਲ ਜਿਹੜੀ ਆ ਕੋਜੀ ਸੈਨ ਦੀ ਲਿਸਟਿੰਗ ਅਮਰੀਕਾ ਦੀ ਹੈ, ਇਹਦੇ ਉੱਤੇ ਆਲਰੇਡੀ ਹੁਣ ਇੱਥੇ ਕੋਈ ਸੈਲਰ ਸੈਲ ਕਰ ਰਿਹਾ ਵਿਚ ਇਜ਼ ਐਲੀਜ਼ ਸੁਪਰ ਸਟੋਰ, ਰਾਈਟ। ਸੋ ਹੁਣ ਇਹਦੇ ਥੱਲੇ ਆਲਰੇਡੀ ਇੱਕ ਹੋਰ ਸੈਲਰ ਹੈ ਜਿਹੜਾ ਕਿ ਨਹੀਂ, ਇਹਦੇ ਤੇ ਕੋਈ ਨਹੀਂ ਹੈਗਾ। ਸੋ ਲੈਟਸ ਟੇਕ ਐਨ ਐਗਜ਼ਾਮਪਲ ਆਫ, ਇਹਦੇ ਤੇ ਸਿਰਫ ਇੱਕੋ ਹੀ ਸੈਲਰ ਹੈ। ਆਪਾਂ ਲੈਂਦੇ ਹਾਂ ਇਹਦੀ ਐਗਜ਼ਾਮਪਲ ਫਸਟ ਵਨ ਦੀ। ਸੋ ਇਹਦੇ ਵਿੱਚ ਓਲੇ ਆਰ ਸੈਲ ਕਰ ਰਿਹਾ, ਤਾਂ ਇਹਦੇ ਥੱਲੇ ਜਿਹੜੇ ਸੈਲਰ ਹੈ ਐਲੀਜ਼ ਸੁਪਰ ਸਟੋਰ। ਇੱਥੇ ਮੈਂ ਫਿਰ ਇਹੀ ਦੱਸਿਆ ਸੀ ਕਿ ਫੋਰ ਐਗਜ਼ਾਮਪਲ ਐਲੀਜ਼ ਸੁਪਰ ਸਟੋਰ ਤੁਹਾਡਾ ਹੈ ਤੇ ਜਿਹੜਾ ਓਲੇ ਆਰ ਕੋਈ ਹੋਰ ਕੰਪੀਟੀਟਰ ਹੈ, ਤਾਂ ਤੁਹਾਨੂੰ ਬਾਈ ਬਾਕਸ ਤਾਂ ਮਿਲੇਗਾ ਜਾਂ ਤਾਂ ਤੁਸੀਂ 1970 ਤੋਂ ਪ੍ਰਾਈਸ ਘੱਟ ਕਰੋ, ਕਿਉਂਕਿ ਇਹ ਵੀ FBA ਚੋਂ ਸ਼ਿਪ ਕਰ ਰਹੇ ਆ ਵਿਚ ਇਜ਼ ਸ਼ਿਪ ਫਰੋਮ ਐਮਾਜ਼ਨ, ਤੇ ਤੁਸੀਂ ਵੀ FBA ਕਰ ਰਹੇ ਹੋ। ਸੋ ਉਹ ਪੁਆਇੰਟ ਕੈਂਸਲ ਆਊਟ ਹੋ ਗਿਆ ਕਿਉਂਕਿ ਤੁਸੀਂ ਦੋਨੋਂ FBA ਸੈਲਰ ਹੋ। ਸੈਕਿੰਡ ਥਿੰਗ ਇਹ ਹੋਏਗੀ ਕਿ ਤੁਹਾਡੀ ਅਕਾਊਂਟ ਦੀ ਜਿਹੜੀ ਰੇਟਿੰਗ ਆ ਕਿਹੜੇ ਅਕਾਊਂਟ ਦੀ ਬੈਟਰ ਹੈ। ਅਗਰ ਤੁਹਾਡੀ ਬੈਟਰ ਹੈ ਤਾਂ ਤੁਹਾਨੂੰ ਬਾਈ ਬਾਕਸ ਮਿਲ ਜਾਏਗਾ, ਰਾਈਟ। ਉਸ ਤੋਂ ਬਾਅਦ ਅਗਰ ਤੁਹਾਡਾ ਦੋਨਾਂ ਦਾ ਪ੍ਰਾਈਸ ਸੇਮ ਹੈ ਤਾਂ ਐਮਾਜ਼ਨ ਦੇਖੇਗਾ ਕਿ ਹੂ ਹੈਜ਼ ਸੋਲਡ ਮੋਰ ਨੰਬਰ ਆਫ ਯੂਨਿਟਸ। ਹਾਂਜੀ, ਸੋ ਡਸ ਦੈਟ ਮੇਕ ਸੈਂਸ? ਹੁਣ ਯੈਸ ਇਟ ਡਸ। ਤੇ ਜਿਹੜਾ ਫਰਸਟ ਕੇਸ ਤੁਸੀਂ ਦੱਸਿਆ ਸੀ ਕਿ ਮੰਨ ਲਓ ਸਾਡੀ ਜਲਦੀ ਡਿਲੀਵਰੀ ਹੁੰਦੀ ਹੈ ਤਾਂ ਸਾਨੂੰ ਬਾਈ ਬਾਕਸ ਮਿਲ ਜਾਏਗਾ, ਬਟ ਇਟ ਅਪਲਾਈਜ਼ ਸੇਮ ਕਿ ਜਿਵੇਂ ਉਹ $119 ਦਾ ਸੀਗਾ, ਅਸੀਂ ਆਸਟ੍ਰੇਲੀਅਨ ਡਾਲਰ ਵਿੱਚ ਕੰਪੀਟੀਟਿਵ ਮਾਰਕੀਟ 'ਚ ਅਸੀਂ ਜੇ ਰੇਟ ਘੱਟ ਰੱਖਾਂਗੇ then that is beneficial? ਯੈਸ ਕਿਉਂਕਿ ਅਗਰ $130 ਤੋਂ ਵੱਧ, ਹਾਂਜੀ, ਕਿਉਂਕਿ ਹੋ ਸਕਦਾ ਹੈ ਤੁਸੀਂ $130 ਵੀ ਰੱਖੋ, then also you get the buy box, the reason being ਤੁਹਾਡੇ ਕੋਲ FBA ਲਿਸਟਿੰਗ ਹੈ। Okay. ਕਿਉਂਕਿ you can deliver the product very fast. That's the most important thing for Amazon ਦੇ ਲਈ customer experience is number one thing. ਕਸਟਮਰ ਦੇ ਲਈ Amazon ਤੁਹਾਨੂੰ ਸਸਪੈਂਡ ਵੀ ਕਰ ਸਕਦਾ ਹੈ, ਕਸਟਮਰ ਦੇ ਲਈ Amazon ਤੁਹਾਨੂੰ ਰਿਵਾਰਡ ਵੀ ਕਰ ਸਕਦਾ ਹੈ। ਸੋ ਅਗਰ ਤੁਸੀਂ ਕਸਟਮਰ ਨੂੰ FBA ਦੇ ਥਰੂ ਡਿਲੀਵਰੀ ਛੇਤੀ ਦੋਗੇ ਤਾਂ I think you will get the buy box even if you sell it for $150, but ਇਹ ਪ੍ਰੋਡਕਟ ਕੋਈ ਇੰਨੇ ਮਹਿੰਗੇ ਨਹੀਂ ਹੁੰਦੇ। You can source it for $15-16, $20 and then sell it for $100, even then you can make margin. Okay. ਜਤਿੰਦਰ, ਇਹ ਜਿਹੜਾ ਡਿਕੈਂਟਰ ਦੀ ਐਗਜ਼ਾਮਪਲ ਦਿੱਤੀ ਹੈ, ਇਹ Amazon US ਤੇ ਕੋਲ ਦਾ ਬਾਈ ਬਾਕਸ ਹੈ ਐਟ ਦ ਮੋਮੈਂਟ। ਯਪ, ਤਾਂ ਵੀ ਤੁਹਾਨੂੰ ਬਾਈ ਬਾਕਸ ਦੇ ਦੂਗਾ Amazon? depends. So let's check. ਆਪਾਂ ਚੈੱਕ ਹੀ ਕਰ ਲੈਂਦੇ ਹਾਂ। ਸੋ ਕਾਪੀ ਦੀ SN ਨੰਬਰ, ਬਾਈ ਬਾਕਸ ਤਾਂ ਤੁਹਾਨੂੰ ਮਿਲ ਜਾਏਗਾ। ਦੀ ਓਨਲੀ ਥਿੰਗ ਇਸ ਕਿ ਇਹ ਲਿਸਟਿੰਗ ਐਲੀਜੀਬਲ ਹੈ ਜਾਂ ਨਹੀਂ, ਤੁਸੀਂ ਇਹਨੂੰ ਸੈਲ ਕਰ ਸਕਦੇ ਹੋ ਜਾਂ ਨਹੀਂ, ਕਿਉਂਕਿ ਕਈ ਬ੍ਰਾਂਡਸ ਜਿਹੜੇ ਆ, ਤੁਸੀਂ ਮੈਂ ਆਈ ਥਿੰਕ ਲਾਸਟ ਟਾਈਮ ਵੀ ਦੱਸਿਆ ਸੀ ਕਿ ਉੱਥੇ ਅਪਲਾਈ ਟੂ ਸੈਲ ਆਉਂਦਾ ਹੈ। ਸੋ ਅਗਰ ਇਹਦੇ ਤੇ ਅਪਲਾਈ ਟੂ ਸੈਲ ਆਇਆ then we can't. ਯਪ, ਸੀ ਇੱਥੇ ਹੁਣ ਅਪਲਾਈ ਟੂ ਸੈਲ ਆ ਰਿਹਾ ਵਿਚ ਮੀਨਸ ਵੀ ਕਾਂਟ ਸੈਲ ਦਿਸ, ਕਿਉਂਕਿ ਇਹ ਜਿਹੜਾ ਬ੍ਰਾਂਡ ਦਾ ਜਿਹੜਾ ਵੀ ਓਨਰ ਹੈ ਜਾਂ ਜਿਹੜਾ ਵੀ ਸੈਲਰ ਹੈ, ਉਹਨਾਂ ਨੇ ਆਪਣੇ ਟ੍ਰੇਡਮਾਰਕ ਨੂੰ ਰਜਿਸਟਰ ਕੀਤਾ ਹੋਇਆ। they don't want to sell anyone, ਮਤਲਬ ਕੋਈ ਹੋਰ ਸੈਲਰ ਨੂੰ ਇਹ ਸੈਲ ਨਹੀਂ ਕਰਨਾ ਚਾਹੁੰਦੇ। ਉਹੀ ਅਗਰ ਆਪਾਂ ਇਸ ਲਿਸਟਿੰਗ ਨੂੰ ਚੱਕੀਏ, ਲੈਟਸ ਹੈਵ ਅ ਲੁੱਕ ਔਨ ਦਿਸ ਵਨ। ਸੋ ਕਾਪੀ ਦੀ SN ਨੰਬਰ, ਅਗੇਨ ਇਹਨੂੰ ਵੀ ਨਹੀਂ ਸੈਲ ਕਰ ਸਕਦੇ ਆਪਾਂ, ਇੱਥੇ ਵੀ ਅਪਲਾਈ ਟੂ ਸੈਲ ਆ ਰਿਹਾ। ਸੋ ਲੈਟਸ ਹੈਵ ਅ ਲੁੱਕ ਔਨ ਦਿਸ, ਬਟ ਇਹਦੇ ਤੇ ਤਾਂ ਰਿਵਿਊ ਨਹੀਂ ਹੈਗਾ, ਸੋ ਵਿਲ ਨਾਟ ਪਿਕ ਦੈਟ। ਇਹਦੀ ਐਗਜ਼ਾਮਪਲ ਲੈ ਲੈਂਦੇ ਆਪਾਂ, ਸ਼ਾਰਟ ਗਨ ਡਿਕੈਂਟਰ,
ਬਟ ਅਗੇਨ ਤੁਸੀਂ ਇਹਨੂੰ ਕਰ ਨਹੀਂ ਸਕਦੇ ਕਿਉਂਕਿ ਇਹਦੇ 'ਚ ਗਿਫਟ ਬਾਕਸ ਹੈ। then you need a exactly same gift box. This is a very unique thing. Tank ਅਮਰੀਕਾ ਦੇ ਵਿੱਚ ਇੱਦਾਂ ਦੇ ਪ੍ਰੋਡਕਟ ਕਾਫੀ ਸੈਲ ਹੁੰਦੇ ਨੇ, ਸੋ ਅਗਰ ਤੁਸੀਂ ਇੱਦਾਂ ਦੇ ਲੈ ਕੇ ਆਉਂਦੇ ਹੋ ਤਾਂ I think you have a chance, but never order more than 50 units. No, again, apply to sell. So ਇਹ ਤੁਹਾਨੂੰ Tanvi and Piyush, you need to be aware about ਕਿ ਉਹ apply to sell ਨਹੀਂ ਆਣਾ ਚਾਹੀਦਾ, and the reviews are there on Amazon, then only you need to sell, otherwise ਤੁਸੀਂ ਉਹਦਾ ਕੋਈ benefit ਨਹੀਂ ਹੈ ਤੁਹਾਨੂੰ sell ਕਰਨ ਦਾ। Okay. ਹਾਂਜੀ, I'm trying again. Thank you. This one. ਜਤਿੰਦਰ ਭਾਈ ਮੇਰਾ ਇੱਕ ਸਵਾਲ ਸੀ। ਹਾਂਜੀ ਜਤਿੰਦਰ ਭਾਈ ਜਿੱਦਾਂ ਕਿ ਤੁਹਾਡਾ ਕੋਡ ਕੋ ਹੈਗਾ, ਤੁਸੀਂ ਟ੍ਰੇਡਮਾਰਕ ਲਿਆ ਹੋਇਆ, ਆਪਾਂ ਦੇਖਦੇ ਹਾਂ ਇੱਥੇ ਕਿ ਆਪਾਂ ਉਹ ਸੈੱਲ ਕਰ ਸਕਦੇ ਹਾਂ, ਤੇ ਅਗਰ ਉਹ ਬੰਦਾ ਸਾਨੂੰ ਆਪਣੀ ਲਿਸਟਿੰਗ ਤੇ ਆ ਕੇ ਦੇਖਦਾ ਵਾ ਕਿ ਇਹ ਬੰਦਾ ਮੇਰੇ ਨਾਲ ਕਰ ਰਿਹਾ, ਹਾਲਾਂਕਿ ਉਹਦੇ ਕੋਲ ਟ੍ਰੇਡਮਾਰਕ ਨਹੀਂ ਹੈ, ਤੇ ਉਹ ਸਾਨੂੰ ਦੇਖ ਰਿਹਾ ਕਿ ਮੇਰੇ ਤੋਂ ਇਹ ਕੰਮ ਯੂਜ਼ ਕਰਦਾ ਪਿਆ, ਤੇ ਇਹਦੇ ਕੋਲ ਜਿਹੜਾ ਹੈਗਾ ਨਾ ਜਿਹੜਾ ਹੈਗਾ ਮੈਂ ਤੁਸੀਂ ਕੀ ਨਾਮ ਲੈ ਰਹੇ ਸੀਗੇ ਕਿ ਬਾਕਸ ਬਾਈ ਬਾਕਸ ਕੋ ਆ, ਤੇ ਉਹ ਆਪਣੀ ਲਿਸਟਿੰਗ ਜੋ ਹੈਗੀ ਪ੍ਰਾਈਸ ਕਮ ਕਰ ਦੇਗਾ, ਤੇ ਫਿਰ ਉਹ ਸਾਡੀ ਲਿਸਟਿੰਗ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ? ਉਹ ਲਿਸਟਿੰਗ ਤੁਹਾਡੀ ਹੈ ਹੀ ਟ੍ਰੇਡਮਾਰਕ ਨਹੀਂ ਹੈ, ਤੁਹਾਡੀ ਲਿਸਟਿੰਗ ਤਾਂ ਹੈ ਹੀ ਨਹੀਂ ਹੈ, ਕਿਉਂਕਿ ਸਵਾਲ ਇਹ ਤੁਸੀਂ ਸੀ ਕਿ ਲਿਸਟਿੰਗ ਉਹਦੀ ਆ ਲੇਕਿਨ ਆਪਾਂ ਕਰ ਰਹੇ ਹਾਂ, ਤੇ ਉਹਦੇ ਕੋਲ ਟ੍ਰੇਡਮਾਰਕ ਨਹੀਂ ਹੈਗਾ, ਤੇ ਉਹ ਟ੍ਰੇਡਮਾਰਕ ਕੋ ਨਹੀਂ ਹੈਗਾ, ਤੇ ਫਿਰ ਉਹ ਆਪਣੀ ਲਿਸਟਿੰਗ ਡਿਲੀਟ ਕਰਵਾ ਸਕਦਾ Amazon ਨੂੰ, ਸਟਿਲ ਉਹ ਆਪਣੀ ਕੰਪਲੇਨ ਕਰ ਸਕਦਾ? ਹਾਂਜੀ, ਅਗਰ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ we need to do 20% wholesale and 80% private label. That's the first foremost thing. We are doing this because this is the model have worked for us. ਜਿੱਦਾਂ ਮੇਰੇ ਲਈ ਵਰਕ ਕਰ ਰਿਹਾ, ਹੁਣ ਪਰਮਿੰਦਰ ਨੇ ਲਾਂਚ ਕੀਤਾ, ਬਟ ਇਹਦੇ 'ਚ ਡੈਫੀਨੇਟਲੀ ਰਿਸਕ ਹੈ ਕਿ US ਦੇ ਵਿੱਚ ਸੈਲਰ ਨੂੰ ਅਗਰ ਪਤਾ ਲੱਗਦਾ ਕਿ ਇੱਥੇ ਸੈਲ ਹੋ ਰਿਹਾ, ਦੇ ਕੈਨ ਰੇਜ਼ ਅ ਕੇਸ, ਬਟ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਟ੍ਰੇਡਮਾਰਕ ਉਹਨਾਂ ਦਾ ਰਜਿਸਟਰ ਹੋਣਾ ਚਾਹੀਦਾ। ਉਹ ਤੁਹਾਨੂੰ ਤਾਂ ਹੀ ਸਸਪੈਂਡ ਕਰ ਸਕਦੇ ਆ, Amazon ਨੂੰ ਕਹਿ ਸਕਦੇ ਆ ਕਿ ਮੇਰੀ ਆਸਟ੍ਰੇਲੀਆ ਤੋਂ ਇਸ ਸੈਲਰ ਨੂੰ ਰਿਮੂਵ ਕਰੋ, ਕਿ ਅਗਰ ਉਹਨਾਂ ਕੋਲ ਆਸਟ੍ਰੇਲੀਆ ਦੇ ਵਿੱਚ ਵੀ ਟ੍ਰੇਡਮਾਰਕ ਹੋਵੇ। ਸੋ 50% ਜਿਹੜੇ Amazon ਸੈਲਰ ਅਮਰੀਕਾ ਦੇ ਵਿੱਚ ਨੇ ਉਹ ਨਾਰਮਲੀ ਗਲੋਬਲ ਟ੍ਰੇਡਮਾਰਕ ਅਪਲਾਈ ਕਰਦੇ ਆ। ਗਲੋਬਲ ਟ੍ਰੇਡਮਾਰਕ ਦਾ ਮਤਲਬ ਕਿ ਉਹ 20 ਕੰਟਰੀਜ਼ ਦੀ ਲਿਸਟ ਹੁੰਦੀ ਹੈ, ਉਹਨਾਂ ਦਾ ਟ੍ਰੇਡਮਾਰਕ ਉਹ 20 ਕੰਟਰੀਜ਼ 'ਚ ਵੈਲਿਡ ਹੁੰਦਾ, ਸੋ ਐਪਲੀਕੇਸ਼ਨ ਹੀ ਉਹਨਾਂ ਦੀ ਲਗਾਉਂਦੇ, ਬਟ 50% ਆਫ ਦਾ ਸੈਲਰਸ ਜਿਹੜੇ ਉਹ ਸਿਰਫ ਅਮਰੀਕਾ ਦਾ USPTO ਦੇ ਵਿੱਚ ਹੀ ਲਾਉਂਦੇ ਨੇ। ਸੋ ਇਸੇ ਕਰਕੇ ਮੈਂ ਕਹਿੰਦਾ ਕਿ ਇਹ ਵਾਲੀਆਂ ਲਿਸਟਿੰਗਸ ਤੇ ਤੁਸੀਂ ਪੈਸੇ ਬਣਾ ਸਕਦੇ ਹੋ। ਕਿਉਂਕਿ ਯੂ ਸਟਿਲ ਹੈਵ ਅ 50% ਚਾਂਸ ਕਿ ਉਹ ਲਿਸਟਿੰਗਸ ਤੁਹਾਡੀਆਂ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਉਹ ਨਹੀਂ ਸਸਪੈਂਡ ਕਰ ਸਕਦੇ ਅੰਟਿਲ ਉਹ ਡਿਸਾਈਡ ਕਰਨ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਸੈਲ ਕਰਨਾ, ਜੋ ਕਿ ਨਾਰਮਲੀ 90% ਆਫ ਦਾ ਸੈਲਰ ਦੇ ਡੋਂਟ ਡੂ, ਬਿਕਾਜ਼ ਉਹ ਸਮਝਦੇ ਨੇ ਕਿ ਅਗਰ 50 ਯੂਨਿਟ ਸੈਲ ਹੋ ਰਹੇ ਨੇ ਮੰਥ ਦੇ ਵਿੱਚ, ਦੈਨ ਦੇਰ ਇਜ਼ ਨੋ ਮਾਰਕੀਟ। ਬਟ ਫॉर ਅਸ, ਸਾਡੇ ਲਈ ਇਹ ਹੈ ਕਿ ਅਗਰ ਆਪਾਂ 30 ਯੂਨਿਟ ਵੀ ਸੈਲ ਕਰਦੇ ਹਾਂ ਤਾਂ ਆਪਾਂ ਉੱਦਾਂ ਦੇ 10 ਪ੍ਰੋਡਕਟ ਸੈਲ ਕਰਾਂਗੇ, ਵੀ ਹੈਵ ਅ ਬਿਗ ਮਾਰਕੀਟ। ਮੇਕ ਸੈਂਸ? ਕਿਹਨਾਂ ਦਾ ਕੁਐਸਚਨ ਸੀ? ਸੌਰੀ ਮੈਂ ਭੁੱਲ ਗਿਆ। ਇਰਫਾਨ, ਆਈ ਥਿੰਕ ਇਰਫਾਨ ਦਾ ਕੁਐਸਚਨ ਸੀ। ਮੇਰਾ ਸਵਾਲ ਸੀ। ਅੱਛਾ ਜਤਿੰਦਰ ਭਾਈ, ਇੱਕ ਹੋਰ ਸਵਾਲ ਸੀ, ਜਿਸ ਤਰ੍ਹਾਂ ਤੁਹਾਡਾ ਇੱਕ ਬ੍ਰਾਂਡ ਹੈਗਾ, ਤੁਹਾਡਾ ਇੱਕ ਔਰਕੂ ਆ ਫॉर ਐਗਜ਼ਾਮਪਲ, ਹਾਂਜੀ, ਅਗਰ ਉਹ ਤੁਸੀਂ USA ਵਿੱਚ ਸੈਲ ਕਰਦੇ ਪਏ ਆ, ਤਾਂ ਅਸੀਂ ਤੁਹਾਡੀ ਲਿਸਟਿੰਗ ਤੇ ਜਾ ਕੇ ਦੇਖਦੇ ਹਾਂ ਕਿ ਅਸੀਂ ਉਹ USA ਵਿੱਚ ਤੁਸੀਂ ਸੇਲ ਕਰਦੇ ਪਏ ਆ, ਤੇ ਅਸੀਂ ਸਟਿਲ ਉਹ ਆਪਣਾ ਜਿਹੜਾ ਹੈਗਾ ਲੋਗੋ ਕੈਟਲੌਗ ਆਥੋਰਾਈਜੇਸ਼ਨ ਜਾ ਕੇ ਤੁਹਾਡਾ ਉਹ ਲੋਗੋ ਦਾ ਨੇਮ ਲਿਖ ਦਿੰਦੇ ਔਰਕੂ, ਤੇ ਸਾਨੂੰ ਉਹ ਦਿਖਾਏਗਾ ਕਿ ਤੁਹਾਡਾ ਇੱਥੇ ਉਹ ਬ੍ਰਾਂਡ ਅਪਰੂਵਲ ਹੈ ਕਿ ਨਹੀਂ ਹੈ ਆਸਟ੍ਰੇਲੀਆ ਵਿੱਚ? ਜੇ ਮੈਂ ਸੈਲ ਕਰ ਰਿਹਾ ਜੀ ਤਾਂ ਦਿਖਾਏਗਾ। ਫਿਰ ਉਹਨੂੰ ਸੈਲ ਨਹੀਂ ਕਰ ਸਕਦੇ ਆਸਟ੍ਰੇਲੀਆ ਵਿੱਚ? ਮੈਂ ਸਮਝਿਆ ਨਹੀਂ ਤੁਹਾਡਾ ਕੁਐਸਚਨ, ਤੁਸੀਂ ਪਲੀਜ਼ ਰਿਪੀਟ ਕਰੋ ਇੱਕ ਵਾਰੀ ਦੁਬਾਰਾ। ਜਿਵੇਂ ਜੇ ਕਿ ਆਪਣਾ ਤੁਸੀਂ ਅਮਰੀਕਾ ਦੇ ਲਿਸਟ ਵਿੱਚ ਬ੍ਰਾਂਡ ਰਜਿਸਟਰ ਹੈ ਤੇ ਉਹ ਇੱਥੇ ਸ਼ੋ ਹੋਏਗਾ ਜਾਂ ਨਹੀਂ? ਤਾਂ ਕਿ ਔਰਕੂ ਅਮਰੀਕਨ ਬ੍ਰਾਂਡ ਆ, ਤੇ ਆਪਾਂ ਉਹਨੂੰ ਸਟਿਲ ਬਿਜ਼ਨਸ ਦੇ ਵਿੱਚ ਆਪਣਾ ਇੱਥੇ ਕੈਟਲੌਗ ਆਥੋਰਾਈਜੇਸ਼ਨ ਜਾ ਕੇ ਉੱਥੇ ਆਪਣਾ ਨਾਮ ਲਿਖ ਕੇ ਔਰਕੂ ਦਾ, ਤੇ ਆਪਾਂ ਉਹਨੂੰ ਸਰਚ ਕਰ ਸਕਦੇ ਹਾਂ ਕਿ ਸਾਨੂੰ ਉੱਥੇ ਉਹ ਦਿਖਾਏਗਾ ਕਿ ਹਾਂ ਤੁਸੀਂ ਇਹਨੂੰ ਲੈ ਸਕਦੇ ਹੋ ਇਸ ਬ੍ਰਾਂਡ ਨੂੰ ਆਪਣੇ ਕੈਟਲੌਗ ਆਥੋਰਾਈਜੇਸ਼ਨ ਵਾਸਤੇ, ਤੇ ਸਟਿਲ ਆਪਾਂ ਨਹੀਂ, I ਉਸ think ਬ੍ਰਾਂਡ ਦੇ ਤੁਹਾਨੂੰ ਉੱਤੇ ਆਪਾਂ ਸੇਲ ਕਰ Amazon ਸਕਦੇ ਅਲਾਉ ਹੀ ਨਹੀਂ ਕਰੇਗਾ, ਕਿਉਂਕਿ ਅਗਰ ਉਹ US 'ਚ ਰਜਿਸਟਰਡ ਹੈ ਤਾਂ ਵੀ ਸ਼ਾਇਦ Amazon ਤੁਹਾਨੂੰ ਨਹੀਂ ਅਲਾਉ ਕਰੇਗਾ ਕਿ ਤੁਸੀਂ ਕਰ ਲਓ। ਪਰ ਤੁਸੀਂ ਇੱਦਾਂ ਦਾ ਰਿਸਕ ਲੈਣਾ ਹੀ ਕਿਉਂ ਹੈ? ਕਿਸੇ ਦਾ ਅਗਰ ਬ੍ਰਾਂਡ ਰਜਿਸਟਰਡ ਹੈ, ਵਾਈ ਯੂ ਵਾਂਟ ਟੂ ਰਜਿਸਟਰ ਇਟ ਅਗੇਨ? ਅਗਰ ਕਿਸੇ ਦਾ ਆਲਰੇਡੀ ਰਜਿਸਟਰ ਹੈ ਤਾਂ ਤੁਸੀਂ ਓਬਵੀਅਸਲੀ ਡਿਫਰੈਂਟ ਨਾਮ ਹੀ ਕਰੋਗੇ ਨਾ, ਰਾਈਟ? ਫਾਨ ਠੀਕ ਹੈ ਜੀ, ਬਿਕਾਜ਼ ਅਗਰ ਆਲਰੇਡੀ ਉਹ ਰਜਿਸਟਰਡ ਹੈ ਨਾਮ, ਤਾਂ ਤੁਸੀਂ ਦੁਬਾਰਾ ਤੁਹਾਨੂੰ ਉਹ ਨਾਮ ਰਜਿਸਟਰ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਯੂ ਥਿੰਕ ਅਬਾਊਟ ਅ ਨਿਊ ਨੇਮ ਐਂਡ ਦੈਨ ਗੈਟ ਦੀ ਕੈਟਲੌਗ ਆਥੋਰਾਈਜੇਸ਼ਨ। ਠੀਕ ਹੈ ਜੀ, ਓਕੇ, ਲੈਟਸ ਜੰਪ ਟੂ ਐਨੀ ਅਦਰ ਕੁਐਸਚਨ। ਬਾਏ ਬਾਕਸ ਦੇ ਵਿੱਚ
सॉरी पाजी, एक क्विक क्वेश्चन था। अगर यूएस के सेलर का ग्लोबल ट्रेडमार्क है तो दे कैन गेट द अकाउंट सस्पेंडेड और द लिस्टिंग? No. Listing. Account will get suspended only if you play with account health. Account health में क्या होता है कि अगर आप 8-10 प्रॉब्लम्स इकट्ठे करोगे तो अगर एक लिस्टिंग है तो यू गेट सस्पेंडेड ओनली फॉर दैट लिस्टिंग, देयर इज नो इशू। तो आपकी 9 लिस्टिंग्स को कोई प्रॉब्लम नहीं है, बट यू डोंट डू इट अगेन एंड अगेन। एक बार कर लिया दैट्स फाइन, अदरवाइज उसके बाद कोई दिक्कत नहीं है। यप। जतिंदर, एक क्वेश्चन, ग्लोबल ट्रेडमार्क के लिए हमें पता लग सकता है कि सेलर के पास ग्लोबल ट्रेडमार्क है कि नहीं है यूएस के? अप्लाई टू सेल आता है जी, यहाँ पे अभी लिखा आ रहा था अप्लाई टू सेल, दैट मीन्स कि उसके पास है, या हो सकता है उस मे बी उसने अप्लाई कर रखा है, बट अगर अप्लाई टू सेल नहीं है दैट मीन्स उसके पास नहीं है। ओके, ठीक है। एक चीज मैं होर सारे स्टूडेंट्स वास्ते दिस इज वेरी इंपॉर्टेंट इज द नेक्स्ट थिंग इज सेलर यूनिवर्सिटी। ਇਹਦੇ ਬਾਰੇ आई थिंक ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਸੀ ਜਾਂ ਨਹੀਂ, ਬਟ ਮੈਂ I'm not sure, but I highly recommend अगर ਤੁਸੀਂ launch ਵੀ ਕਰ ਲਿਆ products and if you haven't launched ਤਾਂ ਅਗਲੇ ਇੱਕ ਵੀਕ ਦੇ ਵਿੱਚ ਜਿੰਨੀਆਂ ਵੀਡੀਓਜ਼ ਇੱਥੇ ਤੁਹਾਨੂੰ ਦਿੱਤੀਆਂ ਹੋਈਆਂ ਨੇ ਸੈਲਰ ਯੂਨੀਵਰਸਿਟੀ ਦੇ ਵਿੱਚ, make sure you watch all of these videos. They are very informative। ਜਿਹੜੇ ਛੋਟੇ ਕੁਐਸਚਨਸ ਆਪਾਂ ਨੂੰ originate ਹੁੰਦੇ ਆ ਗਰੁੱਪ ਦੇ ਵਿੱਚ, ਤੁਸੀਂ ਉਹ ਤੁਹਾਡੇ ਜਿਹੜੇ ਕੁਐਸਚਨਸ ਆ ਸਾਰੇ ਇੱਥੇ ਰਿਜ਼ੋਲਵ ਹੋ ਜਾਣਗੇ। ਸੋ ਲੈਟ ਮੀ ਸ਼ੋ ਯੂ ਹਾਊ ਬਿਊਟੀਫੁਲ ਦੇ ਆਰ, ਲਾਈਕ ਇਹ ਵੀਡੀਓਜ਼ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਬਣਾਈਆਂ ਹੋਈਆਂ ਨੇ। ਹੁਣ ਅੱਜ ਜਿੱਦਾਂ ਕੁਐਸਚਨਸ ਮੈਨੂੰ ਪੁੱਛ ਰਹੇ ਸੀ ਤੁਸੀਂ ਪ੍ਰੋਫੈਸ਼ਨਲ ਤੇ ਇੰਡੀਵਿਜੂਅਲ ਸੈਲਿੰਗ ਪਲਾਨ ਦੇ ਵਿੱਚ, ਸੋ ਮੈਂ ਇੱਕ ਵੀਡੀਓ ਪਲੇ ਕਰਨ ਲੱਗਿਆ। ਸੋ ਸੀ ਹਾਊ ਈਜ਼ੀ ਦੇ ਵਿਲ ਐਕਸਪਲੇਨ ਯੂ ਕਿ Amazon ਦਾ ਜਿਹੜਾ ਇੰਡੀਵਿਜੂਅਲ ਦਾ ਤੇ ਪ੍ਰੋਫੈਸ਼ਨਲ ਸੈਲਿੰਗ ਪਲਾਨ ਹੈ ਉਹਦੇ 'ਚ ਕੀ ਡਿਫਰੈਂਸ ਹੈ। ਫਿਰ ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਪ੍ਰੋਡਕਟ ਕੈਟੇਗਰੀ ਜਾਂ ਬ੍ਰਾਂਡ ਦੇ ਲਈ ਅਪਲਾਈ ਕਰਨਾ ਹੈ ਉਹ ਕਿਸ ਤਰੀਕੇ ਨਾਲ ਕਰਨਾ ਹੈ। ਸੋ ਮੈਂ ਇੱਕ ਵੀਡੀਓ ਪਲੇ ਕਰਦਾ, ਲੈਟਸ ਹੈਵ ਅ ਲੁੱਕ and then I'll also show you this apply to sell a product category or a brand video, then we'll talk. Let's have a look. Welcome to our training on Compare Amazon's professional and individual selling plans. When you register to sell in the Amazon store, you select either a professional or individual selling plan. In this video, we'll cover the differences between these plans and how to change from one to the other. As an Amazon selling partner, you have the choice to pay per sale or stick to a flat monthly fee excluding GST. If you have a professional plan, you pay a monthly subscription fee of $49.95, no matter how many items you sell. If you have an individual plan, you pay 99 cents for every item you sell. You might consider upgrading to a professional plan if you expect to sell more than 40 items per month. With both plan types, you'll also pay referral and closing fees per item that you sell, which vary by product category and other factors. Search fees in Seller University to learn more about how to estimate your fees. Whether you're a professional or individual seller, you're eligible for Fulfillment by Amazon or FBA. You can use FBA to not only store your products in Amazon's fulfillment centers, but to let us handle picking, packing, shipping, and providing customer service for those products. Depending on the types of products you sell, FBA does have a few restrictions. Search FBA in Seller University to learn more about FBA and how it works. For orders you fulfill yourself, you'll use Amazon's standard pricing rates for shipping if you have an individual plan. Professional sellers are also eligible to sell in the and lead to increased sales. Other professionals or make quick edits when listings need to change. A professional seller's product may become the featured offer, which can help customers discover your products and lead to increased sales. Other professional plan benefits include the ability to offer special promotions and gift wrapping and take advantage of Amazon stores, which help showcase your brand and branded products. You can also access a number of tools that can help you optimize your business. One example is Automate Pricing, which uses rules you create to automatically adjust your product's prices. You can always upgrade from an individual plan to a professional plan to unlock these tools and features, regardless of the number of items you sell per month during your next billing cycle. If you don't see an option to modify your selling plan, you might be enrolled in other Amazon services
that require a professional selling plan. You'll need to disenroll from these services before switching to an individual plan. So I think it's pretty clear. तो ਇਹ ਬਹੁਤ ਈਜ਼ੀ ਵੇ ਦੇ ਨਾਲ ਇਹਨਾਂ ਨੇ ਸਮਝਾਇਆ ਹੋਇਆ ਇਹ ਸਾਰੀਆਂ ਚੀਜ਼ਾਂ ਨੂੰ। ਇੰਟਰੋਡਕਸ਼ਨ ਟੂ ਸੈਲਰ ਸੈਂਟਰਲ, ਜਸਟ ਇਨ ਐਡੀਸ਼ਨ ਟੂ ਬੇਸਿਕ ਚੀਜ਼ਾਂ ਜਿਹੜੀਆਂ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ। ਡੋਂਟ ਥਿੰਕ ਕਿ ਆਪਾਂ ਅਗਰ ਕੋਰਸ ਕਰ ਲਿਆ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ ਨੇ, ਬਟ ਆਈ ਹਾਈਲੀ ਰეკਮੈਂਡ ਅਗਰ ਤੁਸੀਂ ਥੋਰੋ ਨੌਲੇਜ ਲੈਣੀ ਆ ਤਾਂ ਇਟਸ ਵੈਰੀ ਗੁੱਡ। ਇਹ ਸੈਲਰ ਯੂਨੀਵਰਸਿਟੀ ਦੀਆਂ ਵੀਡੀਓਜ਼ ਜਿਹੜੀਆਂ ਨੇ ਬਹੁਤ ਅੱਛੀਆਂ ਨੇ। ਐਨੀ ਕੁਐਸਚਨਸ ਇਨ ਦਿਸ? ਹਾਂਜੀ ਭਾਜੀ, ਇੱਕ ਕੁਐਸਚਨ ਸੀਗਾ ਵੀ ਫਿਲਹਾਲ ਜਿਹੜੇ ਨਵੇਂ ਸਟੂਡੈਂਟਸ ਸ਼ੁਰੂ ਕੀਤੇ ਨੇ, ਕਿਉਂਕਿ ਫਿਲਹਾਲ ਅਸੀਂ ਰਿਸਰਚ ਕਰ ਰਹੇ ਹਾਂ, ਸੋ ਹਾਂਜੀ ਉਹਨਾਂ ਚੱਕਰ ਹੈ ਨਾ ਇੰਡੀਵਿਜੂਅਲ ਪਲਾਨ ਲਈ ਸਿਲੈਕਟ ਕਰ ਲਈਏ ਤੇ ਫਿਰ ਬਾਅਦ ਚ ਜਦੋਂ ਬਿਲਕੁਲ ਨਾ ਰੈਡੀ ਹੋ ਗਏ ਲਾਂਚ ਕਰ ਲਈ ਫਿਰ ਪ੍ਰੋਫੈਸ਼ਨਲ ਚੇਂਜ ਕਰ ਲਈ। ਡੈਫੀਨੇਟਲੀ, ਹਾਂਜੀ ਬਿਲਕੁਲ ਰਾਈਟ। ਜਦੋਂ ਤੁਸੀਂ ਸ਼ਿਪਿੰਗ ਪਲਾਨ ਬਣਾਉਣਾ ਹੈ ਉਦੋਂ ਹੀ ਤੁਹਾਨੂੰ ਲੋੜ ਪੈਣੀ ਪ੍ਰੋਫੈਸ਼ਨਲ ਦੀ, ਕਿਉਂਕਿ ਉਹ ਤੁਸੀਂ FBA ਦੇ ਅੰਦਰ ਸਮਾਨ ਭੇਜਣਾ ਹੁੰਦਾ ਹੈ। ਸੋ ਤੁਸੀਂ ਉਦੋਂ ਕਰ ਸਕਦੇ ਹੋ। ਇਟ ਕੈਨ ਬੀ ਚੇਂਜਡ ਇਨ ਲਾਈਕ ਸੈਕਿੰਡਸ। ਜਦੋਂ ਤੁਸੀਂ ਕਲਿੱਕ ਕਰਦੇ ਹੋ ਪ੍ਰੋਫੈਸ਼ਨਲ, ਦੈਨ ਸਟ੍ਰੇਟ ਅਵੇ ਉਹ ਚੇਂਜ ਹੋ ਜਾਂਦਾ। ਹਾਂਜੀ, ਓਕੇ, ਥੈਂਕ ਯੂ। ਹਾਂਜੀ ਸੋ ਜਿੱਦਾਂ ਫॉर ਭਾਜੀ ਐਗਜ਼ਾਮਪਲ, ਜਿਹੜਾ ਹਾਂਜੀ ਸੈਲਰ ਅਕਾਊਂਟ ਤੁਸੀਂ ਕਹਿ ਰਹੇ ਹੋ ਪ੍ਰੋਫੈਸ਼ਨਲ ਤੁਸੀਂ ਬਾਅਦ ਚ ਕਰ ਸਕਦੇ ਹੋ, ਬਟ ਜੇ ਇਨ ਕੇਸ ਲਾਈਕ ਮੈਂ ਪਹਿਲਾਂ ਇੱਕ ਵਾਰੀ ਲੌਗਇਨ ਬਣਾਇਆ ਸੀ ਆਪਣਾ ਸੈਲਰ ਸੈਂਟਰਲ ਦਾ, ਉਹ ਹਾਂਜੀ ਇੱਕ ਵਾਰ ਜੇ ਤੁਹਾਡੇ ਡਿਡਕਸ਼ਨ ਹੋ ਗਈ ਹੈ ਤਾਂ ਉਹ ਹੁਣ ਨੈਕਸਟ ਮੰਥ ਹੀ ਕਰਨਗੇ ਨਾ ਚੇਂਜ, ਇਨ ਹਾਂਜੀ ਕੇਸ ਇਫ ਯੂ ਨੀਡ ਟੂ ਚੇਂਜ ਟੂ ਇੰਡੀਵਿਜੂਅਲ? ਹਾਂਜੀ ਨੈਕਸਟ ਮੰਥ ਕਰਨਗੇ, ਬਿਲਕੁਲ ਰਾਈਟ। ਓਕੇ, ਹਾਂਜੀ ਆਲ ਗੁੱਡ, ਥੈਂਕ ਯੂ। ਓਕੇ ਜੀ, ਨੋ ਵਰੀਜ਼। ਇੱਕ ਹੋਰ ਚੀਜ਼ ਇਜ਼ ਫॉर ਆਲ ਦ ਸੈਲਰਸ ਜਿਹੜਾ ਨੇ ਰੀਸੈਂਟਲੀ ਲਾਂਚ ਕਰਨਾ, I'm again saying this ਕਿ ਜਿਹੜੀਆਂ ਇਮੇजेस ਨੇ you need to have at least 8 images, high definition images ਜਿਹੜੀਆਂ ਕਿ ਇਨਫੋਗ੍ਰਾਫਿਕ ਹੋਣ, ਜਿਨ੍ਹਾਂ ਦੇ ਵਿੱਚ ਜਿਹੜੀ ਡੀਟੇਲਸ ਆ ਬਹੁਤ ਜ਼ਿਆਦਾ ਪ੍ਰੋਪਰ ਵੇ ਨਾਲ ਐਕਸਪਲੇਨ ਕੀਤੀਆਂ ਹੋਣ। ਨੈਵਰ ਹੈਜ਼ੀਟੇਟ ਟੂ ਸਪੈਂਡ ਮਨੀ ਔਨ ਯੋਰ ਇਮੇजेस ਬਿਕਾਜ਼ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ ਤੁਹਾਡੀਆਂ ਇਮੇजेस ਨੇ ਚਲਾਉਣਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਜਿਹੜੀਆਂ ਹਾਈ ਡੈਫੀਨੇਸ਼ਨਸ ਅੱਜ ਕੱਲ੍ਹ ਇਮੇजेस ਚੱਲਦੀਆਂ ਨੇ। ਸੋ ਤੁਸੀਂ ਇੰਸਪੀਰੇਸ਼ਨ ਲੈ ਸਕਦੇ ਹੋ ਇੱਦਾਂ ਦੇ ਪ੍ਰੋਡਕਟਸ ਤੋਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਇਮੇजेस ਨੂੰ ਡਿਜ਼ਾਈਨ ਕਰਨਾ ਹੈ। ਸੋ ਫੋਰ ਐਗਜ਼ਾਮਪਲ ਹੁਣ ਮੈਂ ਵਾਇਰਲੈਸ ਈਅਰਬਡਸ ਦੀ ਐਗਜ਼ਾਮਪਲ ਲੈ ਰਿਹਾ ਕਿਉਂਕਿ ਇਹਦੇ ਵਿੱਚ ਜਿਹੜੀ ਕਸਟਮਾਈਜ਼ੇਸ਼ਨ ਹੈ ਬਹੁਤ ਯੂਨੀਕ ਹੁੰਦੀ ਹੈ। ਸੋ ਫੋਰ ਐਗਜ਼ਾਮਪਲ, ਨਹੀਂ ਇਹ ਰਾਈਟ ਐਗਜ਼ਾਮਪਲ ਨਹੀਂ ਹੈ। ਸੋ ਲੈਟ ਮੀ ਓਪਨ ਅਪ। ਦਿਸ ਇਜ਼ ਫॉर ਆਲ ਦ ਨਿਊ ਸਟੂਡੈਂਟਸ ਐਜ਼ ਵੈਲ ਜਿਨ੍ਹਾਂ ਨੇ ਰੀਸੈਂਟਲੀ ਜੁਆਇਨ ਕੀਤਾ ਕਿ ਜਿਹੜੀਆਂ ਇਮੇजेस ਨੇ ਉਹ ਤੁਸੀਂ ਕੈਨਵਾ ਤੋਂ ਡਿਜ਼ਾਈਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਫਾਈਵਰ ਦੇ ਉੱਤੋਂ ਡਿਜ਼ਾਈਨਰ ਹਾਇਰ ਕਰ ਸਕਦੇ ਹੋ। ਪਲੀਜ਼ ਵਾਚ ਦਾ ਕੋਰਸ ਫਸਟ, ਤੁਹਾਨੂੰ ਉੱਥੋਂ ਬਹੁਤ ਈਜ਼ੀਲੀ ਪਤਾ ਲੱਗ ਜਾਏਗਾ ਕਿ ਕਿੱਦਾਂ ਕਰਨਾ ਹੈ। ਫੋਰ ਐਗਜ਼ਾਮਪਲ ਹੁਣ ਇਹਦੇ ਵਿੱਚ ਇਹਨਾਂ ਨੇ ਬਲੈਕ ਬੈਕਗਰਾਉਂਡ ਯੂਜ਼ ਕਰਕੇ ਹੈਡਫੋਨਸ ਨੂੰ ਡਿਸਪਲੇ ਕੀਤਾ। ਇਹ ਇਮੇਜ ਤਾਂ ਤੁਸੀਂ ਕੈਨਵਾ ਦੇ ਵਿੱਚ ਵੀ ਬਣਾ ਸਕਦੇ ਹੋ। ਅਗਰ ਤੁਹਾਡੇ ਕੋਲ ਆਪਣੇ ਪ੍ਰੋਡਕਟ ਦੀ ਇਮੇਜ ਹੈ ਤਾਂ ਤੁਸੀਂ ਉਹਦਾ ਬਲੈਕ ਬੈਕਗਰਾਉਂਡ ਕੈਨਵਾ 'ਚ ਯੂਜ਼ ਕਰੋ, ਪ੍ਰੋਡਕਟ ਨੂੰ ਇੱਥੇ ਪਾਓ, ਟੈਕਸਟ ਪਾਓ ਐਂਡ ਆਹ ਵਾਲੇ ਲੋਗੋ ਤੁਹਾਨੂੰ ਗੂਗਲ ਤੋਂ ਮਿਲ ਜਾਂਦੇ ਆ। ਸੋ ਇੱਦਾਂ ਦੀਆਂ ਇਮੇजेस ਜਿਹੜੀਆਂ ਨੇ ਤੁਹਾਨੂੰ ਬਣਵਾਉਣੀਆਂ ਨੇ, ਅਗਰ ਤੁਸੀਂ ਬਣਾ ਸਕਦੇ ਹੋ ਦੈਟਸ ਗੁੱਡ। ਅਦਰਵਾਈਜ਼ ਪਲੀਜ਼ ਮੇਕ ਸ਼ੋਰ ਤੁਸੀਂ ਫਾਈਵਰ ਤੋਂ ਕੋਈ ਡਿਜ਼ਾਈਨਰ ਚੂਜ਼ ਕਰਕੇ $50 to $100 ਉਹਨੂੰ ਪੇ ਕਰੋ ਤਾਂ ਤੁਹਾਨੂੰ ਇੱਦਾਂ ਦੀਆਂ ਇਮੇजेस ਜਿਹੜੀਆਂ ਨੇ ਤੁਹਾਡੇ ਸਾਰੇ ਪ੍ਰੋਡਕਟ ਦੇ ਲਈ ਉਹ ਬਣਾ ਕੇ ਦੇਣਗੇ। ਇਟਸ ਵੈਰੀ ਇੰਪੋਰਟੈਂਟ। ਆਈ ਕਾਂਟ ਪੁੱਟ ਮੋਰ ਫੋਕਸ ਔਨ ਦਿਸ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ। So that's one thing, and then we discovered the feature price. We This also applies to PL, Paji, right? Hanji. When we talk about images, someone who's launching a new product and starting a PL, Hanji, that's right. It's there for we PL. need to, yeah. Okay. Hanji, it's for PL. That's right. Any more questions? And new students ਦੇ ਲਈ weekly class ਦੇ ਵਿੱਚ any more question, ਤੁਹਾਨੂੰ ਕੋਈ issue ਆ ਰਿਹਾ, you still have any questions, you can ask it here. ਭਾਜੀ ਜਿਹੜੀ ਇਮੇजेस ਦੀ ਤੁਸੀਂ ਗੱਲ ਕੀਤੀ ਹੈ, ਜਿੱਦਾਂ ਕਿ ਰੀਅਲ ਇਮੇਜ ਜਿਹੜਾ ਪ੍ਰੋਡਕਟ ਹੁੰਦਾ ਉਹ ਜਿੱਦਾਂ ਸਟੂਡੀਓ ਭੇਜਣਾ ਪੈਂਦਾ, ਜਿੱਦਾਂ ਹੁਣ ਮੇਰਾ ਕੋਈ ਇੱਕ ਲੈਡਲ ਸੈੱਟ ਆ, ਹਾਂਜੀ, ਕਿਉਂਕਿ ਉਹ ਹੋਲਡਰ ਵਿੱਚ ਆ। ਹੁਣ ਉਹ ਕੱਲਾ ਜਾਂ ਤਾਂ ਫਿਰ ਜਿਹੜਾ ਫਾਈਬਰ ਚ ਇੱਕ ਮੈਂ ਦਿੱਤਾ ਸੀ ਕਿਸੇ ਨੂੰ, ਮਤਲਬ ਏਦਾਂ ਕੋਈ ਜਿੱਦਾਂ ਐਮਾਜ਼ਨ ਤੇ FBA ਤੇ ਬਹੁਤ ਵਧੀਆ ਲਿਸਟਿੰਗ ਹੈਗੀਆਂ ਇਮੇजेस ਵਗੈਰਾ, ਉਸ ਤਰ੍ਹਾਂ ਦਾ ਨਹੀਂ ਮਤਲਬ ਬਣਿਆ। ਤੇ ਕੀ ਸਾਨੂੰ ਸਟੂਡੀਓ ਭੇਜਣਾ ਪੈਣਾ ਉਸ ਪ੍ਰੋਡਕਟ ਨੂੰ, ਉੱਥੇ ਫੋਟੋਗ੍ਰਾਫੀ ਕਰਾਉਣੀ ਪੈਣੀ ਉਹਦੀ ਜਾ ਕੇ? I don't recommend ਕਿ ਜੇ ਤੁਸੀਂ ਪ੍ਰੋਡਕਟ ਉਹ Amazon US ਦੇ ਉੱਤੇ ਕਿਤੇ ਐਗਜ਼ਿਸਟ ਕਰਦਾ ਤਾਂ ਤੁਸੀਂ ਉੱਥੋਂ ਇਮੇਜ ਚੱਕ ਕੇ ਉਹਨੂੰ ਐਡਿਟ ਕਰ ਲਓ, ਦੈਟਸ ਮਚ ਬੈਟਰ। ਉਹ ਹੈ ਹੀ ਨਹੀਂ ਪ੍ਰੋਡਕਟ ਵਾਲਾ US ਮਾਰਕੀਟ 'ਚ ਵੀ, ਮੈਂ 2-3 ਮਾਰਕੀਟਾਂ 'ਚ ਦੇਖਿਆ, ਕਿਉਂਕਿ ਸੇਮ ਪ੍ਰੋਡਕਟ ਨਹੀਂ ਹੈਗਾ। ਫਿਰ ਤੁਹਾਨੂੰ ਐਡੀਟਿੰਗ ਕਰਾਉਣੀ ਪਏਗੀ ਅਗਰ ਤੁਸੀਂ ਬਿਲਕੁਲ ਹੀ ਨਹੀਂ ਹੈਗਾ ਤਾਂ।
ਫਿਰ ਤੁਹਾਨੂੰ ਉਹ ਪ੍ਰੋਪਰ ਇਮੇजेस $200 to $300 ਸਪੈਂਡ ਕਰਨੇ ਪੈਣੇ ਆ, ਬਟ ਆਈ ਥਿੰਕ 99% ਆਫ ਦ ਟਾਈਮ ਆਪਣੇ ਕੋਲ ਇਮੇਜ ਹੁੰਦੀ ਹੈ ਪ੍ਰੋਡਕਟ ਦੀ, ਕਿਤੇ ਨਾ ਕਿਤੇ ਕੋਈ ਨਾ ਕੋਈ 2-3 ਇਮੇजेस ਜ਼ਰੂਰ ਹੁੰਦੀਆਂ ਨੇ। ਅਗਰ ਤੁਹਾਨੂੰ ਮਿਲ ਜਾਂਦੀਆਂ ਤਾਂ ਤੁਸੀਂ ਉੱਥੋਂ ਕਰਾ ਸਕਦੇ ਹੋ। ਠੀਕ ਹੈ, ਓਕੇ। ਹਾਂਜੀ ਹਾਂਜੀ ਠੀਕ ਹੈ ਹੈਲੋ ਜੀ। ਭਾਜੀ, ਹਾਂਜੀ ਕੁਐਸਚਨ ਹਾਂਜੀ ਸੀ ਭਾਜੀ ਇੱਕ। ਹਾਂਜੀ ਭਾਜੀ ਜਿੱਦਾਂ ਮੈਂ ਅਕਾਊਂਟ ਸੈਟਅਪ ਕੀਤਾ ਸੀਗਾ, ਆਪਾਂ ਨੇ ਏਯੂ ਦੇ ਵਿੱਚ ਕੀਤਾ ਵਾ, ਆਸਟ੍ਰੇਲੀਆ 'ਚ। ਹਾਂਜੀ ਤੇ ਜਿੱਦਾਂ ਭਾਜੀ ਤੁਹਾਡੇ ਅਕਾਊਂਟ ਤੇ ਸਟੋਰ ਨੰਬਰ 1 ਸ਼ੋ ਹੋ ਰਿਹਾ, ਤੇ ਉਦਾਂ ਮੇਰੇ ਅਕਾਊਂਟ ਤੇ ਭਾਜੀ ਸਟੋਰ 4 ਸ਼ੋ ਹੋ ਰਹੇ ਹੈਗੇ। ਕਿੱਥੇ 1 ਸ਼ੋ ਹੈ ਜੀ? ਇੱਕ ਮਿੰਟ ਮੈਂ ਵੀ ਦੇਖ ਲਾਂ, ਇੱਕ ਸੈਕਿੰਡ। ਸਟੋਰ ਤੇ ਕਿੱਥੇ ਸ਼ੋ ਹੋ ਰਿਹਾ ਜੀ 1? ਹਾਂਜੀ, ਫਸਟ ਸਕਰੀਨ ਤੇ ਲਿਖਿਆ ਹੋਈ ਆ ਦੇਖੋ, ਸੈਕੰਡ ਨੰਬਰ ਤੇ ਸਟੋਰ 1 ਜੀ। ਹਾਂਜੀ, ਤੁਹਾਡੇ ਕੀ ਸ਼ੋ ਹੋ ਰਿਹਾ? ਹਾਂਜੀ ਭਾਜੀ, ਮੇਰੇ 4 ਸ਼ੋ ਹੋ ਰਹੇ ਹੈਗੇ, ਕੋਈ ਗੱਲ ਨਹੀਂ ਜੀ, ਅਮਰੀਕਾ, ਕੈਨੇਡਾ, ਮੈਕਸੀਕੋ। ਹਾਂਜੀ ਦੈਟਸ ਫਾਈਨ। ਉਹ ਜਸਟ ਇਹ ਹੈ ਕਿ ਤੁਸੀਂ ਉਹਨਾਂ ਮਾਰਕੀਟ ਪਲੇਸਿਸ ਦੇ ਵਿੱਚ ਸੈਲ ਕਰ ਸਕਦੇ ਹੋ। ਦੈਟ ਡਸਨਟ ਮੀਨ ਕਿ ਤੁਸੀਂ ਉਹਨਾਂ ਦੀ ਫੀ ਪੇ ਕਰ ਰਹੇ ਹੋ, ਸੋ ਦੈਟਸ ਫਾਈਨ। ਤੁਹਾਡੇ ਫੀ ਤਾਂ ਨਹੀਂ ਕੱਟੀ ਐਕਸਟਰਾ? ਨਹੀਂ ਜੀ, ਨਹੀਂ। ਹਾਂਜੀ ਨਹੀਂ ਦੈਟਸ ਫਾਈਨ, ਉਹਦੇ 'ਚ ਕੋਈ ਦਿੱਕਤ ਨਹੀਂ ਹੈ ਜੀ। ਓਕੇ ਜੀ, ਓਕੇ, ਮਤਲਬ ਨੋ ਪ੍ਰੋਬਲਮ ਆ ਜੀ, ਠੀਕ ਹੈ। ਹਾਂਜੀ ਨੋ ਪ੍ਰੋਬਲਮ। ਅਗਰ ਠੀਕ ਹੈ ਫੀਸ ਕੱਟਦੀ ਹੈ ਫਿਰ ਆਪਾਂ ਨੂੰ ਕੋਈ ਐਕਸ਼ਨ ਲੈਣ ਦੀ ਜ਼ਰੂਰਤ ਹੈ, ਅਦਰਵਾਈਜ਼ ਇਟਸ ਆਲ ਗੁੱਡ। ਠੀਕ ਹੈ ਸਰ, ਓਕੇ ਜੀ। ਹਾਂਜੀ So Pati, jab ਅਸੀਂ ਆਪਣਾ seller account ਬਣਾਉਂਦੇ ਆ, ਮਤਲਬ when I logged in, this was the same case. Like I registered only on sellercentral.com.au, so it ਹਾਂਜੀ automatically connects you with the rest of the 4 stores. ਹਾਂਜੀ ਦੈਟਸ ਰਾਈਟ, ਯਪ। Okay. ਹਾਂਜੀ, ਕਿਉਂਕਿ ਤੁਹਾਨੂੰ ਫੈਸਿਲਿਟੀ ਦਿੰਦੇ ਨੇ ਕਿ ਅਗਰ ਤੁਸੀਂ ਸਾਈਮਲਟੇਨੀਅਸਲੀ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਅਗਰ ਤੁਸੀਂ ਸੇਮ ਪ੍ਰੋਡਕਟਸ ਨੂੰ ਉੱਥੇ ਲਾਂਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਟਾਕ ਜਿਹੜਾ ਹੈ ਨਾ 4 ਕੰਟਰੀਜ਼ 'ਚ ਭੇਜ ਸਕਦੇ ਹੋ। Okay. ਹਾਂਜੀ ਠੀਕ ਹੈ ਜੀ, ਥੈਂਕ ਯੂ ਸੋ ਮਚ ਆਲ ਦ ਨਿਊ ਸਟੂਡੈਂਟਸ। ਪਲੀਜ਼ ਐਸ ਫਿਨਿਸ਼ ਦ ਕੋਰਸ ਐਸ ਸੂਨ ਐਸ ਪੋਸੀਬਲ। ਤੇ ਤੁਹਾਡੇ ਕੋਲ ਸੋਰਸਿੰਗ ਏਜੰਟਸ ਨੇ, ਅਗਰ ਤੁਹਾਡੀ ਪ੍ਰੋਡਕਟ ਰਿਸਰਚ ਫਿਨਿਸ਼ ਹੁੰਦੀ ਹੈ ਤਾਂ ਜਸਟ ਗੈਟ ਦ ਕੋਡਸ ਫਰਮ ਸੋਰਸਿੰਗ ਏਜੰਟ, ਸੋਰਸਿੰਗ ਸਕੁਐਡ, ਜ਼ਿੰਕ ਸੋਰਸਿੰਗ, ਜਿੱਥੋਂ ਵੀ ਤੁਸੀਂ ਲੈਣਾ ਚਾਹੁੰਦੇ ਹੋ, just go for it, get the quotes and take the actions. I'm really happy with Parminder's results, ਜਿਹੜੇ ਉਹਨਾਂ ਨੂੰ ਆਏ ਨੇ। ਬਾਕੀ ਹੋਰ ਸਟੂਡੈਂਟਸ ਵੀ ਆਪਣੇ almost close to launch ਨੇ, so we'll get more success stories and slowly ਆਪਾਂ ਉਹਨਾਂ ਨੂੰ ਇੰਟਰਵਿਊ ਵੀ ਕਰਿਆ ਕਰਾਂਗੇ ਪ੍ਰੋਪਰ ਵੇ ਦੇ ਨਾਲ, ਤਾਂ ਕਿ ਜਿਹੜੀ ਸਟ੍ਰੈਟਜੀਜ਼ ਉਹਨਾਂ ਨੇ ਇੰਪਲੀਮੈਂਟ ਕੀਤੀਆਂ ਨੇ ਉਹ ਵੀ ਤੁਸੀਂ ਵੀ ਕਰ ਸਕੋ, so that all of us grow together. So take actions every day. That's the formula for success. Thank you so much for joining in, and I'll see you next week. Thank you. Thank you, Pati. Thank you. Thank you, Vaji. Thank you.